ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਲ ਜਵਾਬ ਦਾ ਭਾਗ 19ਵਾਂ ਤੁਹਾਡੇ ਸਨਮੁਖ ਲੈ ਕੇ ਹਾਜ਼ਰ ਹੋਇਆ ਹਾਂ। ਇਸ ਐਪੀਸੋਡ ਨੂੰ ਗੁਰਮਤਿ ਨੂੰ ਜਾਣਨ ਵਾਲੇ, ਆਪਣੇ ਮਾਨਸਿਕ ਵਿਕਾਸ ਕਰਨ ਵਾਲੇ ਨੌਜਵਾਨਾਂ ਨੇ, ਵੀਰਾਂ ਨੇ, ਭੈਣਾਂ ਨੇ ਬਹੁਤ ਪਸੰਦ ਕੀਤਾ ਹੈ। ਧੰਨਵਾਦ ਹੈ ਸਾਰਿਆਂ ਦਾ। ਉਮੀਦ ਹੈ ਇਸੇ ਤਰ੍ਹਾਂ ਗੁਰਮਤਿ ਦੀ ਵੱਖੋ ਵੱਖ ਪੱਖਾਂ 'ਤੇ ਸਟੱਡੀ ਕਰਦੇ ਰਹੋਗੇ, ਦਿਲਚਸਪੀ ਆਪਣੀ ਬਣਾਈ ਰੱਖੋਗੇ। ਦਿਮਾਗ ਦੇ ਵਾਧੇ ਦੀਆਂ ਕੋਈ ਵੀ ਹੱਦਾਂ ਨਹੀਂ ਹਨ। ਜਿਤਨਾ ਕਿ ਅਸੀਂ ਅਕਲਮੰਦ ਬਣਾਂਗੇ ਉਤਨੀ ਤਰੱਕੀ ਕਰ ਜਾਵਾਂਗੇ। ਜ਼ਿੰਦਗੀ ਦੇ ਬਹੁਤ ਖੇਤਰ ਨੇ ਅੱਗੇ ਵਧਣ ਵਾਸਤੇ। ਜ਼ਰੂਰੀ ਨਹੀਂ ਕਿ ਅਸੀਂ ਧਰਮ ਪ੍ਰਚਾਰਕ ਹੀ ਬਣਨਾ ਹੈ। ਜਦੋਂ ਦਿਮਾਗ ਖੁੱਲ੍ਹ ਜਾਵੇ ਤਾਂ ਕਿਸੇ ਵੀ ਕੰਮ ਕਰਨ 'ਤੇ ਸਾਨੂੰ ਕੋਈ ਔਕੜ ਔਖ ਮਹਿਸੂਸ ਨਹੀਂ ਹੁੰਦੀ। ਅੰਦਰ ਹਿੰਮਤ ਹੌਸਲਾ ਪੈਦਾ ਹੋ ਜਾਂਦਾ ਹੈ। ਅੱਜ ਭਾਗ 19ਵਾਂ ਆਪਾਂ ਸ਼ੁਰੂ ਕਰ ਰਹੇ ਹਾਂ। ਆਓ ਭਾਈ ਹਰਦੀਪ ਸਿੰਘ ਸਵਾਲ ਨੰਬਰ 191 'ਤੇ ਇਹ ਪੁੱਛ ਰਹੇ ਨੇ ਕਿ ਸਿੱਖ ਰਹਿਤ ਮਰਿਆਦਾ ਦਾ ਕਦੋਂ ਬਣੀ ਹੈ? ਕੀ ਇਸ ਵਿੱਚ ਲੋੜ ਅਨੁਸਾਰ ਤਬਦੀਲੀ ਕੀਤੀ ਜਾ ਸਕਦੀ ਹੈ? ਸਿੱਖ ਰਹਿਤ ਮਰਿਆਦਾ ਤਕਰੀਬਨ 1932 ਤੋਂ ਲੈ ਕੇ 1945 ਤੱਕ 13-14 ਸਾਲ ਲਾ ਕੇ ਬਣਾਈ ਗਈ ਹੈ। ਦੁਖਦਾਈ ਪਹਿਲੂ ਇਹ ਹੈ, ਛੋਟਾ ਜਿਹਾ ਟਰੈਕਟ 30 ਪੰਨਿਆਂ ਦਾ, ਇਹਨੂੰ ਬਣਾਉਣ 'ਤੇ ਵੀ ਸਿੱਖਾਂ ਦੇ ਵਿਦਵਾਨਾਂ ਨੇ ਤਕਰੀਬਨ 14 ਸਾਲ ਲਾ ਦਿੱਤੇ। 30 ਪੰਨਿਆਂ ਦਾ ਟਰੈਕਟ ਲਿਖਣ 'ਤੇ 14 ਸਾਲ ਲਾ ਦਿੱਤੇ। ਅਸੀਂ ਕੀ ਆਸ ਕਰੀਏ ਕਿ ਇਹ ਸਾਡੇ ਭਰਾ ਏਡੀਆਂ ਵੱਡੀਆਂ ਜਥੇਬੰਦੀਆਂ ਗੁਰੂ ਗ੍ਰੰਥ ਸਾਹਿਬ ਦੇ ਸਾਰਿਆਂ ਨੂੰ ਪ੍ਰਵਾਨ, ਜਾਂ ਇਹ ਕਹਿ ਲਈਏ ਸਾਨੂੰ ਅੱਜ ਠੀਕ ਢੰਗ ਨਾਲ ਅਗਵਾਈ ਦੇਣ ਵਾਲੇ, ਵਿਗਿਆਨਕ ਆਧਾਰ 'ਤੇ ਵਹਿਮਾਂ ਭਰਮਾਂ ਤੋਂ ਕੱਢਣ ਵਾਲੇ, ਜ਼ਿੰਦਗੀ ਨੂੰ ਸੁਧਾਰਨ ਵਾਲੇ ਗੁਰਬਾਣੀ ਦੇ ਅਰਥ ਕਿੱਥੋਂ ਕਰਨਗੇ, ਜਦੋਂ ਕਿ 30 ਪੰਨਿਆਂ ਦੀ ਪੁਸਤਕ ਸਿੱਖ ਰਹਿਤ ਮਰਿਆਦਾ ਤਿਆਰ ਕਰਨ ਵਾਸਤੇ ਵੀ ਲਗਭਗ 14 ਸਾਲ ਤਾਂ ਪਹਿਲਾਂ ਲਾ ਦਿੱਤੇ। ਪਰ ਅਜੇ ਵੀ ਟਕਸਾਲ ਵਾਲੇ ਇਸ ਰਹਿਤ ਮਰਿਆਦਾ ਨੂੰ ਖਰੜਾ ਕਹਿ ਰਹੇ ਨੇ। ਕਹਿੰਦੇ ਇਹ ਰਹਿਤ ਮਰਿਆਦਾ ਥੋੜ੍ਹਾ, ਇਹ ਤਾਂ ਖਰੜਾ ਹੈ, ਅਤੇ ਉਹਨੂੰ ਮੰਨਣ ਤੋਂ ਇਨਕਾਰੀ ਨੇ। ਰਣਧੀਰ ਸਿੰਘ ਦੇ ਜਥੇ ਵਾਲੇ ਮੰਨਣ ਤੋਂ ਇਨਕਾਰੀ ਨੇ। ਇਸੇ ਤਰ੍ਹਾਂ ਡੇਰਿਆਂ ਟਕਸਾਲਾਂ ਤੋਂ ਇਲਾਵਾ ਨਾਨਕਸਰੀਏ, ਨਿਹੰਗ ਸਿੰਘ ਜਥੇਬੰਦੀਆਂ ਅਤੇ ਆਖੇ ਜਾਂਦੇ ਤਖਤ ਜਿਵੇਂ ਪਟਨਾ ਸਾਹਿਬ, ਹਜ਼ੂਰ ਸਾਹਿਬ ਆਦਿਕ ਇਸ ਰਹਿਤ ਮਰਿਆਦਾ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਚੁੱਕੇ ਹੋਏ ਨੇ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਹੀ ਗੁਰਦੁਆਰਿਆਂ ਦੇ ਵਿੱਚ ਬੇਅੰਤ ਕੰਮ ਇਸ ਰਹਿਤ ਮਰਿਆਦਾ ਤੋਂ ਉਲਟ ਅੱਜ ਤੱਕ ਹੋ ਰਹੇ ਨੇ। ਹਾਲਾਂਕਿ 45 ਤੋਂ ਲੈ ਕੇ ਅੱਜ ਤੱਕ 70-75 ਸਾਲ ਦਾ ਸਮਾਂ ਹੋ ਚੁੱਕਿਆ ਹੋਇਆ, ਪਰ ਅਜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਰਹਿਤ ਮਰਿਆਦਾ ਨੂੰ ਲਾਗੂ ਨਹੀਂ ਕਰਵਾ ਸਕੀ। ਹੋਰ ਤਾਂ ਹੋਰ ਦਰਬਾਰ ਸਾਹਿਬ ਦੇ ਵਿੱਚ ਇਹ ਰਹਿਤ ਮਰਿਆਦਾ ਲਾਗੂ ਨਹੀਂ ਹੈ। ਅਕਾਲ ਤਖਤ 'ਤੇ ਮਰਿਆਦਾ ਹੋਰ ਹੈ, ਦਰਬਾਰ ਸਾਹਿਬ 'ਚ ਮਰਿਆਦਾ ਹੋਰ ਹੈ, ਅਤੇ ਆਪੋ ਆਪਣੇ ਡੇਰਿਆਂ 'ਚ, ਗੁਰਦੁਆਰਿਆਂ 'ਚ ਹਰ ਇੱਕ ਦੀ ਮਰਿਆਦਾ ਆਪੋ ਆਪਣੀ ਹੈ। ਅਤੇ ਇਹ ਬਹੁਤ ਕੁਝ ਅਜਿਹਾ ਵਾਪਰ ਚੁੱਕਿਆ ਜਿਹੜਾ ਕਿ ਸਾਡੇ ਲੀਡਰਾਂ ਨੂੰ ਸੰਭਾਲਣ ਦੀ ਲੋੜ ਸੀ। ਸਿੱਖਾਂ ਨੂੰ ਏਕਤਾ ਦੇ ਸੂਤਰ ਵਿੱਚ ਪਰੋ ਕੇ ਰੱਖਣ ਦੀ ਜ਼ਰੂਰਤ ਸੀ, ਪਰ ਵਿਦਵਤਾ ਵਾਲਾ, ਗਿਆਨ ਵਾਲਾ, ਲੰਮੀ ਪਲਾਨਿੰਗ ਬਣਾ ਕੇ ਕਾਰਜ ਕਰਨ ਵਾਲਾ ਕੋਈ ਵੀ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰ ਸਕੀ। ਇਸੇ ਕਰਕੇ ਸਿੱਖ ਲਗਭਗ ਖੇਰੂ ਹੋ ਚੁੱਕੇ ਹੋਏ ਨੇ। ਜਿਹਨੂੰ ਪੰਥ ਕਹਿੰਦੇ ਨੇ, ਜਿਹਨੂੰ ਕੌਮ ਕਹਿੰਦੇ ਨੇ, ਪਤਾ ਨਹੀਂ ਉਹ ਕੌਮ ਕਿੱਥੇ ਬੈਠੀ ਹੈ, ਉਹ ਪੰਥ ਕਿੱਥੇ ਰਹਿੰਦਾ ਹੈ। ਹਾਂ, ਡੀਂਗਾਂ ਸਾਰੇ ਸਟੇਜਾਂ 'ਤੇ ਮਾਰਦੇ ਨੇ, ਲਿਖਤਾਂ ਦੇ ਵਿੱਚ ਸਾਰੇ ਇਹੋ ਕੁਝ ਆਖੀ ਜਾਂਦੇ ਨੇ ਕਿ ਇਹ ਪੰਥ ਦੀ ਗੱਲ ਹੈ, ਇਹ ਕੌਮ ਦੀ ਗੱਲ ਹੈ, ਸਿੱਖ ਕੌਮ ਅਲੱਗ ਕੌਮ ਹੈ। ਉਹ ਭਾਈ ਪਹਿਲਾਂ ਹੀ ਕਿੰਨੇ ਟੁਕੜੇ ਹੋ ਚੁੱਕੇ ਨੇ, ਸੋਚ ਤਾਂ ਲਓ। ਪੰਥ ਦੀ ਗੱਲ ਕਰਦੇ ਹੋ, ਕਿਹੜੇ ਪੰਥ ਦੀ ਗੱਲ ਕਰਦੇ ਹੋ? ਹਰ ਇੱਕ ਆਪੋ ਆਪਣਾ ਪੰਥ ਬਣਾਈ ਫਿਰਦਾ, ਆਪੋ ਆਪਣੀ ਮਰਿਆਦਾ ਬਣਾਈ ਫਿਰਦਾ, ਆਪੋ ਆਪਣੀ ਡਫਲੀ ਅਲੱਗ-ਅਲੱਗ ਬਣਾਈ ਫਿਰਦਾ। 1945 ਤੋਂ ਲੈ ਕੇ ਅੱਜ ਤੱਕ ਇਹ ਰਹਿਤ ਮਰਿਆਦਾ ਹੀ ਲਾਗੂ ਨਹੀਂ ਹੋ ਸਕੀ। ਅਤੇ ਉਂਝ ਅਕਾਲ ਤਖਤ ਮਹਾਨ ਦੀਆਂ ਡੀਂਗਾਂ ਸਾਰੇ ਮਾਰਦੇ ਨੇ, ਪਰ ਅਕਾਲ ਤਖਤ ਤੋਂ ਪ੍ਰਵਾਨਿਤ ਰਹਿਤ ਮਰਿਆਦਾ ਜਿਵੇਂ ਸ਼੍ਰੋਮਣੀ ਕਮੇਟੀ ਕਹਿੰਦੀ ਹੈ, ਅੱਜ ਤੱਕ ਬੇਅੰਤ ਡੇਰਿਆਂ ਨੇ, ਜਥੇਬੰਦੀਆਂ ਨੇ ਇਹਨੂੰ ਪ੍ਰਵਾਨ ਨਹੀਂ ਕੀਤਾ। ਅਤੇ ਅਕਾਲ ਤਖਤ ਦੀ ਜਿਹੜੀ ਸਤਿਕਾਰ ਹੈ, ਅਕਾਲ ਤਖਤ ਦੀ ਜਿਹੜੀ ਹੈਸੀਅਤ ਹੈ, ਉਹ ਬਰਕਰਾਰ ਫਿਰ ਜਿਵੇਂ ਇਹ ਦੱਸ ਰਹੇ ਨੇ ਉਹ ਕਿੱਥੇ ਹੈ। ਉਹਦੀ ਮਰਿਆਦਾ
ਜਿਹਦੇ ਤੇ ਲਾਗੂ ਕਰਵਾਓਗੇ। ਇਹ ਤਾਂ ਅਕਾਲ ਤਖਤ ਦੇ ਜਥੇਦਾਰ ਬਹੁਤ ਵਾਰੀ ਆਪ ਵੀ ਇਹਦੇ ਤੋਂ ਇਨਕਾਰੀ ਹੋ ਜਾਂਦੇ ਨੇ, ਇਹਦੇ ਅਨੁਸਾਰ ਕੰਮ ਨਹੀਂ ਕਰਦੇ ਤੇ ਬਹੁਤ ਸਾਰੇ ਕੰਮ ਇਹੋ ਜਿਹੇ ਕਰ ਜਾਂਦੇ ਨੇ ਜਿਹੜੇ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਂਦੇ ਨੇ। ਗੁਰੂ ਪਿਆਰ ਵਾਲਿਓ, ਰਹਿਤ ਮਰਿਆਦਾ ਇਹਨਾਂ ਨੇ ਅਗਲਾ ਸਵਾਲ ਕੀਤਾ ਕਿ ਇਸ ਵਿੱਚ ਲੋੜ ਅਨੁਸਾਰ ਤਬਦੀਲੀ ਹੋ ਸਕਦੀ ਹੈ। ਬਿਲਕੁਲ ਹੋ ਸਕਦੀ ਹੈ। 70-75 ਸਾਲ ਤੱਕ ਕੋਈ ਤਬਦੀਲੀ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਤਾਂ ਲਾਗੂ ਹੀ ਨਹੀਂ ਹੋ ਸਕੀ। ਜਿਵੇਂ ਭਾਰਤ ਦਾ ਸੰਵਿਧਾਨ ਹੈ, ਬਹੁਤਾ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਅਤੇ ਅੱਜ ਤੱਕ ਉਹਦੇ ਵਿੱਚ ਤਬਦੀਲੀਆਂ ਆਪਣੀ ਮਰਜ਼ੀ ਦੀਆਂ ਤਾਂ ਕਰ ਲਈਆਂ ਨੇ ਕਈ ਸਾਰੀਆਂ, ਪਰ ਉਹਨੂੰ ਲਾਗੂ ਅੱਜ ਤੱਕ ਠੀਕ ਢੰਗ ਨਾਲ ਨਹੀਂ ਕੀਤਾ ਜਾ ਸਕਿਆ। ਸਰਕਾਰੀ ਤਾਕਤ ਵਾਲੀ ਧਿਰ ਹੈ ਜਿਹੜੀ, ਉਹ ਵਿਰੋਧੀਆਂ ਨੂੰ ਕੁਚਲਣ ਵਾਸਤੇ ਕਈ ਨਿਯਮ ਲਾਗੂ ਕਰ ਲੈਂਦੀ ਹੈ, ਪਰ ਸਾਰੇ ਨਿਯਮ ਕਦੇ ਵੀ ਸਾਰੇ ਲੋਕਾਂ ਵਾਸਤੇ ਇਕਸਾਰਤਾ ਨਾਲ ਲਾਗੂ ਨਹੀਂ ਕਰਦੀ। ਜਿਵੇਂ ਭਾਰਤ ਦੇ ਸੰਵਿਧਾਨ 'ਚ ਅਤੇ ਦੁਨੀਆ ਦੇ ਹੋਰ ਕਾਨੂੰਨਾਂ ਦੇ ਵਿੱਚ ਸਮੇਂ-ਸਮੇਂ 'ਤੇ ਲੋੜ ਅਨੁਸਾਰ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ, ਇਸੇ ਤਰ੍ਹਾਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਤਬਦੀਲੀ ਕੀਤੀ ਜਾਣੀ ਜ਼ਰੂਰੀ ਹੈ। ਇਹ ਤਾਂ ਸਾਡੇ ਲੀਡਰਾਂ ਨੂੰ, ਜੇ ਸੱਚਮੁੱਚ ਉਹ ਸਾਨੂੰ ਅਗਵਾਈ ਦੇਣ ਦੇ ਯੋਗ ਨੇ, ਤਾਂ ਉਹਨਾਂ ਨੂੰ ਇਹਨਾਂ ਵਿਸ਼ਿਆਂ 'ਤੇ ਡੂੰਘਾਈ ਨਾਲ ਵਿਚਾਰ ਕਰਨਾ ਬਣਦਾ ਹੈ। ਬਹੁਤ ਸਾਰੀਆਂ ਚੀਜ਼ਾਂ ਰਹਿਤ ਮਰਿਆਦਾ 'ਚ ਇਹੋ ਜਿਹੀਆਂ ਨੇ ਜਿਹੜੀਆਂ ਦੀ ਅੱਜ ਲੋੜ ਨਹੀਂ ਹੈ। ਸਮੇਂ ਅਨੁਸਾਰ ਤਬਦੀਲੀ ਕਰਨੀ ਜ਼ਰੂਰੀ ਹੈ ਅਤੇ ਜੇ ਇਹਨਾਂ ਨੂੰ ਤਬਦੀਲ ਨਹੀਂ ਕਰੋਗੇ ਤਾਂ ਤੁਸੀਂ ਪਛੜ ਜਾਓਗੇ। ਸਿੱਖ ਪਹਿਲਾਂ ਹੀ ਆਪਣੀਆਂ ਮਨਮਾਨੀਆਂ ਕਰ ਰਹੇ ਨੇ ਅਤੇ ਹੋਰ ਮਨਮਾਨੀਆਂ ਹੋਣਗੀਆਂ। ਇਹ ਰਹਿਤ ਮਰਿਆਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਮੱਥੇ ਟੇਕਣ ਯੋਗਾ ਬਣਾ ਦਿੱਤਾ ਹੈ, ਉਹਦੇ ਅੰਦਰ ਕੀ ਲਿਖਿਆ ਹੋਇਆ ਹੈ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਸੇ ਤਰ੍ਹਾਂ ਰਹਿਤ ਮਰਿਆਦਾ ਦੀ ਹਾਲਤ ਵੀ ਇਹੋ ਹੀ ਹੋ ਚੁੱਕੀ ਹੋਈ ਹੈ ਅਤੇ ਇਹਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਹੈ। ਜੇ ਕਿਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਚੋਟੀ ਦੇ ਵਿਦਵਾਨਾਂ ਨੂੰ ਗੁਰਬਾਣੀ ਦੇ ਅਨੁਸਾਰ ਜਿਹੜੇ ਜਾਣਨ ਵਾਲੇ ਨੇ, ਜੀਵਨ ਜਿਉਣ ਵਾਲੇ ਨੇ, ਉਹਨਾਂ ਨੂੰ ਇਹ ਸੇਵਾ ਦੇ ਕੇ ਸਿੱਖ ਰਹਿਤ ਮਰਿਆਦਾ ਤਬਦੀਲੀਆਂ ਕਰਕੇ ਨਵੇਂ ਸਿਰੋਂ ਛਪਵਾ ਕੇ ਪੰਥ ਦੇ ਵਿੱਚ ਵੱਧ ਤੋਂ ਵੱਧ ਬਣਨੀ ਚਾਹੀਦੀ ਹੈ, ਪ੍ਰਚਾਰ ਕਰਨਾ ਚਾਹੀਦਾ ਹੈ। ਅਤੇ ਜਿਹੜਾ ਕੋਈ ਨਹੀਂ ਮੰਨਦਾ ਉਹਨੂੰ ਕੋਲੇ ਜਾ ਕੇ ਨਿਮਰਤਾ ਸਹਿਤ ਬੇਨਤੀ ਕਰਨੀ ਬਣਦੀ ਹੈ ਕਿ ਭਾਈ ਪੰਥ ਦਾ ਭਲਾ ਇਹਦੇ ਵਿੱਚ ਹੈ ਕਿ ਆਪਾਂ ਇਸ ਤੇ ਅਨੁਸਾਰ ਸਾਰੇ ਕਾਰਜ ਕਰਿਆ ਕਰੀਏ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਥੇਬੰਦੀਆਂ ਨੇ ਇਸ ਪਾਸੇ ਕਦੀ ਧਿਆਨ ਹੀ ਨਹੀਂ ਦਿੱਤਾ। ਸਮਾਂ ਬੀਤਦਾ ਜਾ ਰਿਹਾ ਹੈ, ਸਿੱਖ ਆਪੋ ਧਾਪੀਆਂ 'ਚ ਪੈ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੇਂਦਰੀ ਜਥੇਬੰਦੀ ਸਾਡੀ ਬਹੁਤ ਕਮਜ਼ੋਰ ਹੋ ਚੁੱਕੀ ਹੈ। ਸੋ ਰਹਿਤ ਮਰਿਆਦਾ ਦੇ ਵਿੱਚ ਤਬਦੀਲੀਆਂ ਲੋੜ ਦੇ ਅਨੁਸਾਰ ਕਰਨੀਆਂ ਬਹੁਤ ਜ਼ਰੂਰੀ ਨੇ। ਸਵਾਲ ਨੰਬਰ 192 ਭਾਈ ਸੁਰਿੰਦਰ ਸਿੰਘ ਅੰਮ੍ਰਿਤਸਰ, ਇਹਨਾਂ ਦਾ ਸਵਾਲ ਹੈ ਕਿ ਬਾਬਾ ਫਰੀਦ ਜੀ ਦੇ ਸਲੋਕਾਂ ਵਿੱਚ ਇੱਕ ਸਲੋਕ ਹੈ ਪੰਨਾ ਨੰਬਰ 1382 ਦੇ ਉੱਤੇ, ਕਾਗਾਂ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਪਿਰ ਦੇਖਣ ਕੀ ਆਸ। ਇਹਨਾਂ ਨੇ ਸਵਾਲ ਕੀਤਾ ਕਿ ਇਹ ਜਿਹੜਾ ਸਲੋਕ ਹੈ ਕੀ ਇਸ ਤਰ੍ਹਾਂ ਵਾਜਬ ਹੈ, ਜਾਇਜ਼ ਹੈ ਕਿ ਇਹ ਜਿਹੜਾ ਬਾਬਾ ਫਰੀਦ ਜੀ ਦਾ ਕੀ ਇਸ ਤਰ੍ਹਾਂ ਕਾਵਾਂ ਨੇ ਮਾਸ ਖਾਧਾ ਸੀ। ਗੁਰੂ ਪਿਆਰ ਵਾਲਿਓ, ਮੈਂ ਹੈਰਾਨ ਰਹਿ ਗਿਆ, ਬਹੁਤ ਦੁੱਖ ਵੀ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਆਪਣਾ ਮਿਊਜ਼ੀਅਮ ਬਣਾਇਆ ਹੋਇਆ ਅੰਮ੍ਰਿਤਸਰ, ਉਹਦੇ ਵਿੱਚ ਬਾਬਾ ਫਰੀਦ ਜੀ ਦੀ ਇੱਕ ਫੋਟੋ ਵੀ ਲੱਗੀ ਹੋਈ ਹੈ। ਉਸ ਫੋਟੋ ਦੇ ਵਿੱਚ ਬਾਬਾ ਫਰੀਦ ਜੀ ਬਹੁਤ ਕਮਜ਼ੋਰ ਸਰੀਰ ਦੇ ਬਜ਼ੁਰਗ ਹੋ ਚੁੱਕੇ ਨੇ ਅਤੇ ਕਾਂ ਉਹਨਾਂ ਦੇ ਮਾਸ ਨੂੰ ਚੂੰਡ ਰਹੇ ਨੇ ਅਤੇ ਥੱਲੇ ਇਹ ਸਲੋਕ ਲਿਖਿਆ ਹੋਇਆ, ਕਾਗਾਂ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਪਿਰ ਦੇਖਣ ਕੀ ਆਸ। ਅਤੇ ਬਾਬਾ ਫਰੀਦ ਜੀ ਆਪਣੀਆਂ ਅੱਖਾਂ ਵੱਲ ਉਂਗਲਾਂ ਕਰਕੇ ਕਾਂ ਨੂੰ ਸਮਝਾ ਰਹੇ ਨੇ ਕਿ ਭਾਈ ਮੇਰੀਆਂ ਅੱਖਾਂ ਨਾ ਖਾਈ, ਬੇਸ਼ੱਕ ਹੋਰ ਤਾਂ ਸਾਰਾ ਮਾਸ ਖਾ ਲੈ। ਕਿੰਨਾ ਦੁਖਦਾਈ ਪਹਿਲੂ ਹੈ। ਇੱਕ ਜ਼ਿੰਮੇਵਾਰ ਜਥੇਬੰਦੀ ਬਿਨਾਂ ਅਰਥਾਂ ਨੂੰ ਸਮਝ ਕੇ ਕਿਸੇ ਚਿੱਤਰਕਾਰ ਦੀ ਬਣਾਈ ਫੋਟੋ ਆਪਣੇ ਮਿਊਜ਼ੀਅਮ ਦੇ ਵਿੱਚ ਲਾ ਦੇਵੇ ਅਤੇ ਲੋਕਾਂ ਨੂੰ ਕੀ ਸੰਦੇਸ਼ ਜਾਵੇਗਾ। ਕੀ ਬਾਬਾ ਫਰੀਦ ਜੀ ਇੱਕ ਆਮ ਇਨਸਾਨ ਸਨ ਜਿਨ੍ਹਾਂ ਦੇ ਮਾਸ ਨੂੰ ਕਾਵਾਂ ਨੇ ਖਾ ਲਿਆ? ਉਹਨਾਂ ਦੇ ਘਰ ਦਾ ਕੋਈ ਮੈਂਬਰ ਉਹਨਾਂ ਦੀ ਸੰਭਾਲ ਕਰਨ ਵਾਲਾ ਨਹੀਂ ਸੀ? ਕੀ ਬਾਬਾ ਫਰੀਦ ਜੀ ਨੂੰ ਸਾਰੀ ਉਮਰ ਰੱਬ ਬਾਰੇ ਪਤਾ ਹੀ ਨਹੀਂ ਲੱਗਿਆ? ਉਹਨਾਂ ਨੇ ਕਾਂ ਨੂੰ ਆਖਿਆ ਕਿ ਇਹਨਾਂ ਅੱਖਾਂ ਦੇ ਨਾਲ ਰੱਬ ਨੂੰ ਮੈਂ ਵੇਖਣਾ ਹੈ, ਜਦੋਂ ਕਿ ਰੱਬ ਵੇਖਣ ਵਾਲੀ ਚੀਜ਼ ਹੈ ਹੀ ਨਹੀਂ, ਉਹ ਤਾਂ ਸਰੀਰ ਤੋਂ ਰਹਿਤ ਹੈ। ਪਰ ਇਹ ਸਾਰਾ ਕੁਝ ਪ੍ਰਚਲਿਤ ਕਰ ਦਿੱਤਾ ਗਿਆ। ਇੱਥੇ ਤਾਂ
ਕਿੰਨਾ ਕੁਝ ਹੈ ਜਿਹੜਾ ਕਿ ਤੁਹਾਡੇ ਸਾਹਮਣੇ ਰੱਖਿਆ ਜਾ ਸਕਦਾ ਹੈ। ਇਦੋਂ ਦੁਬਾਰਾ ਇੱਕ ਹੋਰ ਅਗਲਾ ਸ਼ਲੋਕ ਪੜ੍ਹ ਲਈਏ ਆਪਾਂ। ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ। ਹੇ ਕਾਂ ਤੂੰ ਮੇਰੇ ਪਿੰਜਰੇ ਇਹ ਸਰੀਰ ਨੂੰ ਨਾ ਚੂੰਡ, ਤੂੰ ਉੱਡ ਜਾ ਇੱਥੋਂ। ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ। ਜਿਤ ਪਿੰਜਰਾ ਮੇਰਾ ਸਹੁ ਬਸੈ ਮਾਸ ਨਾ ਤਿੱਦੂ ਖਾਹੇ। ਕਹਿੰਦੇ ਨੇ ਬਾਬਾ ਫਰੀਦ ਜੀ, ਉਹ ਭਾਈ ਕਾਂ ਇਸ ਮੇਰੇ ਸਰੀਰ ਦੇ ਵਿੱਚ ਮੇਰਾ ਰੱਬ ਵਸਦਾ ਹੈ, ਇਹਦਾ ਮਾਸ ਤੂੰ ਨਾ ਖਾ ਭਾਈ, ਚਲਾ ਜਾ। ਹੁਣ ਇੱਥੇ ਹੋਰ ਵੀ ਬਹੁਤ ਸਾਰੇ ਸ਼ਲੋਕ ਨੇ ਕਬੀਰ ਜੀ ਦਾ ਜਾਂ ਫਰੀਦ ਜੀ ਦੇ, ਉਹਨਾਂ ਦੇ ਬਹੁਤ ਗਲਤ ਅਰਥ ਕਰਕੇ ਸੰਗਤਾਂ ਨੂੰ ਕੁਰਾਹੇ ਪਾਇਆ ਗਿਆ ਹੈ। ਜਿਵੇਂ ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਇਸ ਸ਼ਬਦ ਨੂੰ ਲੈ ਕੇ ਲੱਕੜ ਦੀ ਰੋਟੀ ਬਣਵਾ ਕੇ ਬਾਬਾ ਫਰੀਦ ਜੀ ਦੇ ਢਿੱਡ ਨਾਲ ਬਣਵਾ ਦਿੱਤੀ ਹੈ ਸਾਖੀਕਾਰਾਂ ਨੇ, ਜਦੋਂ ਕਿ ਇਹਦਾ ਕੋਈ ਮਤਲਬ ਨਹੀਂ ਇਹਨਾਂ ਗੱਲਾਂ ਦੇ ਨਾਲ। ਤੇ 12 ਸਾਲ ਤੱਕ ਬਾਬਾ ਫਰੀਦ ਜੀ ਢਿੱਡ ਨਾਲ ਰੋਟੀ ਬੰਨ੍ਹ ਕੇ ਰੱਖੀ ਹੋਈ ਸੀ, ਤੇ ਉਹਨੂੰ ਜਦੋਂ ਭੁੱਖ ਲੱਗਦੀ ਸੀ ਰੋਟੀ ਨੂੰ ਦੰਦੀਆਂ ਵੱਢਦੇ ਸੀ, ਤੇ ਕਈਆਂ ਥਾਵਾਂ ਤੇ ਦੰਦੀਆਂ ਵੱਢੀਆਂ ਵਾਲੀਆਂ ਰੋਟੀਆਂ ਵੀ ਰੱਖੀਆਂ ਹੋਈਆਂ ਨੇ, ਲੱਕੜ ਦੀਆਂ ਬਣੀਆਂ ਹੋਈਆਂ। ਫਰੀਦਕੋਟ ਜਿੱਥੇ ਬਾਬਾ ਫਰੀਦ ਜੀ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੋਇਆ, ਉੱਥੇ ਇਹ ਰੋਟੀ ਦਾਸ ਆਪ ਵੇਖਿਆ ਹੈ, ਤੇ ਉਹ ਵਿਖਾਉਂਦੇ ਨੇ ਕਿ ਆਹ ਦੇਖੋ ਜੀ, ਆਹ ਰੋਟੀ ਬਾਬਾ ਫਰੀਦ ਜੀ ਦੰਦੀਆਂ ਵੱਢਦੇ ਸੀ, ਇਹਦੇ ਕੁਝ ਨਾ ਕੁਝ ਦੰਦਾਂ ਦੇ ਨਿਸ਼ਾਨ ਵੀ ਪਏ ਨੇ। ਤੇ ਬਾਬਾ ਫਰੀਦ ਜੀ ਨੇ 12 ਸਾਲ ਰੋਟੀ ਹੀ ਨਹੀਂ ਖਾਧੀ, ਜਦੋਂ ਕਿ ਪ੍ਰੋਫੈਸਰ ਸਾਹਿਬ ਸਿੰਘ ਨੇ ਇਸ ਦਾ ਅਰਥ ਕਾਠ ਨਹੀਂ ਹੈ ਬਲਕਿ ਘਾਟ ਹੈ, ਘੱਗੇ ਨਾਲ ਹੈ। ਘਾਟ ਦਾ ਮਤਲਬ ਹੈ ਜੌਆਂ ਦੀ ਰੋਟੀ, ਸਿੱਧੀ ਸਾਦੀ ਰੋਟੀ, ਰੁੱਖੀ ਮਿੱਸੀ ਰੋਟੀ। ਜਿਵੇਂ ਕਿ ਬਾਬਾ ਫਰੀਦ ਜੀ ਇੱਕ ਥਾਂ ਤੇ ਕਹਿੰਦੇ ਨੇ, ਫਰੀਦਾ ਰੁੱਖੀ ਸੁੱਖੀ ਖਾਈ ਕਹਿ, ਠੰਡਾ ਪਾਣੀ ਪੀਓ, ਜਿਨ੍ਹਾਂ ਖਾਧੀ ਚੋਪੜੀ ਨਾ ਤਰਸਾਏ ਜੀਓ, ਦੇਖ ਪਰਾਈ ਚੋਪੜੀ ਨਾ ਲਚਾਏ ਜੀਓ। ਇਹ ਕਿ ਭਾਈ ਹਰਾਮ ਦੀ ਕਮਾਈ ਦੇ ਨਾਲ ਰੋਟੀ ਨੂੰ ਸਵਾਦਲੀ ਬਣਾਉਣ ਦਾ ਯਤਨ ਨਾ ਕਰੋ। ਹੱਕ ਦੀ ਕਮਾਈ ਭਾਵੇਂ ਰੁੱਖੀ ਸੁੱਖੀ ਹੋਵੇ, ਉਹਦੇ ਨਾਲ ਸਬਰ ਕਰੋ, ਗੁਜ਼ਾਰਾ ਕਰੋ। ਗੁਰੂ ਪਿਆਰ ਵਾਲਿਓ, ਬਾਬਾ ਫਰੀਦ ਜੀ ਨੂੰ ਤਾਂ 12 ਸਾਲ ਜੰਗਲਾਂ 'ਚ ਵੀ ਘੁਮਾ ਦਿੱਤਾ ਸਾਖੀਕਾਰਾਂ ਨੇ, 12 ਸਾਲ ਖੂਹ ਦੇ ਵਿੱਚ ਵੀ ਲਟਕਾ ਦਿੱਤਾ ਸਾਖੀਕਾਰਾਂ ਨੇ। ਜਦੋਂ ਕਿ ਬਾਬਾ ਫਰੀਦ ਜੀ ਇੱਕ ਸ਼ਲੋਕ ਦੇ ਵਿੱਚ ਇਹ ਵੀ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵੈਂ, ਬਣ ਕੰਡਾ ਮੋੜੇ, ਵੱਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੈ। ਇਹ ਸਾਰਾ ਕੁਛ ਜੋ ਬਾਣੀ ਦਾ ਕੇਂਦਰੀ ਭਾਵ ਹੈ ਕਿ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਹਾਂ ਅਸੀਂ, ਤੇ ਜਿਹੜਾ ਕਿ ਸਾਰੀ ਕਾਇਨਾਤ ਦੇ ਵਿੱਚ ਵਸਦਾ ਹੈ, ਹਰ ਇਨਸਾਨ ਦੇ ਵਿੱਚ ਵਸਦਾ ਹੈ। ਕੀ ਬਾਬਾ ਫਰੀਦ ਜੀ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ? ਕੀ ਬਾਬਾ ਫਰੀਦ ਜੀ ਇਸ ਤਰ੍ਹਾਂ ਲਾਵਾਰਸ ਬਾਹਰ ਸੁੱਟ ਦਿੱਤੇ ਗਏ ਸਨ, ਜਿੱਥੇ ਕਾਂ ਉਹਨਾਂ ਦੇ ਸਰੀਰ ਨੂੰ ਚੂੰਡਦੇ ਸਨ, ਤੇ ਇਸ ਤਰ੍ਹਾਂ ਉਹ ਬੜੀ ਮੁਸੀਬਤ ਭਰੀ ਔਖੀ ਹਾਲਤ ਦੇ ਵਿੱਚ ਪ੍ਰਾਣ ਤਿਆਗਦੇ ਨੇ? ਇਹ ਸਾਰੀਆਂ ਮਨਘੜਤ ਝੂਠੀਆਂ ਮੂਰਖਾਂ ਦੀਆਂ ਤਿਆਰ ਕੀਤੀਆਂ ਕਹਾਣੀਆਂ ਨੇ। ਸਾਡੇ ਮਹਾਂਪੁਰਖਾਂ ਨੂੰ ਅਪਮਾਨਿਤ ਕਰਨ ਵਾਲੇ ਜਿਹੜੇ ਲੋਕ ਨੇ, ਉਹਨਾਂ ਦੇ ਤਿਆਰ ਕੀਤੇ ਇਹ ਮਿਰਚ ਮਸਾਲੇ ਨੇ, ਤੇ ਸਾਡੇ ਅਣਜਾਣ ਸਿੱਖ, ਅਣਜਾਣ ਕਥਾਵਾਚਕ ਸਟੇਜਾਂ ਤੇ ਇਹਨਾਂ ਨੂੰ ਸੁਣਾਉਂਦੇ ਨੇ। ਉਹ ਤਾਂ ਹੈ ਹੀ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਜਿਹੜੀ ਜ਼ਿੰਮੇਵਾਰ ਸੰਸਥਾ ਹੈ, ਉਹ ਵੀ ਆਪਣੇ ਮਿਊਜ਼ੀਅਮ ਦੇ ਵਿੱਚ ਫੋਟੋ ਬਣੀ ਹੋਈ ਕਿਤੋਂ ਲੈ ਕੇ ਕਿ ਕਾਗਾ ਕਰੰਗ ਢੰਡੋਲਿਆ, ਇਹ ਉੱਥੇ ਲਾ ਚੁੱਕੀ ਹੋਈ ਹੈ। ਗੁਰੂ ਪਿਆਰ ਵਾਲਿਓ, ਇਹਨਾਂ ਸਾਰੇ ਸ਼ਬਦਾਂ ਨੂੰ ਜਦੋਂ ਅੱਗੇ ਤੋਂ ਅੱਗੇ ਪੜ੍ਹਦੇ ਜਾਵਾਂਗੇ, ਇਹ ਸਾਨੂੰ ਚੰਗੀ ਸਿੱਖਿਆ ਦੇਣ ਵਾਲਾ ਬਹੁਤ ਕੁਝ ਇਹਨਾਂ ਦੇ ਵਿੱਚ ਮੌਜੂਦ ਹੈ, ਪਰ ਸਾਨੂੰ ਇਹੋ ਜਿਹੀ ਮੱਤ ਨਹੀਂ ਦਿੱਤੀ ਜਾਂਦੀ। ਆਪ ਵੀ ਤੁਸੀਂ ਭੈਣ ਭਰਾ ਖੇਚਲ ਕਰੋ। ਜਦੋਂ ਕਿਤੇ ਇੱਕ ਸ਼ਬਦ ਅਜੀਬ ਕਿਸਮ ਦਾ ਤੁਹਾਨੂੰ ਮਹਿਸੂਸ ਹੋਵੇ, ਤਾਂ ਉਹ ਪੰਨਾ ਲੱਭ ਕੇ ਗੁਰਬਾਣੀ ਦਾ ਪੋਥੀ ਦੇ ਵਿੱਚੋਂ ਆਪ ਸੈਂਟਰਲ ਆਈਡੀਆ ਲੱਭੋ, ਸਾਰਾ ਸ਼ਬਦ ਪੜ੍ਹੋ, ਅੱਗੇ ਪਿੱਛੇ ਵਾਲੇ ਸ਼ਲੋਕ ਪੜ੍ਹੋ, ਤੇ ਫਿਰ ਇੱਕ 'ਤੇ ਮੁੜ ਕੇ ਆ ਜਾਓ ਕਿ ਅਸੀਂ ਤਾਂ ਇੱਕ ਦੇ ਮੰਨਣ ਵਾਲੇ ਹਾਂ, ਜਿਹੜਾ ਇੱਕੋ ਹੈ, ਜਿਹੜਾ ਕਿ ਸ਼ੁਰੂ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਲਿਖ ਦਿੱਤਾ ਹੈ, ਤੇ ਜਿਹੜਾ 567 ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤਿਆ ਗਿਆ, ਇੱਕੋ ਬਾਰ-ਬਾਰ ਆਖਿਆ। ਤੇ ਉਸ ਗੱਲ ਨੂੰ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਟਿਕਾ ਲਈਏ, ਵਸਾ ਲਈਏ, ਤੇ ਫਿਰ ਚੰਗੇ ਇਨਸਾਨ ਕਿਵੇਂ ਬਣਨਾ ਹੈ, ਵਿਕਾਰਾਂ ਤੋਂ ਕਿਵੇਂ ਬਚਣਾ ਹੈ, ਪਰਉਪਕਾਰੀ ਕਿਵੇਂ ਬਣਨਾ ਹੈ, ਅਕਲਮੰਦ ਕਿਵੇਂ ਬਣਨਾ ਹੈ, ਇਹ ਸਾਰੇ ਕਾਰਜ ਆਪਾਂ ਸੋਚ ਕੇ ਸਮਝ ਕੇ ਆਪਣੀ ਜ਼ਿੰਦਗੀ 'ਚ ਉਤਾਰਨੇ ਨੇ। ਗੁਰਬਾਣੀ ਸਾਡਾ ਸਕੂਲ ਹੈ, ਸਾਡਾ
ਕਾਲਜ ਹੈ, ਸਾਡੀ ਯੂਨੀਵਰਸਿਟੀ ਹੈ। ਸਾਡੀ ਜ਼ਿੰਦਗੀ ਦਾ ਤੌਰ ਤਰੀਕਾ ਸਮਝਾਉਣ ਵਾਸਤੇ ਗੁਰਬਾਣੀ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ। ਇਹਦੇ ਜੇ ਇਹੋ ਜਿਹੇ ਲੋਕਾਂ ਦੇ ਕੀਤੇ ਅਰਥਾਂ ਨੂੰ ਆਪਾਂ ਮਨ 'ਚ ਵਸਾ ਲਵਾਂਗੇ ਤਾਂ ਫਿਰ ਕੋਈ ਵੀ ਅਗਵਾਈ ਸਾਨੂੰ ਨਹੀਂ ਮਿਲਣੀ। ਸਵਾਲ ਨੰਬਰ 193 ਭਾਈ ਵਜ਼ੀਰ ਸਿੰਘ ਸਹਿਣਾ ਤੋਂ। ਇਹਨਾਂ ਦਾ ਸਵਾਲ ਹੈ ਕਿ ਵਿਸ਼ਵਕਰਮਾ ਬਾਰੇ ਦੱਸੋ। ਵਿਸ਼ਵਕਰਮਾ ਐਕਚੁਅਲ ਕਾਲਪਨਿਕ ਪਾਤਰ ਹੈ। ਪੁਰਾਣਿਕ ਜਿਹੜੇ ਗ੍ਰੰਥ ਨੇ, ਪੁਰਾਣੀਆਂ ਕਿਤਾਬਾਂ ਨੇ, ਹਿੰਦੂ ਮਿਥਿਹਾਸ ਕੋਸ਼ ਹੈ, ਉਹਨਾਂ ਦੇ ਵਿੱਚ ਇਹਦਾ ਜ਼ਿਕਰ ਬੜੇ ਵਿਸਤਾਰ ਨਾਲ ਦਿੱਤਾ ਹੋਇਆ ਹੈ। ਅਤੇ ਇਹਨੇ ਕੀ ਕੀਤਾ ਅਤੇ ਕੀ ਨਹੀਂ ਕੀਤਾ ਉਹ ਪ੍ਰੈਕਟੀਕਲ ਤੌਰ 'ਤੇ ਤਾਂ ਕੁਝ ਵੀ ਨਹੀਂ ਹੈ, ਪਰ ਬਹੁਤ ਸਾਰੇ ਲੋਕ ਇਹਨੂੰ ਸ੍ਰਿਸ਼ਟੀ ਦਾ ਰਚੇਤਾ ਕਹਿ ਰਹੇ ਨੇ। ਸਵਾਲ ਪੈਦਾ ਹੁੰਦਾ ਹੈ ਕਿ ਸ੍ਰਿਸ਼ਟੀ ਦਾ ਵਿਸ਼ਵਕਰਮਾ, ਵਿਸ਼ਵ ਨੂੰ ਬਣਾਉਣ ਵਾਲਾ, ਅਤੇ ਉਹ ਕਿੱਥੇ ਰਹਿੰਦਾ ਹੈ, ਉਹਦਾ ਕੀ ਸਰੂਪ ਹੈ, ਉਹ ਕਦੋਂ ਹੋਇਆ ਸੀ, ਕਿਵੇਂ ਹੋਇਆ ਸੀ, ਉਹਨੂੰ ਮੰਨਣ ਵਾਲੇ ਲੋਕਾਂ ਦੀ ਜਿਹੜੀ ਮਾਨਤਾ ਕਿਹਨਾਂ ਕਾਰਨਾਂ ਕਰਕੇ ਇਹੋ ਜਿਹੀ ਬਣੀ ਹੈ, ਇਹਦਾ ਕੋਈ ਵੀ ਜਵਾਬ ਨਹੀਂ ਹੈ। ਇੱਥੇ ਆਪਾਂ ਇਹ ਵੀ ਦੱਸ ਦੇਣਾ ਜ਼ਰੂਰੀ ਹੈ, ਜਾਣ ਲੈਣਾ ਜ਼ਰੂਰੀ ਹੈ, ਜਿਹੜਾ ਸੂਰਜ ਆਕਾਸ਼ ਦੇ ਵਿੱਚ ਹੈ ਸਾਨੂੰ ਰੋਸ਼ਨੀ ਦਿੰਦਾ ਹੈ, ਸਾਨੂੰ ਗਰਮੈਸ਼ ਦਿੰਦਾ ਹੈ, ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਇਹ ਆਧਾਰ ਹੈ। ਇਸ ਸੂਰਜ ਦਾ ਵਿਸ਼ਵਕਰਮਾ ਸਹੁਰਾ ਸਾਹਿਬ ਸੀ ਪੁਰਾਣਿਕ ਕਿਤਾਬਾਂ ਦੇ ਮੁਤਾਬਕ। ਇਸ ਨੇ ਆਪਣੀ ਬੇਟੀ ਸੰਗਿਆ ਦੇ ਕਹਿਣ 'ਤੇ ਵਿਸ਼ਵਕਰਮਾ ਨੇ, ਜਦੋਂ ਸੰਗਿਆ ਨੇ ਆ ਕੇ ਆਖਿਆ ਕਿ ਪਿਤਾ ਜੀ ਇਹ ਤਾਂ ਬਹੁਤ ਜ਼ਿਆਦਾ ਗਰਮ ਹੈ, ਮੈਂ ਤਾਂ ਇਹਦੇ ਨੇੜੇ ਵੀ ਨਹੀਂ ਜਾ ਸਕਦੀ, ਕਹਿੰਦੇ ਜੀ ਵਿਸ਼ਵਕਰਮਾ ਨੇ ਇਹਨੂੰ ਖਰਾਦ 'ਤੇ ਚਾੜ੍ਹ ਲਿਆ ਅਤੇ ਸੂਰਜ ਨੂੰ ਤਰਾਸ਼ ਕੇ ਖਰਾਦ ਦੇ ਉੱਤੇ ਇਹਦਾ ਜਿਹੜੀ ਗਰਮੈਸ਼ ਹੈ ਉਹ ਘੱਟ ਕਰ ਦਿੱਤੀ। ਹੁਣ ਸੋਚ ਕੇ ਦੇਖੋ ਕਿ ਸੂਰਜ ਕਿੱਡਾ ਵੱਡਾ ਹੈ, ਕਿੰਨੀ ਦੂਰ ਹੈ, ਕਿੰਨੀ ਇਹਦੇ 'ਚ ਤਪਸ਼ ਹੈ, ਅਗਨੀ ਹੈ, ਇਹ ਸਾਰਾ ਕੁਝ ਕੋਈ ਜਵਾਬ ਦੇਣ ਦੀ, ਪੁੱਛਣ ਦੀ, ਸਵਾਲ ਕਰਨ ਦੀ ਜ਼ਰੂਰਤ ਨਹੀਂ ਹੈ। ਬਸ ਵਿਸ਼ਵਕਰਮਾ ਨੇ ਇਹਨੂੰ ਖਰਾਦ 'ਤੇ ਚਾੜ੍ਹ ਲਿਆ, ਇਹ ਸਾਡਾ ਯਕੀਨ ਹੈ। ਬਹੁਤ ਸਾਰੇ ਭਰਾ ਇਹ ਕਹਿੰਦੇ ਨੇ ਕਿ ਸਾਡਾ ਤਾਂ ਜੀ ਸ਼ਰਧਾ ਹੈ, ਸਾਡਾ ਵਿਸ਼ਵਾਸ ਹੈ, ਇਹ ਕੁਝ ਵੀ ਹੋ ਸਕਦਾ ਹੈ। ਖਰਾਦ 'ਤੇ ਚਾੜ੍ਹ ਲਿਆ, ਇਹਦਾ ਜਿਹੜੀ ਗਰਮੈਸ਼ ਹੈ ਉਹ ਘਟਾ ਦਿੱਤੀ। ਫਿਰ ਬੀਬੀ ਸੰਗਿਆ ਨੂੰ ਕੋਲੇ ਬੁਲਾ ਕੇ ਪੁੱਛਿਆ ਕਿ ਹੁਣ ਦੱਸ ਕਿਵੇਂ, ਇਹ ਠੀਕ ਹੈ? ਉਹ ਕਹਿੰਦੀ ਹਾਂ ਹੁਣ ਠੀਕ ਹੈ। ਇਸੇ ਜਿਹੜਾ ਸੀ ਵਿਸ਼ਵਕਰਮਾ, ਇਹਦਾ ਹੀ ਅੱਗੋਂ ਦੋਹਤਾ ਸੀ ਧਰਮਰਾਜ। ਇਹ ਸਾਰਾ ਕੁਝ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ ਹੈ ਅਤੇ ਅੱਗੇ ਬਹੁਤ ਕਹਾਣੀਆਂ ਇਹੋ ਜਿਹੀਆਂ ਨੇ। ਇਹਨਾਂ ਦੇ ਵਿੱਚ ਇਹਦੇ ਨਾਮ 'ਤੇ ਮੰਦਰ ਵੀ ਬਣੇ ਹੋਏ ਨੇ, ਮਿਸਤਰੀ ਲੋਕ ਇਹਦੀ ਪੂਜਾ ਵੀ ਕਰਦੇ ਨੇ। ਅਤੇ ਸੋਚ ਕੇ ਵੇਖੋ, ਜਿਹੜੇ ਸਾਨੂੰ ਅੱਜ ਸੁੱਖ ਸਹੂਲਤਾਂ ਦੇਣ ਵਾਲੇ ਔਜ਼ਾਰ ਨੇ, ਸੰਦ ਨੇ, ਮਸ਼ੀਨਾਂ ਨੇ, ਇਹ ਸਾਰੀਆਂ ਬਾਹਰੋਂ ਬਣ ਕੇ ਆ ਰਹੀਆਂ ਨੇ। ਮੈਂ ਆਪਣੀ ਸੁਰਤ ਦੇ ਵਿੱਚ ਆਪਣੇ ਪਿੰਡਾਂ 'ਚ ਘੱਟ ਤੋਂ ਘੱਟ ਉਦੋਂ ਇੰਜਣ ਹੁੰਦੇ ਸੀ ਪਾਣੀ ਕੱਢਣ ਵਾਸਤੇ, ਉਦੋਂ ਤੋਂ ਅੱਜ ਤੱਕ ਕਿੰਨਾ ਵਿਕਾਸ ਹੋਇਆ। ਮੇਰਾ ਲਗਭਗ 65 ਸਾਲ ਤੋਂ ਯਾਦ ਮੇਰੀ ਕਾਇਮ ਹੈ। 65 ਸਾਲ ਤੋਂ ਜਿਹੜਾ ਕੁਝ ਮੈਂ ਵੇਖਿਆ ਉਹ ਲਗਭਗ ਮੇਰੇ ਯਾਦ ਹੈ। ਉਦੋਂ ਪਹਿਲਾਂ ਦਾ ਆਪਣੇ ਬਜ਼ੁਰਗਾਂ ਤੋਂ ਮੈਂ ਬਹੁਤ ਕੁਝ ਸੁਣਿਆ ਅਤੇ ਮਸ਼ੀਨ ਨਾਮ ਦੀ ਕੋਈ ਚੀਜ਼ ਕਿਤੇ ਸ਼ਹਿਰਾਂ 'ਚ ਵੇਖਣ ਨੂੰ, ਸੁਣਨ ਨੂੰ ਮਿਲਦੀ ਸੀ, ਪਿੰਡਾਂ ਦੇ ਵਿੱਚ ਨਹੀਂ ਸੀ। ਅਤੇ ਇਹ ਵਿਸ਼ਵਕਰਮਾ ਜੀ ਨੇ ਭਾਰਤ ਨੂੰ ਮਸ਼ੀਨਾਂ ਨਹੀਂ ਦਿੱਤੀਆਂ ਬਣਾ ਕੇ। ਇਹ ਜਿਹੜੀਆਂ ਅਨੇਕ ਕਿਸਮ ਦੀਆਂ ਕੰਬਾਈਨਾਂ ਨੇ, ਅਨੇਕ ਕਿਸਮ ਦੀਆਂ JBC ਮਸ਼ੀਨਾਂ ਨੇ, ਮਕਾਨ ਉਸਾਰੀ ਦੇ ਢੰਗ ਤਰੀਕੇ ਨੇ, ਪੁਲ ਬੰਨ੍ਹਣ ਦੇ ਤੌਰ ਤਰੀਕੇ ਨੇ, ਅਤੇ ਬੋਰ ਕਰਨ ਦੇ, ਇੰਜਣਾਂ ਦੇ, ਮੋਟਰਾਂ ਦੇ, ਬਿਜਲੀ ਦੇ, ਫਰਿੱਜਾਂ ਦੇ, ਏਸੀਆਂ ਦੇ, ਅਤੇ ਜਿਹੜੇ ਨੇ ਸਾਡੇ ਘਰਾਂ ਦੇ ਵਿੱਚ ਹੋਰ ਬੇਅੰਤ ਕਿਸਮ ਦੀ ਮਸ਼ੀਨਰੀ ਹੈ, ਉਹ ਕਿਤੇ ਕਿਸੇ ਵੀ ਵਿਸ਼ਵਕਰਮਾ ਨੇ ਨਹੀਂ ਬਣਾ ਕੇ ਦਿੱਤੀ। ਭਾਰਤ ਅੱਜ ਵੀ ਦੁਨੀਆ ਦੇ ਵਿੱਚ ਟੈਕਨਾਲੋਜੀ ਤੋਂ ਬਹੁਤ ਪਿੱਛੇ ਹੈ ਅਤੇ ਦੁਨੀਆ ਕਿਤੇ ਦੀ ਕਿਤੇ ਅੱਗੇ ਲੰਘ ਚੁੱਕੀ ਹੈ। ਅਸੀਂ ਤਾਂ ਕੇਵਲ ਆਪਣੇ ਪੁਰਾਣੇ ਬਜ਼ੁਰਗਾਂ ਦੀ ਪੂਜਾ ਕਰਨ ਜੋਗੇ ਹਾਂ, ਮੱਥਾ ਟੇਕਣ ਜੋਗੇ ਹਾਂ, ਧੂਪ ਬੱਤੀ ਕਰਨ ਜੋਗੇ ਹਾਂ, ਉਹਨਾਂ ਨੂੰ ਮਹਾਂਪੁਰਖ ਕਹਿਣ ਜੋਗੇ ਹਾਂ। ਉਹਨਾਂ ਨੇ ਕੀਤਾ ਕੀ ਹੈ ਇਹਦੇ ਬਾਰੇ ਪਤਾ ਹੀ ਨਹੀਂ ਹੈ। ਸੋ ਵਿਸ਼ਵਕਰਮਾ ਕਾਲਪਨਿਕ ਪਾਤਰ ਹੈ। ਇਹਦੇ ਨਾਂ 'ਤੇ ਭਾਵੇਂ ਕੋਈ ਗੁਰਦੁਆਰੇ ਬਣਾ ਲਵੇ, ਭਾਵੇਂ ਕੋਈ ਮੰਦਰ ਬਣਾ ਲਵੇ, ਭਾਵੇਂ ਇਹਨੂੰ ਦੁਨੀਆ ਦਾ ਰਚੇਤਾ ਆਖੀ ਜਾਵੇ। ਦੁਨੀਆ ਕਿਵੇਂ ਬਣੀ, ਕਦੋਂ ਬਣੀ, ਇਹ ਸਾਰਾ ਮੈਟਰ ਮਟੀਰੀਅਲ ਕਿੱਥੋਂ ਆਇਆ, ਇਹਦੇ ਬਾਰੇ ਸਾਡੇ ਕੋਲੇ ਕੋਈ ਵੀ ਜਵਾਬ ਨਹੀਂ ਹੈ। ਜੇ ਕੋਈ ਵਿਸ਼ਵਕਰਮਾ ਦੇ ਮੰਨਣ ਵਾਲੇ ਸ਼ਰਧਾਲੂ ਨੂੰ ਪੁੱਛ ਵੀ ਲਵੇ ਤਾਂ ਉਹਦੇ ਕੋਲੇ ਵੀ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ। ਸੋ ਵਿਸ਼ਵਕਰਮਾ ਹਿੰਦੂ ਪੁਰਾਣਿਕ ਗ੍ਰੰਥਾਂ ਦੇ ਵਿੱਚ ਪੁਰਾਣਿਕ ਪਾਤਰ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਹਨੇ ਕੋਈ ਮੂਰਤੀ ਬਣਾਈ ਅਤੇ ਉਹ ਮੂਰਤੀ ਨੂੰ ਇਹ ਕਿਹਾ ਸੀ ਕਿ ਵੇਖਣ ਨਾ ਆਇਓ, ਜਿੰਨੀ ਦੇਰ ਪੂਰੀ ਨਹੀਂ ਹੋ ਜਾਂਦੀ।
ਤੇ ਉਹ ਮੂਰਤੀ ਦੇਖਣ ਦੀ ਕਾਹਲ ਪੈ ਗਈ ਰਾਜੇ ਨੂੰ, ਤੇ ਉਹ ਦੇਖਣ ਆ ਗਿਆ, ਇਹਨੇ ਮੂਰਤੀ ਅਧੂਰੀ ਛੱਡ ਦਿੱਤੀ। ਇਹੋ ਜਿਹੀਆਂ ਕਹਾਣੀਆਂ ਵੀ ਬਹੁਤ ਜੁੜੀਆਂ ਹੋਈਆਂ ਨੇ। ਸੋ ਗੁਰੂ ਪਿਆਰ ਵਾਲਿਓ, ਇਹਨਾਂ ਕਾਲਪਨਿਕ ਕਹਾਣੀਆਂ ਦੇ ਵਿੱਚੋਂ ਬਹੁਤੀ ਪ੍ਰਾਪਤੀ ਨਹੀਂ ਹੋਣੀ। ਤੁਸੀਂ ਗਿਆਨਵਾਨ ਬਣੋ, ਆਪਣੇ ਦੇਸ਼ ਨੂੰ ਵਿਕਸਿਤ ਕਰੋ, ਆਪਣੇ ਲੋਕਾਂ ਨੂੰ ਅਕਲਮੰਦ ਬਣਾਓ। ਜਿਹੜਾ ਕੁਝ ਅਸੀਂ ਵਿਦੇਸ਼ਾਂ 'ਚੋਂ ਮੰਗਵਾ ਰਹੇ ਹਾਂ, ਉਹ ਜੇ ਸੱਚਮੁੱਚ ਹੀ ਅਸੀਂ ਵਿਸ਼ਵਕਰਮਾ ਦੇ ਵਾਰਿਸ ਹਾਂ ਤਾਂ ਆਪਣੇ ਦੇਸ਼ ਦੇ ਵਿੱਚ ਕਾਢਾਂ ਕੱਢੀਏ, ਆਪਣੇ ਲੋਕਾਂ ਨੂੰ ਉਹ ਸਹੂਲਤਾਂ ਦਈਏ ਜਿਹੜੇ ਵਿਦੇਸ਼ਾਂ ਵਾਲੇ ਸਾਨੂੰ ਬਹੁਤ ਮਹਿੰਗੇ ਭਾਅ 'ਤੇ ਸਹੂਲਤਾਂ ਦਿੰਦੇ ਨੇ, ਮਸ਼ੀਨਰੀ ਵੇਚਦੇ ਨੇ, ਤੇ ਉਹਨਾਂ ਨੇ ਬੇਅੰਤ ਆਪਣੇ ਲੋਕਾਂ ਨੂੰ ਸਹੂਲਤਾਂ ਦੇ ਦਿੱਤੀਆਂ ਨੇ। ਮਸ਼ੀਨਰੀ ਵੇਚ ਕੇ ਪੈਸਾ ਕਮਾ ਕੇ ਆਪਣੇ ਲੋਕਾਂ ਨੂੰ ਕਿੰਨਾ ਕੁਝ ਦੇ ਦਿੱਤਾ ਹੈ। ਆਪਣਾ ਦੇਸ਼ ਪਛੜਿਆ ਹੋਣ ਕਰਕੇ ਹੀ ਨੌਜਵਾਨ ਤਬਕਾ ਇੰਨਾ ਪੈਸਾ ਲਾ ਕੇ, ਇੰਨੀ ਪੜ੍ਹਾਈ ਕਰਕੇ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ, ਕਿਉਂਕਿ ਉੱਥੇ ਉਹਨਾਂ ਨੂੰ ਬਹੁਤ ਸਾਰਾ ਕੰਮ ਮਿਲਦਾ ਹੈ। ਆਪਣੇ ਦੇਸ਼ ਦੇ ਵਿੱਚ ਇੰਡਸਟਰੀ ਪਛੜ ਗਈ, ਮਸ਼ੀਨਾਂ ਇੱਥੇ ਨਹੀਂ ਬਣਦੀਆਂ। ਜਿਹੜੀਆਂ ਫੈਕਟਰੀਆਂ ਇੱਥੇ ਲੱਗੀਆਂ ਹੋਈਆਂ ਨੇ ਕਾਰਾਂ ਦੀਆਂ, ਟਰੱਕਾਂ ਦੀਆਂ ਜਾਂ ਹੋਰ ਚੀਜ਼ਾਂ ਦੀਆਂ, ਉਹ ਵੀ ਵਿਦੇਸ਼ਾਂ ਵਾਲਿਆਂ ਦੀ ਉਹਦੇ ਵਿੱਚ ਨਿਗਰਾਨੀ ਹੈ, ਹਿੱਸੇ ਪੱਤੀ ਹੈ, ਕੰਟਰੋਲ ਉਹਨਾਂ ਦਾ। ਭਾਰਤ ਨੂੰ ਕੁਝ ਹਿੱਸਾ ਥੋੜ੍ਹਾ ਬਹੁਤਾ ਉਹਦੇ ਵਿੱਚੋਂ ਕਮਿਸ਼ਨ ਮਿਲਦਾ ਹੈ, ਬਾਕੀ ਸਾਰੀਆਂ ਫੈਕਟਰੀਆਂ ਵਿਦੇਸ਼ਾਂ ਵਾਲਿਆਂ ਦੀ ਹੀ ਇੱਥੇ ਲੱਗੀਆਂ ਹੋਈਆਂ ਨੇ। ਸੋ ਇਹਨਾਂ ਗੱਲਾਂ ਵੱਲ ਜ਼ਰੂਰੀ ਤਵੱਜੋ ਦੇਣੀ ਹੈ। ਵਿਸ਼ਵਕਰਮਾ ਇੱਕ ਕਾਲਪਨਿਕ ਪਾਤਰ ਹੈ। ਸਵਾਲ ਨੰਬਰ 194, ਭਾਈ ਵਜ਼ੀਰ ਸਿੰਘ ਸਹਿਣਾ, ਇਹਨਾਂ ਦਾ ਇਹ ਸਵਾਲ ਹੈ ਕਿ ਗੁਰਬਾਣੀ ਨੂੰ ਸ਼ੁੱਧ ਕਰਕੇ ਪੜ੍ਹਨ ਲਈ ਗੁਟਕੇ ਜਾਂ ਪੋਥੀਆਂ ਵਿੱਚ ਪੈਨ ਨਾਲ ਵਿਸ਼ਰਾਮ ਜਾਂ ਬਿੰਦੀਆਂ ਅਸੀਂ ਲਾ ਸਕਦੇ ਹਾਂ? ਜੀ ਹਾਂ, ਬਿਲਕੁਲ ਲਾ ਸਕਦੇ ਹਾਂ, ਪਰ ਉਹ ਇਹ ਧਿਆਨ ਰਹੇ ਕਿ ਉਹ ਕਿਸ ਵਿਦਵਾਨ ਤੋਂ ਤੁਸੀਂ ਸਿੱਖਿਆ ਲਈ ਹੈ। ਕਿ ਉਹ ਆਪ ਪਹਿਲਾਂ ਵਿਆਕਰਣ ਦੇ ਨਿਯਮਾਂ ਨੂੰ ਜਾਣਦਾ ਹੈ, ਜਿਹਨੇ ਤੁਹਾਨੂੰ ਇਸ ਰਾਹ ਪਾਇਆ। ਸੋ ਬਿੰਦੀਆਂ ਤਾਂ ਪਹਿਲਾਂ ਵੀ ਬਹੁਤ ਸਾਰੇ ਵਿਦਵਾਨਾਂ ਨੇ ਲਾਈਆਂ ਹੋਈਆਂ ਨੇ, ਜਿਵੇਂ ਸਿੱਖ ਮਿਸ਼ਨਰੀ ਕਾਲਜ ਨੇ, ਜਿਹੜੀਆਂ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਕੇ ਪੁਸਤਕ ਲਿਖੀ ਹੋਈ ਹੈ। ਉਹਦੇ ਵਿੱਚ ਪਹਿਲਾਂ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ ਉਹ ਲਿਖੀ ਹੋਈ ਹੈ, ਫਿਰ ਹੇਠਾਂ ਨਵੇਂ ਸਿਰਿਓਂ ਕਿ ਇਹਨਾਂ ਥਾਵਾਂ 'ਤੇ ਬਿੰਦੀ ਲਾਈ ਜਾਵੇ, ਇਹਨਾਂ ਥਾਵਾਂ 'ਤੇ ਪੈਰ 'ਚ ਬਿੰਦੀ ਲਾਈ ਜਾਵੇ, ਉੱਪਰ ਅਧਕ ਲਾਈ ਜਾਵੇ, ਜਾਂ ਇਹਦਾ ਕਿਵੇਂ ਉਚਾਰਨ ਕੀਤਾ ਜਾਵੇ, ਉਹ ਸੇਧ ਦਿੱਤੀ ਹੋਈ ਮੌਜੂਦ ਹੈ ਉਸ ਕਿਤਾਬ ਦੇ ਵਿੱਚ। ਇਸ ਤਰ੍ਹਾਂ ਹੀ ਪਟਿਆਲੇ ਤੋਂ ਗਿਆਨੀ ਹਰਬੰਸ ਸਿੰਘ ਸਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ 14 ਭਾਗਾਂ ਦੇ ਵਿੱਚ ਅਰਥ ਕੀਤੇ ਨੇ, ਅਤੇ ਉਹਦੇ ਵਿੱਚ ਵੀ ਉਹਨਾਂ ਨੇ ਬਿੰਦੀਆਂ ਦੀ ਅਤੇ ਹੋਰ ਜਿਹੜੀਆਂ ਕੌਵੇਂ ਨੇ, ਪੈਰ ਬਿੰਦੀ ਹੈ, ਉਚਾਰਨ ਦੇ ਢੰਗ ਨੇ, ਉਹਨਾਂ ਦੇ ਸੇਧ ਦੇਣ ਵਾਸਤੇ ਪਹਿਲਾਂ ਉੱਪਰ ਸ਼ੁੱਧ ਰੂਪ ਜੋ ਗੁਰੂ ਗ੍ਰੰਥ ਸਾਹਿਬ ਦਾ ਹੈ ਉਹ ਬਾਣੀ ਦੀਆਂ ਪੰਕਤੀਆਂ ਲਿਖੀਆਂ, ਅਤੇ ਹੇਠਾਂ ਕਰਕੇ ਕਿ ਉਚਾਰਨ ਦੀ ਸੇਧ ਆ ਹੈ, ਤੁਸੀਂ ਇਸ ਦਾ ਉਚਾਰਨ ਇਉਂ ਕਰਨਾ ਹੈ। ਇੱਕ ਮੈਂ ਮਿਸਾਲ ਦਿਆਂਗਾ ਕਿ ਜੇ ਸਾਨੂੰ ਠੀਕ ਥਾਂ 'ਤੇ ਵਿਸ਼ਰਾਮ ਚਿੰਨ੍ਹ ਨਹੀਂ ਦੇਣਾ ਆਉਂਦਾ, ਜੇ ਸਾਨੂੰ ਬਿੰਦੀ ਵਗੈਰਾ ਨਹੀਂ ਲਾਉਣੀ ਆਉਂਦੀ, ਤਾਂ ਸੱਸੇ ਪੈਰ ਬਿੰਦੀ ਤਾਂ ਹੁੰਦਾ ਸ਼ੇਰ, ਅਤੇ ਜੇ ਸੱਸੇ ਦੇ ਪੈਰ 'ਚ ਬਿੰਦੀ ਨਾ ਲਾਈਏ ਤਾਂ ਉਹ ਬਣ ਗਿਆ ਤੋਲ ਤੁਲਾਈ ਵਾਲਾ ਸ਼ੇਰ। ਇਸ ਤਰ੍ਹਾਂ ਸ਼ੇਰ ਅਤੇ ਸ਼ੇਰ ਦੇ ਵਿੱਚ ਫਰਕ ਕਰਨ ਲੱਗੇ, ਇਹਦਾ ਬਿੰਦੀ ਦਾ ਲਾਉਣਾ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਥਾਵਾਂ 'ਤੇ, ਮਿਸਾਲ ਦੇ ਤੌਰ 'ਤੇ ਜਿੱਥੈ ਡਿੱਠੈ ਮਿਰਤ ਕੋ ਇੱਲ ਬੈਠੀ ਆਏ, ਆਪਾਂ ਇੱਥੇ ਕੋ 'ਤੇ ਵਿਸ਼ਰਾਮ ਲਾਉਣਾ ਹੈ। ਅਤੇ ਜੇ ਆਪਾਂ ਜਿੱਥੈ ਡਿੱਠੈ ਮਿਰਤ ਇੱਥੇ ਵਿਸ਼ਰਾਮ ਲਾ ਦਈਏ ਤਾਂ ਫਿਰ ਕੀ ਬਣੇਗਾ? ਕੋਇਲ ਬੈਠੀ ਆਏ, ਭਾਵ ਮੁਰਦੇ ਪਸ਼ੂ 'ਤੇ ਕੋਇਲ ਆ ਕੇ ਬੈਠ ਗਈ। ਨਹੀਂ, ਇਹ ਤਾਂ ਕੋਇਲ ਤਾਂ ਕਦੇ ਮੁਰਦੇ ਪਸ਼ੂ 'ਤੇ ਆਉਂਦੀ ਹੀ ਨਹੀਂ। ਪੁਰਾਣੇ ਸਮਿਆਂ 'ਚ ਜਿਹੜੀਆਂ ਲਿਖਤ ਬੀੜਾਂ ਸੀ, ਇਹਨਾਂ ਨੂੰ ਲੜੀਵਾਰ ਪਾਠ ਵਾਲੀਆਂ ਬੀੜਾਂ ਕਿਹਾ ਜਾਂਦਾ ਸੀ, ਅਤੇ ਲੜੀਵਾਰ ਦੇ ਵਿੱਚ ਸਿਖਾਉਣ ਵਾਸਤੇ ਇਹ ਵਿਸ਼ਰਾਮ ਕਿਵੇਂ ਦੇਣਾ, ਇਹ ਵਿਸ਼ਰਾਮ ਲਾਏ ਜਾਂਦੇ ਸੀ। ਅਤੇ ਹੌਲੀ ਹੌਲੀ ਪਦ ਛੇਦ ਕਰਕੇ ਲਿਖਿਆ ਜਾਣ ਲੱਗ ਪਿਆ। ਜਿੰਨੀ ਜਿੰਨੀ ਪਦ ਛੇਦ ਕਰਨ ਵਾਲਿਆਂ ਦੀ ਸਮਝ ਸੀ, ਉਹਨਾਂ ਨੇ ਬੀੜਾਂ ਨੂੰ ਪਦ ਛੇਦ ਕਰ ਦਿੱਤਾ ਗਿਆ। ਫਿਰ ਹੌਲੀ ਹੌਲੀ ਛਾਪੇਖਾਨੇ ਆ ਗਏ। ਛਾਪੇਖਾਨੇ ਵਾਲਿਆਂ ਨੂੰ ਸੇਧ ਦੇਣ ਵਾਸਤੇ ਵਿਦਵਾਨਾਂ ਦੀ ਕੋਈ ਕਮੇਟੀ ਨਹੀਂ ਸੀ ਉਸ ਜ਼ਮਾਨੇ 'ਚ, ਅਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਗਈ, ਇਹਨੇ ਵੀ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਹੀਂ ਨਿਭਾਈ। ਡੇਰੇਦਾਰਾਂ ਨੇ ਆਪੋ ਆਪਣੀ ਮਰਜ਼ੀ ਦੀਆਂ ਬੀੜਾਂ ਛਾਪ ਲਈਆਂ, ਕਿਤੇ ਲੜੀਵਾਰ ਛਪਵਾ ਲਈਆਂ, ਕਿਤੇ ਉਹਨਾਂ ਨੇ ਵਿਸ਼ਰਾਮ ਦੇ ਕੇ ਬੀੜਾਂ ਛਪਵਾ ਲਈਆਂ, ਆਪਣੀ ਮਰਜ਼ੀ ਦੇ ਅਰਥ ਕਰ ਦਿੱਤੇ। ਤੋ ਇਸ ਤਰ੍ਹਾਂ ਬਹੁਤ ਸਾਰਾ ਉਹ ਕੰਮ ਇਹਦੇ ਵਿੱਚ ਆ ਗਿਆ ਜਿਹੜੇ ਦੀ ਕਿ ਲੋੜ ਨਹੀਂ ਸੀ। ਇੱਕ ਤਰ੍ਹਾਂ ਦੇ ਵਿਵਾਦ ਖੜ੍ਹੇ ਹੋ ਗਏ। ਇੱਕ ਪਾਸੇ ਤਾਂ ਟਕਸਾਲ ਵਾਲੇ ਕਹਿੰਦੇ ਨੇ ਜਿਵੇਂ ਬਾਣੀ ਲਿਖੀ ਹੋਈ ਹੈ ਉਸੇ ਤਰ੍ਹਾਂ ਇਹਨੂੰ ਉਚਾਰਨ ਕਰਨਾ ਚਾਹੀਦਾ ਹੈ।
ਇਹਨਾਂ ਦੀ ਆਪਣੀ ਕਿਤਾਬ ਜਿਹੜੀ ਕਿ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲਾ ਜਿਹੜਾ ਕਿ 1969 ਦੇ ਵਿੱਚ ਚੜ੍ਹਾਈ ਕਰ ਗਿਆ ਸੀ, ਤੇ ਉਸ ਕਿਤਾਬ ਦੇ ਵਿੱਚ ਸ਼ੁੱਧ ਉਚਾਰਨ ਦੇ ਢੰਗ ਤਰੀਕੇ ਇਹਨਾਂ ਨੇ ਵੱਡੇ ਪੈਮਾਨਾਂ 'ਤੇ ਆਪ ਲਿਖੇ ਹੋਏ ਨੇ। ਕਿੱਥੇ ਬਿੰਦੀ ਲਾਉਣੀ ਹੈ, ਕਿੱਥੇ ਅਧਿਕ ਲਾਉਣੀ ਹੈ, ਤੇ ਉਹ ਇਹਨਾਂ ਨੇ ਆਪਣੀ ਮਰਜ਼ੀ ਚਲਾ ਲਈ। ਉਂਝ ਇਹ ਵੀ ਕਹੀ ਜਾਂਦੇ ਨੇ ਕਿ ਚੰਗਿਆਈਆਂ ਬੁਰਿਆਈਆਂ ਨਹੀਂ ਕਹਿਣਾ, ਚੰਗਿਆਈਆ ਬੁਰਿਆਈਆ ਕਹਿਣਾ, ਤੇ ਮਹੱਲਾ ਪੰਜਵਾ ਕਹਿਣਾ, ਪੰਜਵਾਂ ਨਹੀਂ ਕਹਿਣਾ। ਇਹ ਬਹੁਤ ਕੁਝ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ, ਕੁਰਾਹੇ ਪਾਇਆ। ਤੇ ਜਿਹੜਾ ਕਿ ਪੰਥ ਦੇ ਨੁਮਾਇੰਦਾ ਜਥੇਬੰਦੀ ਹੈ ਜੋ ਸ਼੍ਰੋਮਣੀ ਕਮੇਟੀ, ਉਹਨਾਂ ਨੂੰ ਵਿਦਵਾਨਾਂ ਦੀਆਂ ਕਮੇਟੀਆਂ ਬਣਾ ਕੇ ਇਸ ਪਾਸੇ ਕੰਮ ਕਰਨਾ ਚਾਹੀਦਾ ਸੀ। ਇਸ ਵਿਸ਼ੇ 'ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਬਹੁਤ ਕੰਮ ਕੀਤਾ, ਪ੍ਰਿੰਸੀਪਲ ਤੇਜਾ ਸਿੰਘ ਨੇ ਵੀ ਕੀਤਾ, ਥੋੜ੍ਹਾ ਜਿਹਾ ਕੰਮ ਭਾਈ ਰਣਧੀਰ ਸਿੰਘ ਨੇ ਵੀ ਕਿਸੇ ਜ਼ਮਾਨੇ 'ਚ ਕੀਤਾ ਸੀ, ਤੇ ਇਸੇ ਤਰ੍ਹਾਂ ਗਿਆਨੀ ਜੋਗਿੰਦਰ ਸਿੰਘ ਤਲਵਾੜਾ ਵੀ ਹੋਏ ਨੇ, ਉਹਨਾਂ ਨੇ ਵੀ ਕੁਝ ਕੰਮ ਕੀਤਾ। ਬਹੁਤ ਸਾਰੇ ਲੋਕਾਂ ਨੇ ਇਸ ਵਿਸ਼ੇ 'ਤੇ ਕੰਮ ਕੀਤਾ। ਸੋ ਇਹਦੇ ਤੋਂ ਬਿਨਾਂ ਆਪਾਂ ਵਧੀਆ ਢੰਗ ਨਾਲ ਗੁਰਬਾਣੀ ਦੇ ਅਰਥ ਵੀ ਨਹੀਂ ਸਮਝ ਸਕਾਂਗੇ, ਅਤੇ ਉਹਦਾ ਜਿਹੜਾ ਉਚਾਰਨ ਦਾ ਢੰਗ ਹੈ ਉਹ ਜੇ ਗਲਤ ਕਰਾਂਗੇ, ਵਿਸ਼ਰਾਮ ਠੀਕ ਥਾਂ 'ਤੇ ਨਹੀਂ ਦੇਵਾਂਗੇ, ਤਾਂ ਵੀ ਅਸੀਂ ਕੁਰਾਹੇ ਪੈ ਜਾਵਾਂਗੇ, ਸਹੀ ਅਰਥ ਨਹੀਂ ਹੋ ਸਕਣਗੇ। ਸੋ ਵਿਸ਼ਰਾਮ ਚਿੰਨ੍ਹ ਲਾਉਣੇ ਜਾਂ ਬਿੰਦੀਆਂ ਲਾ ਲੈਣੀਆਂ, ਅਧਿਕ ਦੀ ਵਰਤੋਂ ਕਰਨੀ ਆਪਣੇ ਸਿੱਖਣ ਵਾਸਤੇ, ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ, ਤੇ ਸਿੱਖਣ ਵਾਸਤੇ ਇਹ ਕੰਮ ਆਪਣੇ ਵਾਸਤੇ ਕਰਨਾ ਯੋਗ ਹੈ। ਤੇ ਬਹੁਤ ਸਾਰੇ ਸਾਡੇ ਜਥੇਬੰਦੀਆਂ ਨੇ, ਸੰਸਥਾਵਾਂ ਨੇ, ਉਹ ਸ਼ੁੱਧ ਪਾਠ ਗੁਰਬਾਣੀ ਸ਼ੁੱਧ ਉਚਾਰਨ ਦਾ ਪਾਠ ਬੋਧ ਸਮਾਗਮ ਵੀ ਬਹੁਤ ਥਾਵਾਂ 'ਤੇ ਕਰਦੇ ਨੇ, ਤੇ ਮੈਂ ਇਹ ਪਾਠ ਬੋਧ ਸਮਾਗਮ ਕਈ ਵਾਰੀ ਆਪ ਅਟੈਂਡ ਕਰ ਚੁੱਕਿਆ। ਪਰ ਇੱਥੇ ਇਹ ਧਿਆਨ ਰਵੇ, ਬਹੁਤ ਸਾਰੇ ਲੋਕ ਆਪੋ ਆਪਣੀ ਮਰਜ਼ੀ ਦੇ ਪਾਠ ਬੋਧ ਸਮਾਗਮ ਕਰਦੇ ਨੇ। ਜਦੋਂ ਤਾਂ ਟਕਸਾਲ ਵਾਲੇ ਕਰਦੇ ਨੇ, ਉਹਨਾਂ ਦਾ ਢੰਗ ਤਰੀਕਾ ਹੋਰ ਹੁੰਦਾ। ਜਦੋਂ ਸਾਹਿਬ ਸਿੰਘ ਦੀਆਂ ਪੋਥੀਆਂ ਨੂੰ ਮੰਨਣ ਵਾਲੇ, ਉਸ ਵਿਆਕਰਣ ਦੇ ਨਿਯਮ ਨੂੰ ਮੰਨਣ ਵਾਲੇ ਪਾਠ ਬੋਧ ਸਮਾਗਮ ਕਰਦੇ ਨੇ, ਉਦੋਂ ਉਚਾਰਨ ਕਰਦੇ ਢੰਗ ਤਰੀਕੇ ਹੋਰ ਸਿਖਾਉਂਦੇ ਨੇ। ਉਹੀ ਦੁਖਦਾਈ ਪਹਿਲੂ ਹਮੇਸ਼ਾ ਸਾਹਮਣੇ ਆਉਂਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਜਿਹਦੇ ਕਾਰਨ ਕਰਕੇ ਉਚਾਰਨ ਦੇ ਵਿੱਚ ਵੀ ਮਤਭੇਦ ਨੇ, ਬਿੰਦੀਆਂ ਕੰਨੇ ਲਗਾ ਮਾਤਰਾ ਦੇ ਵਿੱਚ ਵੀ ਮਤਭੇਦ ਨੇ, ਅਰਥਾਂ ਦੇ ਵਿੱਚ ਵੀ ਮਤਭੇਦ ਨੇ, ਤੇ ਇੱਕ ਦੂਜੇ ਨੂੰ ਡਰਾਇਆ ਤੇ ਬਹੁਤ ਜਾ ਰਿਹਾ, ਇੱਕ ਦੂਜੇ ਨੂੰ ਪੰਥ 'ਚੋਂ ਛੇਕਿਆ ਤਾਂ ਜਾ ਰਿਹਾ, ਅਪਮਾਨ ਤਾਂ ਕੀਤਾ ਜਾ ਰਿਹਾ, ਪਰ ਸਿਖਾਇਆ ਕੁਝ ਵੀ ਨਹੀਂ ਜਾ ਰਿਹਾ। ਪੰਥ ਨੂੰ ਜੋੜਨ ਦਾ, ਅਕਲਮੰਦ ਬਣਾਉਣ ਦਾ, ਗੁਰਬਾਣੀ ਨੂੰ ਸਮਝਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵੀ ਜ਼ਿਕਰਯੋਗ ਕਾਰਜ ਨਹੀਂ ਕੀਤਾ ਜਾ ਰਿਹਾ। ਸੋ ਆਪਣੇ ਤੌਰ 'ਤੇ ਤੁਸੀਂ ਵਿਦਵਾਨਾਂ ਦੀ ਸਹਾਇਤਾ ਲੈ ਕੇ ਆਪ ਪੋਥੀਆਂ ਦੇ ਵਿੱਚ ਜਿੱਥੇ ਲੋੜ ਹੈ, ਬਿੰਦੀ ਕੰਨਾ ਆਦਿਕ ਉਚਾਰਨ ਵਾਸਤੇ, ਸਿੱਖਣ ਵਾਸਤੇ ਇਹ ਕਾਰਜ ਤੁਸੀਂ ਆਪ ਕਰ ਸਕਦੇ ਹੋ। ਧਿਆਨ ਰਵੇ ਕਿ ਕਿਸੇ ਦੇ ਲਾਈ ਲੱਗ ਨਾ ਬਣਿਓ। ਚੋਟੀ ਦੇ ਜਿਹੜੇ ਵਿਦਵਾਨ ਨੇ, ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਇਹ ਕਾਰਜ ਤੁਸੀਂ ਆਪ ਕਰ ਸਕਦੇ ਹੋ। ਸਵਾਲ ਨੰਬਰ 195 ਭਾਈ ਹਰਮਨ ਸਿੰਘ, ਪਿੰਡ ਰਾਮਪੁਰ, ਜ਼ਿਲ੍ਹਾ ਲੁਧਿਆਣਾ। ਇਹਨਾਂ ਦਾ ਸਵਾਲ ਹੈ, ਜੇਕਰ ਕੋਈ ਮਨੁੱਖ ਅੰਮ੍ਰਿਤ ਛਕ ਕੇ ਦਾੜ੍ਹੀ ਕੇਸ ਕਟਵਾ ਦੇਵੇ ਤਾਂ ਕੀ ਉਹ ਅਪਰਾਧੀ ਮੰਨਿਆ ਜਾਵੇਗਾ? ਕੀ ਉਹ ਸੱਚਮੁੱਚ ਅਪਰਾਧੀ ਹੈ? ਗੁਰੂ ਪਿਆਰ ਵਾਲਿਓ, ਮੈਂ ਪਹਿਲਾਂ ਵੀ ਬਹੁਤ ਵਾਰੀ ਇਹ ਗੱਲ ਸਾਹਮਣੇ ਲਿਆਇਆ ਕਿ ਸਾਡੇ ਕੋਲੇ ਸਵਾਲ ਕਰਨ ਵਾਲੀ ਕੋਈ ਜ਼ਿੰਮੇਵਾਰ ਸੰਸਥਾ ਜਥੇਬੰਦੀ ਨਹੀਂ ਹੈ। ਖਾਸ ਕਰਕੇ ਅਕਾਲ ਤਖਤ ਦਾ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਸਵਾਲਾਂ ਦੇ ਜਵਾਬ ਉਹਨਾਂ ਨੂੰ ਦੇਣੇ ਬਣਦੇ ਸੀ। ਖੈਰ, ਮੈਂ ਇੱਥੇ ਇਹ ਬੇਨਤੀ ਕਰਨੀ ਚਾਹੁੰਦਾ, ਇੱਥੇ ਸਾਡੇ ਬਹੁਤ ਸਾਰੇ ਲੀਡਰ ਜਿਹੜੇ ਕਿ ਸਾਰੇ ਕਾਸੇ 'ਤੇ ਕਾਬਜ਼ ਨੇ, ਉਹ ਅਕਾਲ ਤਖਤ 'ਤੇ ਵੀ ਕਾਬਜ਼ ਨੇ, ਤੇ ਉਹ ਸ਼੍ਰੋਮਣੀ ਕਮੇਟੀ 'ਤੇ ਵੀ ਕਾਬਜ਼ ਨੇ, ਉਹ ਵੱਡੇ ਵੱਡੇ ਅਹੁਦਿਆਂ 'ਤੇ ਨੇ, ਉਹ ਰਾਜਨੀਤੀ 'ਤੇ ਵੀ ਕਾਬਜ਼ ਨੇ, ਉਹ ਸਿੱਖ ਸਰੂਪ ਵਾਲੇ ਵੀ ਨੇ, ਉਹ ਅੰਮ੍ਰਿਤਧਾਰੀ ਵੀ ਬਣੇ ਹੋਏ ਨੇ, ਗੁਰਦੁਆਰੇ ਦੇ ਵਿੱਚ ਮੱਥੇ ਵੀ ਟੇਕਦੇ ਨੇ, ਤੇ ਗੁਰੂ ਦਾ ਨਾਮ ਵਰਤ ਕੇ ਉਹ ਵੋਟਾਂ ਵੀ ਲੈਂਦੇ ਨੇ। ਗੁਰੂ ਪਿਆਰ ਵਾਲਿਓ, ਉਹਨਾਂ ਨੂੰ ਵੀ ਨੇੜੇ ਹੋ ਕੇ ਵੇਖੋਗੇ, ਉਹ ਵੀ ਪੰਥ ਨੂੰ ਲੁੱਟ ਕੇ ਖਾ ਰਹੇ ਨੇ, ਕੁਰਾਹੇ ਪਾ ਰਹੇ ਨੇ। ਕੇਵਲ ਉਹਨਾਂ ਨੇ ਦਾੜ੍ਹੀ ਕੇਸ ਤਾਂ ਰੱਖ ਲਏ, ਪਰ ਉਹ ਚੰਗੇ ਕੰਮ ਗੁਰਬਾਣੀ ਅਨੁਸਾਰ ਇਨਸਾਨੀਅਤ ਦੇ ਭਲੇ ਵਾਸਤੇ ਧਰਮ ਦੇ ਦਾਇਰੇ 'ਚ ਰਹਿ ਕੇ ਉਹ ਕਾਰਜ ਕਰਦੇ ਹੋਣ, ਉਹ ਨੇੜੇ ਤੇੜੇ ਵੀ ਨਹੀਂ ਹੈ। ਜਿਹੜਾ ਰਾਜ ਗੱਦੀ 'ਤੇ ਬਹਿੰਦਾ, ਜਿਹੜਾ ਧਰਮ ਦੀ ਗੱਦੀ 'ਤੇ ਬਹਿੰਦਾ, ਉਹ ਆਪਣੀ ਜ਼ਮੀਨ ਜਾਇਦਾਦ ਬਣਾਉਣੀ ਸ਼ੁਰੂ ਕਰਨ ਦਾ, ਤੇ ਬਾਕੀ ਆਮ ਭੈਣਾਂ ਭਰਾਵਾਂ ਨੂੰ ਲੁੱਟ ਕੇ ਖਾਂਦਾ। ਇਹ ਬਹੁਤ ਕੁਝ ਸਾਹਮਣੇ ਹੋਇਆ। ਝੂਠੇ ਹੁਕਮਨਾਮੇ ਜਾਰੀ ਹੁੰਦੇ ਨੇ, ਤੇ ਉਹਨਾਂ ਨੂੰ ਪੈਸੇ ਲੈ ਕੇ ਉਹਨਾਂ ਹੁਕਮਨਾਮਿਆਂ ਨੂੰ ਵੀ ਵਾਪਸ ਲੈ ਲਿਆ ਜਾਂਦਾ ਹੈ, ਜਾਂ ਫਿਰ ਸਰਕਾਰੀ ਦਬਾਅ ਥੱਲੇ ਆ ਕੇ ਉਹਨਾਂ ਹੁਕਮਨਾਮੇ ਜਾਰੀ ਹੁੰਦੇ ਨੇ,
ਤੇ ਦੂਜੇ ਪਾਸਿਓਂ ਸਰਕਾਰੀ ਦਬਾਅ ਦੇ ਕਾਰਨ ਉਹਨਾਂ ਨੂੰ ਵਾਪਸ ਲੈ ਲਿਆ ਜਾਂਦਾ ਹੈ। ਅਕਾਲ ਤਖਤ ਵੀ, ਉਹਦਾ ਜਥੇਦਾਰ ਵੀ, ਇਹ ਵੀ ਰਾਜਨੀਤਿਕ ਲੋਕਾਂ ਦੇ ਦਬਾਅ ਥੱਲੇ ਨੇ। ਆਪਣੀ ਸੁਤੰਤਰਤਾ ਇਹਨਾਂ ਦੀ ਵੀ ਆਪਣੀ ਨਹੀਂ ਹੈ। ਇੱਕ ਬੰਦਾ ਜਿਹੜਾ ਕਿ ਕਿਸੇ ਮਜਬੂਰੀ ਵਸ ਜਾਂ ਗਲਤੀ ਵਸ ਦਾੜੀ ਕੇਸ ਕਟਾ ਦੇਵੇ, ਉਹਨੂੰ ਤਾਂ ਬੜਾ ਅਪਰਾਧੀ ਮੰਨ ਲਿਆ ਜਾਂਦਾ ਹੈ। ਪਰ ਜਿਹੜੇ ਪੰਥ ਨੂੰ ਵੇਚ ਕੇ ਖਾ ਰਹੇ ਨੇ, ਜਿਨ੍ਹਾਂ ਨੇ ਸ਼ਰਾਬ ਦੀਆਂ ਫੈਕਟਰੀਆਂ ਲਾਈਆਂ ਹੋਈਆਂ ਨੇ, ਜਿਹੜੇ ਖਾਲਿਸਤਾਨ ਦੇ ਨਾਮ 'ਤੇ ਲੋਕਾਂ ਨੂੰ ਲੁੱਟ ਕੇ ਖਾ ਗਏ ਨੇ, ਜਿਨ੍ਹਾਂ ਨੇ ਬੇਦੋਸ਼ੇ ਲੋਕਾਂ ਨੂੰ ਮਰਵਾਉਣ ਦੇ ਵਿੱਚ ਹੱਲਾਸ਼ੇਰੀ ਦੇ ਕੇ ਆਪਣਾ ਯੋਗਦਾਨ ਪਾਇਆ, ਬੇਰਹਿਮੀ ਨਾਲ ਉਹਨਾਂ ਨੂੰ ਕਤਲ ਕਰਵਾਇਆ, ਤੇ ਉਹ ਆਪ ਰਾਜਗੱਦੀਆਂ ਦਾ ਸੁੱਖ ਭੋਗਦੇ ਨੇ, ਕਰੋੜਾਂ ਅਰਬਾਂ ਰੁਪਈਆ ਇਕੱਠਾ ਕਰ ਚੁੱਕੇ ਨੇ, ਤੇ ਉਹਨਾਂ 'ਤੇ ਕੋਈ ਬੱਜਰ ਕਰਾਇਤ ਲਾਗੂ ਨਹੀਂ ਹੁੰਦੀ, ਅਕਾਲ ਤਖਤ ਦਾ ਹੁਕਮਨਾਮਾ ਲਾਗੂ ਨਹੀਂ ਹੁੰਦਾ, ਉਹਨਾਂ 'ਚੋਂ ਪੰਥ ਨੂੰ ਨਹੀਂ ਛੇਕਿਆ ਜਾਂਦਾ। ਟਕਸਾਲ ਵਾਲੇ ਖੁਦ ਹੋਰ ਤਾਂ ਬਹੁਤ ਕੁਝ ਜਿਹੜਾ ਕਰਦੇ ਨੇ, ਉਹ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੋਣਾ, ਪਰ 21 ਸਾਲ ਤੱਕ ਲਗਾਤਾਰ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖਲੋ ਕੇ ਝੂਠ ਬੋਲਦੇ ਰਹੇ ਨੇ ਕਿ ਭਾਈ ਜਰਨੈਲ ਸਿੰਘ ਜਿਉਂਦਾ, ਉਹ ਆਵੇਗਾ ਤੇ ਖਾਲਿਸਤਾਨ ਬਣਾ ਕੇ ਦੇਵੇਗਾ। ਤੇ ਅਚਨਚੇਤੀ 2005 ਦੇ ਵਿੱਚ ਜਦੋਂ ਹਰਨਾਮ ਸਿੰਘ ਧੁੰਮਾ ਟਕਸਾਲ ਦਾ ਮੁਖੀ ਬਣਿਆ, ਤੇ ਉਹਨੇ ਆ ਕੇ ਕਹਿ ਦਿੱਤਾ ਕਿ ਨਹੀਂ, ਹੁਣ ਉਹ ਸ਼ਹੀਦ ਹੋ ਗਿਆ ਤੇ ਉਹ ਹੁਣ ਜੀਵਤ ਨਹੀਂ ਹੈ। ਤੇ ਸੋਚਣ ਵਾਲੀ ਗੱਲ ਹੈ, ਇਹਨਾਂ ਨੂੰ ਸਵਾਲ ਕਰਨਾ ਬਣਦਾ ਹੈ ਕਿ ਤੁਸੀਂ ਪਹਿਲਾਂ ਕਿਸ ਆਧਾਰ 'ਤੇ ਉਹਨੂੰ ਜਿਉਂਦਾ ਕਹਿੰਦੇ ਸੀ, ਹੁਣ ਤੁਹਾਨੂੰ ਕਿੱਥੋਂ ਖਬਰ ਆ ਗਈ ਕਿ ਉਹ ਸ਼ਹੀਦ ਹੋ ਗਿਆ? ਤੇ ਕੋਈ ਜਥੇਦਾਰ ਇਹਨਾਂ ਨੂੰ ਸਵਾਲ ਕਰਨ ਨੂੰ ਤਿਆਰ ਨਹੀਂ। ਇਹ ਝੂਠ ਬੋਲਣ ਦੇ ਬਾਵਜੂਦ ਵੀ ਇਹਨਾਂ ਨੂੰ ਕਿਸੇ ਨੂੰ ਹੁਕਮਨਾਮਾ ਜਾਰੀ ਨਹੀਂ ਹੁੰਦਾ, ਪੰਥ 'ਚੋਂ ਨਹੀਂ ਛੇਕਿਆ ਜਾਂਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਦਾੜੀ ਕੇਸ ਕੋਈ ਕਟਾ ਦੇਵੇ ਉਹ ਗਲਤੀ ਨਹੀਂ ਹੈ, ਇਹ ਉਹਦਾ ਪਰਸਨਲ ਮਾਮਲਾ ਹੈ। ਉਹਨੇ ਇਸ ਤਰ੍ਹਾਂ ਕਿਉਂ ਕੀਤਾ ਹੈ, ਉਹ ਪਰਸਨਲ ਤੌਰ 'ਤੇ ਕੋਈ ਭੈਣ ਭਰਾ ਨੇੜੇ ਦੇ ਸਿੱਖ ਉਹਨੂੰ ਪੁੱਛ ਸਕਦੇ ਨੇ। ਕੋਈ ਦੁੱਖ ਤਕਲੀਫ ਹੈ, ਕੋਈ ਮਜਬੂਰੀ ਹੈ, ਉਹ ਦੁੱਖ ਤਕਲੀਫ ਦੂਰ ਕਰਨ ਦੇ ਵਿੱਚ ਸਹਾਇਤਾ ਕਰ ਸਕਦੇ ਨੇ। ਪਰ ਅਪਮਾਨਿਤ ਕਰਨਾ, ਉਹਨੂੰ ਇਸ ਤਰ੍ਹਾਂ ਅਪਰਾਧੀ ਸਿੱਧ ਕਰਨਾ, ਇਹ ਬਿਲਕੁਲ ਗਲਤ ਹੈ। ਇਹ ਉਹਦੀ ਕੋਈ ਮਜਬੂਰੀ ਹੈ, ਉਹਦਾ ਕੋਈ ਆਪਣਾ ਸ਼ੌਂਕ ਹੈ, ਉਹ ਕੀ ਕਰਨਾ ਚਾਹੁੰਦਾ ਹੈ, ਉਹ ਕੀ ਨਹੀਂ ਕਰਨਾ ਚਾਹੁੰਦਾ, ਇਸ ਦੇ ਬਾਰੇ ਧਿਆਨ ਦੇਣਾ ਜ਼ਰੂਰੀ ਹੈ। ਮੈਂ ਉਹਨਾਂ ਖੇਡਾਂ ਦੇ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਜਾਣਦਾ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਚਿੱਠੀਆਂ ਲੈ ਕੇ ਲਿਖ ਕੇ ਪੁੱਛਦੇ ਰਹੇ ਨੇ ਕਿ ਜਥੇਦਾਰ ਜੀ, ਖੇਡਾਂ ਦੇ ਵਿੱਚ ਅਸੀਂ ਕੜਾ ਨਹੀਂ ਪਹਿਨ ਸਕਦੇ, ਉਤਾਰਨਾ ਪੈਂਦਾ, ਅਸੀਂ ਕਿਰਪਾਨ ਨਹੀਂ ਰੱਖ ਸਕਦੇ, ਸਾਨੂੰ ਉਤਾਰਨੀ ਪੈਂਦੀ ਹੈ, ਅਸੀਂ ਕਛਹਿਰੇ ਦੀ ਥਾਂ 'ਤੇ ਜਿਹੜੀ ਉੱਥੇ ਕੋਈ ਕੱਛ ਹੈ, ਕੋਈ ਨਿੱਕਰ ਹੈ, ਉਹ ਪਾਉਣ ਦੇ ਪਾਬੰਦ ਹਾਂ, ਅਸੀਂ ਇਹ ਤੁਹਾਡੇ ਵਾਲੀ ਮਰਿਆਦਾ ਨਹੀਂ ਰੱਖ ਸਕਦੇ। ਤਾਂ ਜਥੇਦਾਰ ਉਹਨਾਂ ਨੂੰ ਕੋਈ ਜਵਾਬ ਦੇਣ ਤੋਂ ਇਨਕਾਰੀ ਹੋ ਜਾਂਦੇ ਨੇ। ਇਹ ਕਹਿੰਦੇ ਨੇ ਫਿਰ ਖੇਡਾਂ 'ਚ ਹਿੱਸਾ ਨਾ ਲਓ, ਤੇ ਫਿਰ ਉਹਨਾਂ ਨੂੰ ਮਜਬੂਰੀ ਬਸ ਇਹ ਕਰਨਾ ਪੈਂਦਾ ਕਿ ਇਦੋਂ ਤਾਂ ਫਿਰ ਦਾੜੀ ਕੇਸ ਵੀ ਕਟਾ ਦਿਓ ਤੇ ਕਛਹਿਰਾ ਕਿਰਪਾਨ ਕੜਾ ਵੀ ਉਤਾਰ ਦਿਓ। ਜਦੋਂ ਸਾਡੀ ਸੁਣਵਾਈ ਹੀ ਕਿਤੇ ਨਹੀਂ ਹੈ, ਸਾਨੂੰ ਕੋਈ ਬਦਲਵਾਂ ਰਾਹ ਹੀ ਦੱਸਣ ਨੂੰ ਤਿਆਰ ਨਹੀਂ ਹੈ, ਆਪਣੀ ਮਨਮਰਜ਼ੀ ਹੀ ਕਰਨੀ ਹੈ, ਫਿਰ ਜਿਵੇਂ ਦਿਲ ਕਰਦਾ ਕਰੀ ਜਾਓ। ਤੇ ਇਹ ਜਿਹੜੇ ਗੱਦੀਆਂ 'ਤੇ ਬੈਠੇ ਨੇ, ਇਹ ਧਨ ਦੌਲਤ ਕਮਾਉਣ 'ਤੇ ਲੱਗੇ ਨੇ। ਜਿਹੜੀ ਬਾਕੀ ਸੰਗਤ ਹੈ, ਉਹ ਆਪਣੀ ਮਰਜ਼ੀ ਨਾਲ ਜਿਵੇਂ ਕਿਸੇ ਦਾ ਦਿਲ ਕਰਦਾ ਹੈ, ਉਹ ਸਿੱਖੀ ਦਾ ਜਿਹੜਾ ਆਪਣੇ ਮਨ ਦੇ ਵਿੱਚ ਪ੍ਰਭਾਵ ਹੈ, ਉਹਦੇ ਅਨੁਸਾਰ ਜ਼ਿੰਦਗੀ ਬਤੀਤ ਕਰ ਰਿਹਾ ਹੈ। ਸੋ ਸਾਨੂੰ ਸੇਧ ਦੇਣ ਵਾਲਾ ਕੋਈ ਵੀ ਨਹੀਂ ਹੈ। ਸਾਡੇ ਬਹੁਤ ਸਾਰੇ ਖਿਡਾਰੀ ਨੌਜਵਾਨ ਇਸ ਪਾਸਿਓਂ ਇਸੇ ਕਰਕੇ ਚਲੇ ਗਏ ਨੇ, ਬਾਗੀ ਹੋ ਗਏ ਨੇ, ਕਿਉਂਕਿ ਉਹਨਾਂ ਦੀ ਮਜਬੂਰੀ ਨੂੰ ਸਮਝਣ ਵਾਲਾ, ਜਵਾਬ ਦੇਣ ਵਾਲਾ ਸਾਡੇ ਕੋਲ ਕੋਈ ਵੀ ਨਹੀਂ ਹੈ। ਜੇ ਕਿਸੇ ਨੇ ਦਾੜੀ ਕੇਸ ਕਟਵਾ ਦਿੱਤੇ ਨੇ, ਉਹਦੀ ਬੇਇੱਜ਼ਤੀ ਨਾ ਕੀਤੀ ਜਾਵੇ, ਤਾਨੇ ਨਾ ਮਾਰੇ ਜਾਣ, ਅਪਮਾਨਿਤ ਨਾ ਕੀਤਾ ਜਾਵੇ। ਜੇ ਕੋਈ ਗੱਲਬਾਤ ਕਰਨੀ ਹੈ, ਪਰਦੇ ਦੇ ਵਿੱਚ ਅੰਦਰ ਬੈਠ ਕੇ ਪੁੱਛ ਲਿਆ ਜਾਵੇ। ਜੇ ਕੋਈ ਉਹਦੀ ਮੁਸ਼ਕਲ ਹੈ, ਉਹ ਦੂਰ ਕਰਨ ਦੇ ਵਿੱਚ ਸਹਾਇਤਾ ਕੀਤੀ ਜਾਵੇ, ਪਰ ਉਹਨੂੰ ਅਪਰਾਧੀ ਬਿਲਕੁਲ ਨਾ ਆਖਿਆ ਜਾਵੇ। ਸਵਾਲ ਨੰਬਰ 196 ਭਾਈ ਭਗਵੰਤ ਸਿੰਘ ਮਲੇਰਕੋਟਲੇ ਤੋਂ। ਇਹਨਾਂ ਦਾ ਸਵਾਲ ਹੈ ਕਿ ਅੰਮ੍ਰਿਤਧਾਰੀ ਸਿੱਖ ਵਾਸਤੇ ਇਸ਼ਨਾਨ ਸਮੇਂ ਕਛਹਿਰਾ ਇੱਕ ਪੈਰ ਵਿੱਚੋਂ ਉਤਾਰਨਾ ਤੇ ਦੂਜੇ ਪੈਰ ਵਿੱਚ ਪਾਉਣਾ ਇਹ ਜ਼ਰੂਰੀ ਹੈ? ਕਿ ਕਛਹਿਰੇ ਨੂੰ ਉਤਾਰ ਕੇ ਕਿੱਲੀ 'ਤੇ ਨਹੀਂ ਟੰਗਿਆ ਜਾ ਸਕਦਾ ਤੇ ਦੂਜੇ ਨੂੰ ਚੁੱਕ ਕੇ ਪਾ ਲੈਣਾ ਕੋਈ ਗੁਨਾਹ ਹੈ? ਗੁਰੂ ਪਿਆਰ ਵਾਲਿਓ, ਇਹ ਜਿਹੜੀਆਂ ਰਹਿਤਾਂ ਬਹਿਤਾਂ ਬਣਾਈਆਂ ਨੇ, ਇਹ ਡੇਰਿਆਂ ਵਾਲਿਆਂ ਨੇ, ਟਕਸਾਲਾਂ ਵਾਲਿਆਂ ਨੇ ਬਣਾਈਆਂ ਨੇ। ਇਹੋ ਜਿਹੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਕੋਈ ਵੀ ਹਦਾਇਤ ਨਹੀਂ ਹੈ। ਤੇ ਅੱਜ ਤਾਂ ਅਸੀਂ ਇਸ ਕਰਕੇ ਆਜ਼ਾਦ ਹਾਂ ਇਸ ਕੰਮ ਤੋਂ, ਕਿਉਂਕਿ ਅਸੀਂ ਬਾਥਰੂਮਾਂ 'ਚ ਨਹਾਉਂਦੇ ਹਾਂ, ਤੇ ਹੁਣ ਕੋਈ ਮੁਸ਼ਕਲ ਨਹੀਂ, ਕਛਹਿਰਾ ਉਤਾਰ ਕੇ ਦੂਜਾ ਆਰਾਮ ਨਾਲ ਪਾਇਆ ਜਾ ਸਕਦਾ ਹੈ। ਇਹ ਉਹਨਾਂ ਸਮਿਆਂ ਦੇ ਵਿੱਚ ਤਾਂ ਮੰਨਿਆ ਜਾ ਸਕਦਾ ਹੈ ਜਦੋਂ ਖੁੱਲ੍ਹੇ ਆਮ ਖੂਹਾਂ 'ਤੇ ਟੋਭਿਆਂ 'ਚ
ਦਰਿਆਵਾਂ 'ਚ ਨਹਿਰਾਂ 'ਤੇ ਲੋਕੀ ਨਹਾਉਂਦੇ ਸੀ ਤਾਂ ਉਦੋਂ ਇਸ ਤਰ੍ਹਾਂ ਕਛਹਿਰੇ ਦੀ ਪਾਬੰਦੀ ਤਾਂ ਸੀ ਕਿ ਬੰਦਾ ਨੰਗਾ ਨਾ ਹੋ ਜਾਵੇ, ਆਪਣੇ ਆਪ ਨੂੰ ਪਰਦੇ ਦੇ ਵਿੱਚ ਰੱਖੇ। ਪਰ ਇੱਕ ਪੈਰ 'ਚੋਂ ਕੱਢਣਾ ਦੂਜੇ ਪੈਰ 'ਚ ਪਾਉਣਾ ਇਹ ਕੋਈ ਪਾਬੰਦੀ ਨਹੀਂ ਹੈ ਅਤੇ ਕਿਧਰੇ ਵੀ ਇਹੋ ਜਿਹਾ ਪੁਰਾਤਨ ਕਿਤਾਬਾਂ ਦੇ ਵਿੱਚ ਹਵਾਲਾ ਨਹੀਂ ਮਿਲਦਾ। ਇਹਨਾਂ ਭਰਾਵਾਂ ਨੇ ਤਾਂ ਕਿਰਪਾਨ ਵੀ ਛੋਟੀ ਜਿਹੀ 4 ਇੰਚ ਦੀ ਆਮ ਸਾਡੇ ਕੋਲੇ ਹੁੰਦੀ ਹੈ ਅਤੇ ਉਹਨੂੰ ਇਸ਼ਨਾਨ ਵੇਲੇ ਵੀ ਸਿਰ 'ਤੇ ਬੰਨ੍ਹਣੀ ਆਖਿਆ ਹੋਇਆ ਹੈ। ਜੇ ਉਹਨੂੰ ਉਤਾਰ ਕੇ ਕਿੱਲੀ 'ਤੇ ਟੰਗ ਦਈਏ ਤਾਂ ਫਿਰ ਕਿਹੜੀ ਪਰਲੋ ਆਉਣ ਲੱਗੀ ਹੈ। ਨਾਲੇ ਬਾਥਰੂਮ ਦੇ ਵਿੱਚ ਸਾਨੂੰ ਕਿਹੜਾ ਖਤਰਾ ਪਿਆ ਹੈ ਕਿ ਕੋਈ ਦੂਜੀ ਦੁਸ਼ਮਣ ਧਿਰ ਸਾਨੂੰ ਮਾਰਨ ਵਾਸਤੇ ਆਈ ਹੈ ਬਾਥਰੂਮ ਦੇ ਵਿੱਚ। ਅਤੇ ਅਗਲੀ ਗੱਲ, ਜੇ ਕੋਈ ਮਾਰਨ ਆ ਹੀ ਪਿਆ ਤਾਂ ਉਹ 4 ਇੰਚ ਦੀ ਕਿਰਪਾਨ ਨਾਲ ਅਸੀਂ ਉਹਦਾ ਕਿਵੇਂ ਮੁਕਾਬਲਾ ਕਰ ਲਵਾਂਗੇ। ਜਦੋਂ ਸਿਰ 'ਤੇ ਬੰਨ੍ਹ ਲਈ ਤਾਂ ਉਦੋਂ ਫਿਰ ਉਹ ਸਾਨੂੰ ਕੀ ਕੰਮ ਦੇਵੇਗੀ। ਇਹ ਸਾਰਾ ਕੁਝ ਪੁਜਾਰੀ ਤਬਕੇ ਨੇ ਸਾਨੂੰ ਆਪਣੀ ਕੈਦ ਦੇ ਵਿੱਚ ਜਕੜਿਆ ਹੋਇਆ। ਅਸੀਂ ਸੋਚਣ ਤੋਂ ਸਮਝਣ ਤੋਂ ਗਿਆਨ ਹਾਸਲ ਕਰਨ ਤੋਂ ਲਗਭਗ ਇਨਕਾਰੀ ਹਾਂ। ਸ਼ਰਧਾ ਦੇ ਲੜ ਸਾਨੂੰ ਲਾ ਦਿੱਤਾ ਹੈ। ਬਾਰ-ਬਾਰ ਇਹੋ ਹੀ ਆਖਿਆ ਜਾਂਦਾ ਹੈ, ਭਾਈ ਧਰਮ ਤਾਂ ਸ਼ਰਧਾ ਦੀ ਗੱਲ ਹੁੰਦੀ ਹੈ। ਇਹ ਤਾਂ ਜਿਹੜੀ ਗੱਲ ਗੁਰੂ ਸਾਹਿਬ ਕਹਿੰਦੇ ਨੇ ਉਹ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਅਸਲ 'ਚ ਜਿਹੜਾ ਕੁਝ ਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਸਾਧਾਂ ਨੇ ਡੇਰੇਦਾਰਾਂ ਨੇ ਸਾਡੇ ਉਹ ਪੱਲੇ ਹੀ ਨਹੀਂ ਪੈਣ ਦਿੱਤਾ। ਗੁਰੂ ਦਾ ਨਾਮ ਵਰਤ ਕੇ ਗੁਰੂ ਦੀ ਬਾਣੀ ਦੀ ਕਿਸੇ ਪੰਗਤੀ ਦਾ ਸਹਾਰਾ ਲੈ ਕੇ ਇਹਨਾਂ ਨੇ ਕਹਾਣੀਆਂ ਆਪਣੀਆਂ ਸੁਣਾਈਆਂ ਨੇ, ਸਾਨੂੰ ਮਰਿਆਦਾਵਾਂ ਆਪਣੀਆਂ ਬਣਾਈਆਂ ਨੇ। ਇਹ ਵਿਖਾਵੇ ਦੀ ਮਰਿਆਦਾ ਕਿਸੇ ਵੀ ਕੰਮ ਦੀ ਨਹੀਂ ਹੈ। ਗੁਰੂ ਪਿਆਰ ਵਾਲਿਓ, ਜਦੋਂ ਸਿੱਖ ਜੰਗਲਾਂ ਦੇ ਵਿੱਚ ਰਹਿੰਦੇ ਸੀ ਉਦੋਂ ਕਿਹੜੇ ਕਛਹਿਰੇ ਸੀ ਉਹਨਾਂ ਕੋਲੇ, ਕਿੱਥੇ ਉਹਨਾਂ ਕੋਲੇ ਮਸ਼ੀਨਾਂ ਸੀ ਸਿਲਾਈ ਕਰਨ ਵਾਸਤੇ। ਪਤਾ ਨਹੀਂ ਉਹ ਲੰਗੋਟੀਆਂ ਪਾਉਂਦੇ ਸੀ, ਪਤਾ ਨਹੀਂ ਉਹ ਧੋਤੀਆਂ ਪਾਉਂਦੇ ਸੀ, ਪਤਾ ਨਹੀਂ ਕਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਬਤੀਤ ਕਰਦੇ ਸੀ, ਕਿਉਂਕਿ ਸਿਲਾਈ ਦਾ ਅਤੇ ਕੱਪੜੇ ਦਾ ਪ੍ਰਬੰਧ ਨਾ ਦੇ ਬਰਾਬਰ ਸੀ। ਉਦੋਂ ਮਸ਼ੀਨਾਂ ਨਹੀਂ ਸੀ ਆਈਆਂ। ਹੱਥ ਨਾਲ ਸਿਲਾਈ ਕਰਨੀ ਬਹੁਤ ਔਖੀ ਹੈ ਅਤੇ ਹੱਥ ਨਾਲ ਸਿਲਾਈ ਕਰਨ ਵਾਸਤੇ ਸੂਈ ਧਾਗਾ ਮਿਲਣਾ ਵੀ ਔਖਾ ਸੀ। ਜਿਹੜੇ ਧਾਗੇ ਮਿਲਦੇ ਸੀ ਉਹ ਵੀ ਇੰਨੇ ਮਜ਼ਬੂਤ ਨਹੀਂ ਸੀ ਹੁੰਦੇ। ਕੱਪੜੇ ਵੀ ਆਮ ਤੌਰ 'ਤੇ ਖੱਦਰ ਦੇ ਹੀ ਹੁੰਦੇ ਸੀ ਉਹਨਾਂ ਜ਼ਮਾਨਿਆਂ 'ਚ। ਅਤੇ ਤੁਸੀਂ ਆਪ ਸੋਚ ਕੇ ਵੇਖੋ, ਖੱਦਰ ਦੇ ਕੱਪੜੇ ਦਾ ਕਛਹਿਰਾ ਅਤੇ ਜਿਹੜਾ ਸਾਦਾ ਜਿਹਾ ਧਾਗਾ ਅਤੇ ਮੋਟੀ ਜਿਹੀ ਸੂਈ ਨਾਲ ਸਿਲਾਈ ਕਰਕੇ ਪਹਿਨਣ ਨੂੰ ਦਿੱਤਾ ਜਾਂਦਾ ਸੀ, ਉਹਦੀ ਬਣਤਰ ਕਿਹੋ ਜਿਹੀ ਹੋਵੇਗੀ। ਅੱਜ ਜਿਹੜੇ ਇਹ ਕਛਹਿਰੇ ਇਹ ਤਾਂ ਗੋਡਿਆਂ ਤੱਕ ਦਾ ਹੋਵੇ, ਇਹਦੇ ਇੰਨੇ ਵਲੇਵੇਂ ਹੋਣ, ਇੰਨਾ ਚਿੱਟਾ ਸਫੈਦ ਹੋਵੇ, ਇਹ ਤਾਂ ਲੱਠੇ ਦਾ ਬਣਿਆ ਹੋਵੇ। ਇਹ ਕਹਾਣੀਆਂ ਮੌਜੂਦਾ ਦੌਰ ਦੇ ਸਾਧਾਂ ਨੇ ਡੇਰੇਦਾਰਾਂ ਨੇ ਸਾਡੇ ਮੱਥੇ ਮੜੀਆਂ ਨੇ। ਇਹਨਾਂ ਦੀ ਕੋਈ ਕੀਮਤ ਨਹੀਂ ਹੈ। ਮਸਲਾ ਸੀ ਆਪਣੇ ਨੰਗੇਜ ਨੂੰ ਢੱਕਣ ਦਾ, ਪਰਦੇ ਵਿੱਚ ਰਹਿਣ ਦਾ। ਅਤੇ ਅੱਜ ਤਾਂ ਮੈਂ ਇਹ ਕਹਿਣ 'ਤੇ ਮਜਬੂਰ ਹਾਂ, ਜਿਹੜਾ ਅਸੀਂ ਬਾਅਦ ਦੇ ਵਿੱਚ ਕੱਛਾ ਜਾਂ ਕੱਛੀ ਜਾਂ ਕੋਈ ਲੰਗੋਟੀ ਜਿਹੜੇ ਢੰਗ ਨਾਲ ਵੀ ਆਪਣੀ ਸਹੂਲਤ ਵਾਸਤੇ ਕੋਈ ਆਪਣਾ ਨੰਗੇਜ ਢੱਕਣ ਨੂੰ ਕੱਪੜਾ ਪਹਿਨਦਾ, ਉਹਨੂੰ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਉਹ ਗੋਡਿਆਂ ਤੱਕ ਦਾ ਕਛਹਿਰਾ ਪਹਿਨੇ। ਇਹਨਾਂ ਭਾਈਆਂ ਨੇ ਤਾਂ ਗੋਡਿਆਂ ਤੱਕ ਦਾ ਕਛਹਿਰਾ ਪਾ ਕੇ ਨੰਗੀਆਂ ਲੱਤਾਂ ਵੀ ਰੱਖਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ। ਅਤੇ ਜੇ ਕੋਈ ਪਜਾਮਾ ਪਾਉਂਦਾ ਤਾਂ ਉਹ ਵੀ ਸਿੱਖੀ ਤੋਂ ਖਾਰਿਜ। ਮੈਨੂੰ ਖੁਦ ਇੱਕ ਟਕਸਾਲ ਵਾਲੇ ਗ੍ਰੰਥੀ ਨੇ, ਕਿਉਂਕਿ ਮੈਂ ਪਜਾਮਾ ਪਹਿਨਿਆ ਹੋਇਆ ਸੀ, ਉਹ ਇਹਨਾਂ ਦਾ ਗ੍ਰੰਥੀ ਸੀ ਜਿਹੜਾ ਗੁਰਦੁਆਰੇ 'ਚ, ਉਹ ਸਾਹਮਣੇ ਬੈਠਾ ਸੀ। ਮੈਂ ਜਾ ਕੇ ਤਾਬੇ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮਾ ਲੈਣ ਦੀ ਕੋਸ਼ਿਸ਼ ਕਰਨ ਲੱਗਿਆ ਅਤੇ ਉਸ ਭਾਈ ਨੇ, ਟਕਸਾਲ ਵਾਲੇ ਨੇ ਮੈਨੂੰ ਰੋਕ ਦਿੱਤਾ। ਕਹਿਣ ਲੱਗਿਆ ਕਿ ਪਜਾਮਾ ਉਤਾਰ ਕੇ ਹੀ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਜਾਇਆ ਜਾ ਸਕਦਾ ਹੈ, ਪਜਾਮਾ ਪਹਿਨ ਕੇ ਨਹੀਂ ਜਾਇਆ ਜਾ ਸਕਦਾ। ਮੈਂ ਸਿੱਧਾ ਕਹਿ ਦਿੱਤਾ ਕਿ ਜਦੋਂ ਬੀਬੀਆਂ ਹੁਕਮਨਾਮਾ ਲੈਣਾ ਚਾਹੁਣ ਜਾਂ ਪਾਠ ਕਰਨਾ ਚਾਹੁਣ ਅਤੇ ਉਹਨਾਂ ਨੂੰ ਕੀ ਕਰੋਗੇ ਫਿਰ? ਉਹਨਾਂ ਨੂੰ ਲੱਤਾਂ ਨੰਗੀਆਂ ਕਰਾ ਕੇ ਉਹਨਾਂ ਨੂੰ ਵੀ ਬਿਠਾਓਗੇ ਤਾਬੇ? ਉਹ ਇਸ ਗੱਲ ਨੂੰ ਨੀਵੀਂ ਪਾ ਕੇ ਬੇਸ਼ਰਮ ਹੋ ਕੇ ਉੱਥੋਂ ਦੌੜ ਗਿਆ, ਮੇਰੀ ਗੱਲ ਦਾ ਕੋਈ ਜਵਾਬ ਨਾ ਦੇ ਸਕਿਆ। ਗੁਰੂ ਪਿਆਰ ਵਾਲਿਓ, ਇਹਨਾਂ ਨੇ ਬਹੁਤ ਸਾਰਾ ਪਖੰਡ ਸਾਡੇ ਮੱਥੇ ਮੜ੍ਹ ਦਿੱਤਾ ਹੈ। ਇਹੋ ਜਿਹੀ ਕੋਈ ਗੱਲ ਨਹੀਂ। ਤੁਸੀਂ ਆਪਣਾ ਨੰਗੇਜ ਢੱਕਣ ਵਾਸਤੇ ਜਿਹੋ ਜਿਹਾ ਕੱਪੜਾ ਸਹੂਲਤ ਬਣਦੀ ਹੈ ਉਹੋ ਜਿਹਾ ਪਹਿਨ ਸਕਦੇ ਹੋ। ਮਸਲਾ ਹੈ ਚੰਗੇ ਇਨਸਾਨ ਦਾ, ਸੁੱਖ ਸਹੂਲਤਾਂ ਨਾਲ ਜਿਉਣ ਦਾ, ਆਪਣੀ ਸਿਹਤ ਦਾ ਖਿਆਲ ਰੱਖਣਾ। ਅਤੇ ਸਾਫ਼ ਗੁਰਬਾਣੀ 'ਚ ਲਿਖਿਆ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀ ਹੈ, ਮਨ ਮੈਂ ਚੱਲੈ ਬੇਕਾਰ। ਉਹ ਕੱਪੜਾ ਪਹਿਨਿਆ ਜਾਵੇ ਭਾਈ ਜਿਹੜਾ ਪਹਿਨਣ ਦੇ ਵਿੱਚ ਸੁੱਖ ਸਹੂਲਤਾਂ ਤਾਂ ਹੋਣ, ਪਰ ਸਰੀਰ ਨੂੰ ਤਕਲੀਫ ਕੋਈ ਨਾ ਹੋਵੇ, ਮਨ ਦੇ ਵਿੱਚ ਵਿਕਾਰ ਪੈਦਾ ਨਾ ਹੋਣ। ਸਾਦਾ ਕੱਪੜਾ ਪਹਿਨਿਆ ਜਾਵੇ ਜਿਹੜਾ ਕਿ ਸਰੀਰ ਨੂੰ ਸੁੱਖ ਸਹੂਲਤ ਦਿੰਦਾ ਅਤੇ ਬੁਰੇ ਪਾਸੇ ਸਾਨੂੰ ਜਾਣ ਤੋਂ ਸਹੂਲਤ ਦਿੰਦਾ ਕਿ ਬੁਰੇ ਪਾਸੇ ਨਹੀਂ ਜਾਣਾ, ਟਕਾਈ ਦੇ ਵਿੱਚ ਰਹਿਣਾ। ਜਿਵੇਂ ਕਿ ਭੜਕਾਵੇਂ ਰੰਗਾਂ ਤੋਂ ਬਚਿਆ ਜਾਵੇ। ਇਹ ਨਹੀਂ ਹੈ ਕਿ ਲਾਲ ਨਾ ਪਹਿਨੋ, ਹਰਾ ਨਾ ਪਹਿਨੋ, ਫਲਾਣਾ ਨਾ ਕਰੋ, ਭਾਵ ਕਿ ਵਿਖਾਵੇ ਵਾਸਤੇ ਪ੍ਰਦਰਸ਼ਨੀ ਨਾ ਕਰੋ ਸਰੀਰ ਦੀ, ਇਹਦੇ ਤੋਂ ਬਚਿਆ ਜਾਵੇ। ਕਛਹਿਰਾ ਤੁਸੀਂ ਕਿਹੜਾ ਪਾਉਂਦੇ ਹੋ, ਕਿਹੋ ਜਿਹੇ ਪਾਉਂਦੇ ਹੋ, ਕਿਵੇਂ ਬਦਲਦੇ ਹੋ,
ਤੁਹਾਡੇ ਬਾਥਰੂਮ ਦੇ ਵਿੱਚ ਦਾਖਲ ਹੋਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈ। ਆਪਣੇ ਘਰ ਦੇ ਮੈਂਬਰਾਂ ਨੂੰ ਵੀ ਆਪਾਂ ਬਾਥਰੂਮ 'ਚ ਨਹੀਂ ਜਾਣ ਦਿੰਦੇ। ਇਹ ਕੌਣ ਹੁੰਦੇ ਨੇ? ਸਾਡੇ ਬਾਥਰੂਮਾਂ ਦੀਆਂ ਗੱਲਾਂ ਕਰਨ ਵਾਲੇ ਕਿ ਕਛਹਿਰਾ ਇੱਦਾਂ ਪਾਉਣਾ ਅਤੇ ਇੱਦਾਂ ਲਾਉਣਾ। ਸੋ ਇਹਨਾਂ ਦੇ ਜਕੜਬੰਦ ਦੇ ਵਿੱਚੋਂ ਆਪਣੇ ਆਪ ਨੂੰ ਆਜ਼ਾਦ ਕਰੋ। ਜਿਵੇਂ ਤੁਹਾਡਾ ਦਿਲ ਕਰਦਾ ਕਛਹਿਰਾ ਉਤਾਰੋ, ਕਛਹਿਰਾ ਪਹਿਨੋ, ਅਤੇ ਕਛਹਿਰਾ ਕਿਸ ਕਿਸਮ ਦਾ ਪਾਉਣਾ ਇਹ ਤੁਹਾਡੀ ਆਪਣੀ ਮਰਜ਼ੀ 'ਤੇ ਨਿਰਭਰ ਹੈ। ਸਵਾਲ ਨੰਬਰ 197 ਭਾਈ ਮਨਜਿੰਦਰ ਸਿੰਘ ਸਵਾਲ ਕਰਦੇ ਨੇ ਕਿ ਰੱਬ ਨਾਲ ਇਕਮਿਕ ਹੋਣਾ ਕੀ ਹੈ? ਗੁਰੂ ਪਿਆਰ ਵਾਲਿਓ, ਰੱਬ ਇੰਨੀ ਮਹਾਨ ਹਸਤੀ ਹੈ। ਦੁਨੀਆ ਦੇ ਵੱਡੇ ਵੱਡੇ ਵਿਗਿਆਨੀ, ਦੁਨੀਆ ਦੇ ਧਰਮ ਮੁਖੀ ਅਤੇ ਹੋਰ ਵਿਦਵਾਨ ਸਾਰੀ ਉਮਰ ਇਸ ਪਾਸੇ ਲਿਖਦੇ, ਬੋਲਦੇ ਜਾਂ ਖੋਜ ਕਰਦੇ ਰਹੇ, ਪਰ ਹਰ ਇੱਕ ਨੇ ਇਹ ਕਿਹਾ ਕਿ ਉਹਦੇ ਬਾਰੇ ਪੂਰੀ ਤਰ੍ਹਾਂ ਕੁਝ ਵੀ ਦੱਸਿਆ ਨਹੀਂ ਜਾ ਸਕਦਾ। ਅਤੇ ਬਹੁਤਿਆਂ ਨੇ ਤਾਂ ਧਰਮ ਮੁਖੀਆਂ ਨੇ ਮੂਰਤੀਆਂ ਨੂੰ ਵੀ ਰੱਬ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਇਸ ਪੱਥਰ ਦੀ ਮੂਰਤੀ ਨੂੰ, ਲੋਹੇ ਦੀ ਮੂਰਤੀ ਨੂੰ, ਲੱਕੜ ਦੀ ਮੂਰਤੀ ਨੂੰ ਮੱਥਾ ਟੇਕੋ, ਇਹਦੇ ਵਿੱਚ ਰੱਬ ਹੈ ਅਤੇ ਹੋਰ ਰੱਬ ਕਿਤੇ ਨਹੀਂ ਹੈ। ਅਤੇ ਬੰਦਿਆਂ ਦੀ ਪੂਜਾ ਹੋਊਗੀ। ਗੱਲ ਕੀ, ਰੱਬ ਦੇ ਨਾਮ 'ਤੇ ਇੰਨਾ ਕੁਛ ਹੋਇਆ ਅਤੇ ਉਸ ਰੱਬ ਨੂੰ ਪਾਉਣ ਵਾਸਤੇ ਇਤਨਾ ਸਮਾਂ ਲੋਕਾਂ ਨੇ ਬਰਬਾਦ ਕੀਤਾ ਜਿਹਦਾ ਅੰਤ ਹਿਸਾਬ ਕੋਈ ਨਹੀਂ। ਕੋਈ ਨਾਂਗੇ ਰਹਿਣ ਲੱਗ ਪਏ, ਘਰ ਘਾਟ ਤਿਆਗ ਕੇ ਜੰਗਲਾਂ ਚਲੇ ਗਏ, ਪੁੱਠੇ ਲਟਕਣ ਲੱਗ ਪਏ, ਧੂਣੀਆਂ ਤਾਪਣ ਲੱਗ ਪਏ, ਜਲ ਧਾਰੇ ਕਰਨ ਲੱਗ ਪਏ, ਪਾਣੀ ਦੇ ਵਿੱਚ ਖਲੋ ਕੇ ਭਗਤੀਆਂ ਤਪੱਸਿਆ ਕਰਨ ਲੱਗ ਪਏ, ਕਈ ਤਾਂ ਭੁੱਖੇ ਰਹਿਣ ਲੱਗ ਪਏ, ਕਈਆਂ ਨੇ ਰੱਬ ਦਾ ਅੰਤ ਪਾਉਣ ਵਾਸਤੇ ਆਪਣੇ ਸਰੀਰ ਨੂੰ ਧਰਮ ਸਥਾਨਾਂ 'ਤੇ ਜਾ ਕੇ ਦੁਫਾੜ ਕਰ ਲਿਆ, ਆਰੇ ਨਾਲ ਚਰਾ ਲਿਆ, ਅਤੇ ਕਈਆਂ ਨੇ ਆਪਣੇ ਅੰਗਾਂ ਨੂੰ ਨਕਾਰੇ ਕਰ ਲਿਆ, ਪਰ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਿਆ। ਉਹ ਰੱਬ ਜਿਹੜਾ ਕਿ ਹੈ ਸਰੀਰ ਤੋਂ ਰਹਿਤ, ਉਹਦਾ ਅੰਤ ਪਾਇਆ ਨਹੀਂ ਜਾ ਸਕਦਾ, ਨੰਬਰ 1। ਦੂਜਾ, ਜਿਹਨੇ ਸੂਰਜ ਬਣਾਇਆ, ਜਿਹਨੇ ਚੰਦ ਬਣਾਇਆ, ਜਿਹਨੇ ਧਰਤੀ ਬਣਾਈ, ਜਿਹਨੇ ਧਰਤੀ ਦੇ ਵਿੱਚ ਕਰੋੜਾਂ ਜੀਵ ਜੰਤੂ ਪੈਦਾ ਕੀਤੇ, ਜਿਹਨੇ ਇੱਥੇ ਅਨੇਕ ਪਦਾਰਥ ਪੈਦਾ ਕੀਤੇ, ਜਿਹਨੇ ਹੋਰ ਪਤਾ ਨਹੀਂ ਕਿੰਨੇ ਖੰਡ ਬ੍ਰਹਿਮੰਡ ਬਣਾਏ, ਉਹਦੇ ਬਾਰੇ ਇਹ ਤੁੱਛ ਬੁੱਧੀ ਵਾਲਾ ਇਨਸਾਨ ਪੂਰੀ ਤਰ੍ਹਾਂ ਜਾਣ ਹੀ ਨਹੀਂ ਸਕਦਾ। ਇੱਥੇ ਰਹੀ ਗੱਲ ਰੱਬ ਨਾਲ ਇਕਮਿਕ ਹੋਣ ਦੀ। ਹੁਣ ਇੱਥੇ ਇਹ ਹੈ ਕਿ ਵਿਗਿਆਨੀਆਂ ਨੇ ਇਹਦਾ ਬਦਲਵਾਂ ਰਾਹ ਲੱਭ ਲਿਆ ਕਿ ਕੁਦਰਤ ਨੇ ਇਤਨਾ ਕੁਛ ਸਾਡੇ ਵਾਸਤੇ ਬਣਾ ਦਿੱਤਾ ਹੈ, ਉਹਨੂੰ ਵਰਤਣ ਦੀ ਜਾਚ ਸਿੱਖੀਏ। ਇੱਥੇ ਹੀ ਪਾਣੀ ਵਾਧੂ ਜਾ ਰਿਹਾ ਸੀ, ਪਹਾੜਾਂ ਦੇ ਉੱਤੇ ਬਰਸਾਤਾਂ ਪੈਂਦੀਆਂ ਸੀ, ਜਾਂ ਸਰਦੀ ਦੇ ਵਿੱਚ ਠੰਡੇ ਪਹਾੜਾਂ ਦੇ ਉੱਤੇ ਬਰਫ਼ ਜੰਮ ਜਾਂਦੀ ਸੀ। ਬਰਫ਼ ਦਾ ਪਾਣੀ ਜਾਂ ਫਿਰ ਬਰਸਾਤ ਦਾ ਪਾਣੀ ਨੀਵੇਂ ਪਾਸੇ ਚੱਲਦਾ ਹੈ। ਉਹ ਪਾਣੀ ਬਹੁਤ ਥਾਵਾਂ 'ਤੇ ਨੁਕਸਾਨ ਵੀ ਕਰਦਾ ਸੀ ਅਤੇ ਕੁਝ ਫਾਇਦਾ ਵੀ ਕਰਦਾ ਸੀ, ਪਰ ਬਹੁਤੀ ਵਾਰੀ ਬੇਕਾਰ ਚਲਾ ਜਾਂਦਾ ਸੀ। ਵਿਗਿਆਨੀਆਂ ਨੇ ਉਸ ਪਾਣੀ ਨੂੰ ਰੋਕ ਕੇ, ਬੰਨ੍ਹ ਲਾ ਕੇ ਉਹਦੇ ਵਿੱਚੋਂ ਨਹਿਰਾਂ ਕੱਢ ਲਈਆਂ, ਬੇਅੰਤ ਹਰਿਆਲੀ ਪੈਦਾ ਕਰ ਲਈ, ਫਸਲਾਂ ਪੈਦਾ ਕਰ ਲਈਆਂ ਉਸ ਬੇਕਾਰ ਜਾ ਰਹੇ ਪਾਣੀ ਦੇ ਨਾਲ। ਉਹ ਸਮਾਂ ਪਾ ਕੇ ਉਸ ਪਾਣੀ ਦੇ ਨਾਲ ਮੋਟਰਾਂ ਚਲਾ ਲਈਆਂ, ਬੰਨ੍ਹ ਲਾ ਲਏ ਅਤੇ ਬਿਜਲੀ ਪੈਦਾ ਕਰ ਲਈ, ਬੇਅੰਤ ਫਾਇਦੇ ਲੈ ਲਏ ਉਸ ਬਿਜਲੀ ਦੇ ਨਾਲ। ਇਸੇ ਤਰ੍ਹਾਂ ਅੱਗ, ਹਵਾ, ਪਾਣੀ, ਮਿੱਟੀ, ਭਾਵ ਕਿ ਮਿੱਟੀ ਵਰਗੇ ਸਖਤ ਪਦਾਰਥ ਜਿਵੇਂ ਲੋਹਾ ਆਦਿਕ, ਇਹਨਾਂ ਦੀ ਵਰਤੋਂ ਕਰਕੇ ਇੰਜਣ ਮਸ਼ੀਨਰੀ ਬਣਾ ਲਈ ਅਤੇ ਤੇਲ ਪੈਟਰੋਲ ਉਹਦੇ ਵਿੱਚ ਪਾ ਕੇ ਉਹਨੂੰ ਚਲਾ ਲਿਆ ਅਤੇ ਉਹਦੇ ਨਾਲ ਅਨੇਕਾਂ ਕੰਮ ਲੈ ਲਏ। ਇਹ ਸਾਰੀਆਂ ਚੀਜ਼ਾਂ ਹੈਗੀਆਂ ਤਾਂ ਇੱਥੇ ਸੀ, ਪਰ ਇਹਨਾਂ ਨੂੰ ਵਰਤਣਾ ਨਹੀਂ ਸੀ ਆ ਰਿਹਾ। ਇਸੇ ਤਰ੍ਹਾਂ ਸੂਰਜ ਦੀ ਧੁੱਪ, ਗਰਮੀ ਬੇਅੰਤ ਬੇਕਾਰ ਜਾ ਰਹੀ ਸੀ, ਉਦੋਂ ਉਹਦੇ ਤੋਂ ਵੀ ਸੋਲਰ ਸਿਸਟਮ ਦੇ ਨਾਲ ਬਹੁਤ ਸਾਰੇ ਕੰਮ ਲੈਣੇ ਸ਼ੁਰੂ ਕਰ ਲਏ। ਉਂਝ ਸੂਰਜ ਬੇਅੰਤ ਕਾਰਜ ਆਪਣੇ ਆਪ ਸਾਡੇ ਸੰਵਾਰ ਰਿਹਾ। ਇਹਦੇ ਬਾਰੇ ਤਾਂ ਬੰਦਾ ਸੋਚ ਵੀ ਨਹੀਂ ਸਕਦਾ, ਸਾਡੀ ਬੁੱਧੀ ਬਹੁਤ ਛੋਟੀ ਹੈ। ਇਕਮਿਕ ਹੋਣ ਦਾ ਬਾਰ-ਬਾਰ ਜਿੱਥੋਂ ਤੱਕ ਮੇਰੀ ਸਮਝ ਹੈ ਕਿ ਇਸ ਕੁਦਰਤ ਦੇ ਨਿਯਮ ਨੂੰ ਸਮਝ ਲਈਏ ਕਿ ਸਾਡਾ ਸਰੀਰ ਕਿਵੇਂ ਚੱਲਦਾ। ਅਸੀਂ ਆਰਾਮ ਦੇ ਨਾਲ ਸੌਂ ਜਾਂਦੇ ਹਾਂ, ਪਰ ਦਿਲ ਨੂੰ ਕੌਣ ਕਹਿੰਦਾ ਹੈ ਕਿ ਤੂੰ ਖੂਨ ਦੀ ਸਪਲਾਈ ਜਾਰੀ ਰੱਖੀ, ਧੜਕਣ ਜਾਰੀ ਰੱਖੀ, ਅਤੇ ਇਹ ਤਾਂ ਆਪਣੇ ਆਪ ਆਟੋਮੈਟਿਕ ਚੱਲ ਰਿਹਾ। ਇਸ ਨਿਯਮ ਨੂੰ ਸਮਝੀਏ। ਸਾਡਾ ਸਵਾਸ ਆਪਣੇ ਆਪ ਚੱਲ ਰਿਹਾ, ਸੁੱਤੇ ਪਏ ਹਾਂ, ਅਸੀਂ ਸਵਾਸ ਲੈਣ ਵਾਸਤੇ ਕੋਈ ਖਾਸ ਉਪਰਾਲਾ ਨਹੀਂ ਕਰਦੇ, ਇਹ ਤਾਂ ਆਪਣੇ ਆਪ ਸਾਡੇ ਸਵਾਸ ਚੱਲ ਰਹੇ ਨੇ, ਅੱਗੇ ਪਿੱਛੇ ਹਵਾ ਜਾ ਰਹੀ ਹੈ। ਇਸੇ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਆਪਣੇ ਆਪ ਮੁਰੰਮਤ ਹੋ ਰਹੀ ਹੈ, ਟੁੱਟ ਭੱਜ ਜਿਹੜੀ ਹੋ ਗਈ ਹੈ ਉਹਨੂੰ ਦਰੁਸਤ ਕਰਨ ਵਾਸਤੇ ਸੈੱਲ ਆਪਣੇ ਆਪ ਕੰਮ ਕਰ ਰਹੇ ਨੇ, ਅਤੇ ਹੱਡੀਆਂ ਦੀ ਮੁਰੰਮਤ ਹੋ ਰਹੀ ਹੈ, ਹੱਡੀਆਂ ਦੀ ਮਜ਼ਬੂਤੀ ਹੋ ਰਹੀ ਹੈ, ਅੰਗ ਵੱਧ ਰਹੇ ਨੇ ਜਾਂ ਘਟ ਰਹੇ ਨੇ, ਕੋਈ ਬਿਮਾਰੀ ਲੱਗੀ ਹੈ ਜਾਂ ਤੰਦਰੁਸਤੀ ਆ ਰਹੀ ਹੈ, ਇਹ ਸਾਰਾ ਇੱਕ ਨਿਯਮ ਦੇ ਤਹਿਤ ਹੋ ਰਿਹਾ ਹੈ। ਇਹਨਾਂ ਗੱਲਾਂ ਨੂੰ ਸਮਝ ਕੇ ਮੈਡੀਕਲ ਸਾਇੰਸ ਨੇ ਕਿੰਨਾ ਸਾਰਾ ਸਾਡਾ ਭਲਾ ਕਰ ਦਿੱਤਾ ਹੈ। ਇਹ ਸੀ
ਰੱਬ ਨਾਲ ਇੱਕਮਿਕ ਹੋਣ ਦਾ ਢੰਗ ਕਿ ਉਹਨੇ ਜੋ ਸਿਲਸਿਲਾ ਬਣਾਇਆ ਉਹਨੂੰ ਸਮਝਣਾ, ਉਸ ਦਾਇਰੇ 'ਚ ਰਹਿ ਕੇ ਆਪਣੇ ਆਪ ਨੂੰ ਵਿਕਸਿਤ ਕਰਨਾ ਅਤੇ ਉਹਦਾ ਫਾਇਦਾ ਲੈਣਾ। ਹਵਾ ਦੀ ਲੋਕੀ ਪੂਜਾ ਕਰਦੇ ਸੀ, ਪਰ ਵਿਗਿਆਨੀਆਂ ਨੇ ਹਵਾ ਟਾਇਰਾਂ ਦੇ ਵਿੱਚ ਭਰ ਦਿੱਤੀ ਅਤੇ ਟਰੱਕ ਦੇ ਟਾਇਰਾਂ 'ਚ ਹਵਾ ਭਰ ਕੇ 200-400 ਮਣ ਉੱਤੇ ਭਾਰ ਲੱਦ ਦਿੱਤਾ ਅਤੇ 100-150 ਕਿਲੋਮੀਟਰ ਦੀ ਸਪੀਡ 'ਤੇ ਟਰੱਕ ਭਾਰ ਚੁੱਕੀ ਜਾ ਰਹੇ ਹੈ। ਹੋਰ ਜਿਹੜੇ ਉਹਦੇ 'ਚ ਪੁਰਜੇ ਨੇ ਉਹ ਤਾਂ ਹੈਗੇ ਹੀ ਹੈਗੇ, ਪਰ ਜਿਹੜੀ ਹਵਾ ਦੇਵਤਾ ਸੀ ਉਹ ਭਾਰ ਖੋਤਾ ਬਣ ਕੇ ਚੁੱਕੀ ਜਾ ਰਹੀ ਹੈ। ਟਾਇਰਾਂ ਦੇ ਵਿੱਚ ਹਵਾ ਪਾ ਲਈ। ਵਿਗਿਆਨੀਆਂ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਸਖਤ ਰਬੜ ਦੇ ਟਾਇਰ ਬਣਾ ਕੇ ਜੇ ਹਵਾ ਭਰ ਲਈ ਜਾਵੇ ਤਾਂ ਹੌਲੇ ਵੀ ਰਹਿਣਗੇ ਅਤੇ ਉਹਦੇ ਵਿੱਚ ਲਚਕ ਵੀ ਆਵੇਗੀ ਅਤੇ ਇਸ ਤਰ੍ਹਾਂ ਉਦੋਂ ਬਹੁਤ ਸਾਰਾ ਕੰਮ ਲਿਆ ਜਾ ਸਕਦਾ ਹੈ। ਹਵਾ ਤੋਂ ਹੀ ਕੂਲਰ ਦੇ ਰਾਹੀਂ, AC ਦੇ ਰਾਹੀਂ, ਪੱਖੇ ਦੇ ਰਾਹੀਂ ਕਿੰਨੇ ਸਾਰੇ ਮਨੁੱਖ ਨੇ ਕੰਮ ਲੈ ਲਏ। ਇਹ ਸੀ ਇੱਕਮਿਕ ਹੋਣ ਦਾ ਢੰਗ। ਧਰਤੀ ਦੇ ਵਿੱਚ ਤੇਲ ਪੈਟਰੋਲ ਪਿਆ, ਇਹਨੂੰ ਕੱਢ ਕੇ ਕਿਵੇਂ ਵਰਤਣਾ, ਇਹ ਸੀ ਕੁਦਰਤ ਦੇ ਨਾਲ ਇੱਕਮਿਕ ਹੋਣ ਦੇ ਢੰਗ ਤਰੀਕੇ। ਗਿਆਨਵਾਨ ਬਣ ਕੇ, ਅਕਲਮੰਦ ਬਣ ਕੇ ਅਸੀਂ ਰਾਜ ਕਿਵੇਂ ਕਰਨਾ, ਅਸੀਂ ਧਰਮ ਕਿਵੇਂ ਕਮਾਉਣਾ, ਅਸੀਂ ਇਨਸਾਨੀਅਤ ਦਾ ਭਲਾ ਕਿਵੇਂ ਕਰਨਾ, ਅਸੀਂ ਨਵੀਨਤਾ ਦੀਆਂ ਕਾਢਾਂ ਕਿਵੇਂ ਕੱਢਣੀਆਂ ਨੇ, ਚੰਗੇ ਇਨਸਾਨ ਕਿਵੇਂ ਬਣਨਾ। ਅਸੀਂ ਕੀ ਸੱਚਮੁੱਚ ਇਨਸਾਨ ਬਣ ਗਏ ਹਾਂ ਕਿ ਅਜੇ ਵੀ ਪਸ਼ੂਆਂ ਵਾਲਾ ਜੀਵਨ ਜਿਉ ਰਹੇ ਹਾਂ। ਇਹ ਸੀ ਰੱਬ ਨਾਲ ਇੱਕਮਿਕ ਹੋਣ ਦਾ ਢੰਗ ਤਰੀਕਾ ਕਿ ਜੇ ਸਾਨੂੰ ਆਪਣੇ ਆਪੇ ਦੀ ਸਮਝ ਆ ਜੇ ਕਿ ਮੇਰਾ ਜਨਮ ਲੈਣ ਦਾ ਧਰਤੀ ਦੇ ਉੱਤੇ ਮਕਸਦ ਕੀ ਹੈ, ਮੇਰੀ ਉਮਰ ਕਿੰਨੀ ਕੁ ਹੈ, ਮੇਰੇ ਸਰੀਰ ਦੇ ਅੰਗ ਕੀ ਕੀ ਕਰ ਸਕਦੇ ਨੇ, ਮੇਰਾ ਦਿਮਾਗ ਕਿਵੇਂ ਕਿਵੇਂ ਵਿਕਸਿਤ ਹੋ ਸਕਦਾ ਹੈ, ਇਸ ਦਿਮਾਗ ਦੀ ਵਰਤੋਂ ਕਰਕੇ ਮੈਂ ਆਪਣੇ ਆਪੇ ਦਾ ਭਲਾ ਕਿਵੇਂ ਕਰ ਸਕਦਾ, ਆਪਣੇ ਪਰਿਵਾਰ ਦੀ ਪਾਲਣਾ ਵਧੀਆ ਢੰਗ ਨਾਲ ਮੈਂ ਕਿਵੇਂ ਕਰ ਸਕਦਾ, ਇਸੇ ਤਰ੍ਹਾਂ ਸਮਾਜ ਦਾ ਭਲਾ ਮੈਂ ਕਿਵੇਂ ਕਰ ਸਕਦਾ। ਇਹ ਸੀ ਸਾਰਾ ਕੁਝ ਰੱਬ ਨਾਲ ਇੱਕਮਿਕ ਹੋਣ ਦਾ, ਕੁਦਰਤ ਨੂੰ ਸਮਝ ਕੇ ਉਹਦੀ ਵਰਤੋਂ ਕਰਕੇ ਸਿੱਖਣ ਦਾ। ਅਸੀਂ ਗਿਆਨਵਾਨ ਨਹੀਂ ਬਣ ਸਕੇ, ਅਕਲਮੰਦ ਨਹੀਂ ਬਣ ਸਕੇ। ਰੱਬ ਤਾਂ ਬਹੁਤ ਦੂਰ ਕਿਤੇ ਬੈਠਾ, ਅਸੀਂ ਤਾਂ ਆਪਣੇ ਆਪ ਬਾਰੇ ਵੀ ਨਹੀਂ ਜਾਣ ਸਕੇ। ਅਸੀਂ ਪੁਜਾਰੀ ਦੇ ਦੱਸੇ ਹੋਏ ਰੱਬ ਨੂੰ ਲੱਭਣ ਤੁਰ ਪਏ। ਰੱਬ ਨਾਲ ਇੱਕਮਿਕ ਹੋਣ ਵਾਸਤੇ ਚੌਂਕੜੇ ਲਾ ਲਏ, ਸਮਾਧੀਆਂ ਲਾ ਲਈਆਂ, ਪਾਠਾਂ ਦੀਆਂ ਲੜੀਆਂ ਚੱਲ ਪਈਆਂ, ਨਾਮ ਸਿਮਰਨ ਹੋਣ ਲੱਗ ਪਏ ਅਤੇ ਖਾਲਸਾ ਮਾਰਚ ਜਾਂ ਫਿਰ ਨਗਰ ਕੀਰਤਨ ਆਦਿਕ ਕਰਦਿਆਂ ਹੋਇਆਂ ਸੜਕਾਂ 'ਤੇ ਤੁਰ ਪਏ। ਬਹੁਤ ਕੁਝ ਅਜਿਹਾ ਕਰ ਲਿਆ ਜਿਹਦੇ ਨਾਲ ਸਾਡਾ ਮਾਨਸਿਕ ਵਿਕਾਸ ਤਾਂ ਨਹੀਂ ਹੋਇਆ, ਪਰ ਸਮਾਂ ਬਰਬਾਦ ਬਹੁਤ ਹੋ ਗਿਆ, ਪੈਸਾ ਬਰਬਾਦ ਬਹੁਤ ਹੋ ਗਿਆ, ਪ੍ਰਾਪਤੀ ਕੋਈ ਵੀ ਨਹੀਂ ਹੋਈ ਅਤੇ ਸਿੱਖ ਪੰਥ ਹੋਰ ਨੀਵੇਂ ਪਾਸੇ ਨੂੰ ਰਿੜ੍ਹਦਾ ਜਾ ਰਿਹਾ। ਕਦੀ ਆਪਣੇ ਆਪ ਵੱਲ, ਕਦੀ ਆਪਣੇ ਸਮਾਜ ਵੱਲ ਖੁਦ ਗਹਿਰਾਈ ਨਾਲ ਝਾਤੀ ਮਾਰ ਕੇ ਵੇਖਿਓ ਕਿ ਸਿੱਖ ਪੰਥ ਪਿਛਾਂਹ ਨੂੰ ਜਾ ਰਿਹਾ ਕਿ ਅੱਗੇ ਨੂੰ ਵੱਧ ਰਿਹਾ। ਦੁਨੀਆ ਕਿੱਥੇ ਪਹੁੰਚ ਗਈ ਅਤੇ ਅਸੀਂ ਅੱਜ ਕਿੱਥੇ ਖਲੋਤੇ ਹਾਂ। ਰੱਬ ਨਾਲ ਇੱਕਮਿਕ ਹੋਣਾ ਕੀ ਹੈ, ਉਹਦੇ ਕੁਦਰਤ ਦੇ ਨਿਯਮਾਂ ਨੂੰ ਸਮਝਣਾ, ਜੀਵ ਜੰਤੂ ਕਿਵੇਂ ਕੰਮ ਕਰਦੇ ਨੇ, ਅਸੀਂ ਕਿਵੇਂ ਕੰਮ ਕਰਦੇ ਹਾਂ ਅਤੇ ਅਸੀਂ ਆਪਣੇ ਆਪ ਨੂੰ ਵਿਕਸਿਤ ਕਿੰਨਾ ਕੁ ਕਰ ਸਕਦੇ ਹਾਂ, ਕੁਦਰਤ ਦੇ ਵਿੱਚ ਕੀ ਕੀ ਖਜ਼ਾਨੇ ਪਏ ਨੇ, ਉਹਦੀ ਵਰਤੋਂ ਕਿਵੇਂ ਕਰਨੀ ਹੈ। ਇਹ ਬਹੁਤ ਕੁਝ ਹੈ ਜਿਹੜਾ ਜਾਣਨ ਵਾਲਾ ਹੈ। ਅਸੀਂ ਤਾਂ ਰੱਬ ਨੂੰ ਲੱਭਣ ਤੁਰ ਪਏ, ਰੱਬ ਨਾਲ ਇੱਕਮਿਕ ਹੋਣ ਦੇ ਯਤਨ ਕਰਨ ਲੱਗ ਪਏ, ਸਮਾਂ ਬਰਬਾਦ ਕਰਦੇ ਰਹੇ, ਸਦੀਆਂ ਬੀਤ ਗਈਆਂ, ਪਰ ਰੱਬ ਨਾਲ ਤਾਂ ਇੱਕਮਿਕ ਕੀ ਹੋਣਾ ਸੀ। ਅਸੀਂ ਤਾਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਵਰਤੋਂ ਵੀ ਨਹੀਂ ਕਰ ਸਕੇ, ਆਪਣੇ ਸਰੀਰ ਦੀ ਵੀ ਵਰਤੋਂ ਚੰਗੇ ਤਰੀਕੇ ਨਾਲ ਅਸੀਂ ਨਹੀਂ ਕਰ ਸਕੇ, ਆਪਣਾ ਦਿਮਾਗ ਵੀ ਅਣਵਰਤਿਆ ਹੀ ਚਲਾ ਗਿਆ, ਇਹਦੀ ਵੀ ਚੰਗੇ ਤਰੀਕੇ ਵਰਤੋਂ ਨਹੀਂ ਕਰ ਸਕੇ। ਮੈਂ ਉਮੀਦ ਕਰਦਾ ਹਾਂ ਕੁਦਰਤ ਨੂੰ ਸਮਝ ਲੈਣਾ ਹੀ ਰੱਬ ਦੇ ਨਿਯਮਾਂ ਨੂੰ ਸਮਝ ਲੈਣ ਦੇ ਬਰਾਬਰ ਹੈ ਅਤੇ ਇਹੋ ਹੀ ਸਾਡੇ ਵਾਸਤੇ ਰੱਬ ਹੈ ਜਿੱਥੇ ਅਸੀਂ ਰਹਿ ਰਹੇ ਹਾਂ। ਗੁਰਬਾਣੀ ਨੇ ਤਾਂ ਇਹ ਵੀ ਕਿਹਾ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਹੇ ਭਾਈ, ਹੇ ਇਨਸਾਨ, ਤੂੰ ਇਸ ਧਰਤੀ ਦਾ ਬਾਦਸ਼ਾਹ ਹੈ, ਬਾਕੀ ਜੀਵ ਜੰਤੂ ਤੇਰੇ ਗੁਲਾਮ ਨੇ, ਤੇਰੇ ਅਧੀਨ ਨੇ, ਤੂੰ ਸਾਰਿਆਂ ਤੋਂ ਕੰਮ ਲੈ ਸਕਦਾ ਹੈ, ਪਰ ਚੰਗਾ ਇਨਸਾਨ ਬਣ ਕੇ ਚੰਗੇ ਤਰੀਕੇ ਉਹਨਾਂ ਤੋਂ ਕੰਮ ਲਵੀਂ ਤਾਂ ਕਿ ਸਾਰੇ ਸਮਾਜ ਦਾ ਫਾਇਦਾ ਹੋ ਸਕੇ, ਭਲਾ ਹੋ ਸਕੇ। ਸਵਾਲ ਨੰਬਰ 198 ਭਾਈ ਤਰਲੋਚਨ ਸਿੰਘ, ਇਹਨਾਂ ਦਾ ਸਵਾਲ ਹੈ ਜੀਵ ਆਤਮਾ ਕੀ ਹੈ। ਪਹਿਲਾ ਜਿਹੜਾ ਸਵਾਲ ਦਾ ਜਵਾਬ ਮੈਂ ਦਿੱਤਾ ਉਹ ਅਤੇ ਇਹ ਦੋਵਾਂ ਦੇ ਆਪਸ ਦੇ ਵਿੱਚ ਬਹੁਤ ਸਮਾਨਤਾ ਹੈ। ਭਾਵ ਕਿ ਪਹਿਲੇ ਦੇ ਵਿੱਚ ਸਵਾਲ ਕੀਤਾ ਗਿਆ ਸੀ ਕਿ ਰੱਬ ਨਾਲ ਇੱਕਮਿਕ ਹੋਣਾ ਕੀ ਹੈ। ਇਸ ਸਵਾਲ ਦੇ ਵਿੱਚ ਪੁੱਛਿਆ ਗਿਆ ਹੈ ਕਿ ਜੀਵ ਆਤਮਾ ਕੀ ਹੈ। ਇੱਥੇ ਹੁਣ ਜੀਵ ਆਤਮਾ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਪਹਿਲੀ ਗੱਲ ਤਾਂ ਜਿਹੜੇ ਸਮੇਂ ਦੇ ਵਿੱਚ ਗੁਰਬਾਣੀ ਲਿਖੀ ਗਈ ਹੈ ਉਦੋਂ ਹਾਲੀ ਦਿਮਾਗ ਸ਼ਬਦ ਦੀ ਵਰਤੋਂ ਨਹੀਂ ਹੋਣ ਲੱਗੀ ਸੀ। ਗੁਰਬਾਣੀ ਦੇ ਵਿੱਚ ਦਿਮਾਗ ਸ਼ਬਦ ਨਹੀਂ ਵਰਤਾ ਗਿਆ। ਕਿਤੇ ਤਾਂ ਮਨ ਕਿਹਾ, ਕਿਤੇ ਦਿਲ ਕਿਹਾ,
किते आत्मा आख्या, किते जीव आत्मा आख्या। भाव है ये जिहड़ा साडा शरीर जिस नियम दे विच चलदा आ रहा है, जिस ढंग दे नाल इहदे सारे हिस्से पुरजे अंग काम करते ने, ਇਹਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ, ਇਹਨੂੰ ਜੀਵ ਆਤਮਾ ਮੰਨ ਲਿਆ ਗਿਆ। ਭਾਵ ਕਿ ਕੋਈ ਵਿਸ਼ੇਸ਼ ਤਾਕਤ, ਕੋਈ ਨਿਯਮ ਇਹਦੇ ਪਿੱਛੇ ਕੰਮ ਕਰ ਰਿਹਾ ਜਿਹੜਾ ਕਿ ਇਹਨੂੰ ਚਲਾ ਰਿਹਾ। ਹੁਣ ਇੱਕ ਗੱਲ ਸੋਚ ਕੇ ਵੇਖੋ, ਸਾਡੇ ਸਰੀਰ ਦਾ ਤਾਪਮਾਨ ਤਕਰੀਬਨ 98-99 ਡਿਗਰੀ ਤੱਕ ਜਿਹੜਾ ਗਰਮ ਰਹਿੰਦਾ ਹੈ। ਉਹ ਜਿਹੜੇ ਥਰਮਾਮੀਟਰ ਨਾਲ ਆਪਾਂ ਨਾਪਦੇ ਹਾਂ ਉਹਦੇ ਵਿੱਚ 98.9 98.5 ਇਹਦੇ ਨੇੜੇ ਤੇੜੇ ਆਮ ਤੌਰ 'ਤੇ ਹੁੰਦਾ। ਜੇ ਸਾਡੇ ਸਰੀਰ ਦੀ ਗਰਮੈਸ਼ ਵੱਧ ਜਾਵੇ ਤਾਂ ਵੀ ਖਤਰਾ ਹੈ, ਜੇ ਘਟ ਜਾਵੇ ਤਾਂ ਵੀ ਖਤਰਾ ਹੈ। ਇਸੇ ਤਰ੍ਹਾਂ ਜੇ ਸ਼ੂਗਰ ਦੀ ਮਿਕਦਾਰ ਘਟ ਜਾਵੇ ਤਾਂ ਵੀ ਖਤਰਨਾਕ ਹੈ, ਜੇ ਵੱਧ ਜਾਵੇ ਤਾਂ ਵੀ ਖਤਰਨਾਕ ਹੈ। ਇਹ ਨਿਯਮ ਕਿਵੇਂ ਪਿੱਛੇ ਕੰਮ ਕਰਦਾ ਹੈ, ਇਹੀ ਸਾਡੀ ਜੀਵ ਆਤਮਾ, ਇਹਦੇ ਪਿੱਛੇ ਇਹਨੂੰ ਕੰਟਰੋਲ ਕਰਨ ਵਾਲੀ ਜਿਹੜੀ ਸ਼ਕਤੀ ਹੈ, ਜਿਹੜੀ ਤਾਕਤ ਹੈ, ਉਸੇ ਨੂੰ ਜੀਵ ਆਤਮਾ ਆਪਾਂ ਕਹਿ ਸਕਦੇ ਹਾਂ। ਹੁਣ ਇੱਥੇ ਇੱਕ ਗੱਲ ਜਿਹੜੀ ਕਿ ਖਾਸ ਧਿਆਨ ਦੇਣ ਯੋਗ ਹੈ, ਉਹ ਮੈਂ ਕੁਝ ਗੁਰਬਾਣੀ ਦੇ ਵਿੱਚੋਂ ਪ੍ਰਮਾਣ ਤੁਹਾਡੇ ਸਾਹਮਣੇ ਰੱਖਣ ਲੱਗਿਆ। ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ, ਅੰਧਲੇ ਦਹਿਸਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਭਇਆ। ਅਸੀਂ ਤੇ ਜੀਵ ਆਤਮਾ ਦੀ ਗੱਲ ਕਰਦੇ ਹਾਂ ਕਿ ਇਹਦੇ ਪਿੱਛੇ ਕਿਹੜੀ ਤਾਕਤ ਕੰਮ ਕਰਦੀ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਏਡੇ ਵੱਡੇ ਸਵਾਲ ਉਠਾਏ ਨੇ ਕਿ ਹਵਾ ਪੈਦਾ ਕਰਕੇ ਆਪਣੇ ਨਿਯਮ ਦੇ ਵਿੱਚ ਹਵਾ ਦੇ ਵਿੱਚ ਧਰਤੀ ਟਿਕਾ ਦਿੱਤੀ। ਧਰਤੀ ਦੇ ਹੇਠਾਂ ਇਹਨੂੰ ਚੁੱਕਣ ਵਾਲੀ ਕੋਈ ਤਾਕਤ ਨਹੀਂ ਹੈ। ਹਵਾ ਦੇ ਵਿੱਚ ਕਿੰਨਾ ਵਜਨ ਹੈ, ਧਰਤੀ 'ਚ ਕਿੰਨਾ ਭਾਰ ਹੈ, ਇਹ ਅਸੀਂ ਤੋਲ ਨਹੀਂ ਸਕਦੇ, ਦੱਸ ਨਹੀਂ ਸਕਦੇ। ਪਰ ਧਰਤੀ ਹਵਾ 'ਚ ਟਿਕੀ ਹੋਈ ਹੈ, ਇਹ ਵਿਗਿਆਨੀਆਂ ਨੇ ਸਿੱਧ ਕਰ ਦਿੱਤਾ ਹੈ। ਅਤੇ ਇਹਦੇ ਦੁਆਲੇ ਜਹਾਜ਼ਾਂ ਨੇ ਚੱਕਰ ਲਾ ਕੇ ਵੇਖ ਲਏ ਨੇ, ਹਵਾ 'ਚ ਉੱਡਦੀ ਫਿਰ ਰਹੀ ਹੈ। ਪੌਣ ਉਪਾਏ, ਹਵਾ ਪੈਦਾ ਕਰ ਦਿੱਤੀ ਕੁਦਰਤ ਨੇ, ਧਰਤੀ ਹਵਾ 'ਚ ਟਿਕਾ ਦਿੱਤੀ। ਜਲ ਅਗਨੀ ਕਾ ਬੰਦ ਕੀਆ, ਪਾਣੀ ਅਤੇ ਅੱਗ ਦਾ ਆਪਸ ਦੇ ਵਿੱਚ ਤਾਲਮੇਲ ਕਰ ਦਿੱਤਾ। ਇਹਨਾਂ ਦੇ ਵਿੱਚ ਤਾਲਮੇਲ ਦਾ ਕੀ ਆ, H2O, ਇਹ ਦੋ ਗੈਸਾਂ ਨੇ। ਜਦੋਂ ਇਹਨਾਂ ਨੂੰ ਤਰਲ ਬਣਾ ਦਈਏ ਤਾਂ ਪਾਣੀ ਬਣ ਜਾਂਦਾ ਹੈ। ਜਦੋਂ ਇਹਨਾਂ ਨੂੰ ਵੱਖ ਕਰ ਦਈਏ, ਇੱਕ ਆਕਸੀਜਨ ਇੱਕ ਹਾਈਡਰੋਜਨ, ਦੋ ਗੈਸਾਂ ਬਣ ਜਾਂਦੀਆਂ ਨੇ। ਇਹ ਸਾਰਾ ਨਿਯਮ ਕੁਦਰਤ ਨੇ ਬਣਾਇਆ ਹੋਇਆ ਕਿ ਜਲ ਅਗਨੀ ਕਾ ਬੰਦ ਕੀਆ। ਇਸੇ ਤਰ੍ਹਾਂ ਭੀਤਰ ਅਗਨ ਬਨਸਪਤ ਮੌਲੀ, ਸਾਗਰ ਪੰਡੈ ਪਾਇਆ। ਜਿਹੜੀ ਬਨਸਪਤੀ ਹੈ ਇਹਦੇ ਵਿੱਚ ਵੀ ਗਰਮੈਸ਼ ਹੈ। ਸਾਡੇ ਅੰਦਰ ਜਿਵੇਂ ਟੈਂਪਰੇਚਰ ਹੈ, ਸਾਰੀ ਬਨਸਪਤੀ ਦੇ ਅੰਦਰ ਵੀ ਟੈਂਪਰੇਚਰ ਨਿਯਮ ਦੇ ਮੁਤਾਬਕ ਚੱਲ ਰਿਹਾ, ਪਰ ਉਹਦੇ ਅੰਦਰ ਪਾਣੀ ਵੀ ਹੈ ਅਤੇ ਉਹ ਵੱਧ ਫੁੱਲ ਵੀ ਰਹੀ ਹੈ, ਅਤੇ ਹਰਿਆਲੀ ਵੀ ਹੈ, ਸੋਹਣੇ ਫੁੱਲ ਵੀ ਨੇ, ਫਲ ਵੀ ਨੇ, ਪਰ ਅੰਦਰ ਅੱਗ ਵੀ ਹੈ ਉਹਦੇ। ਭੀਤਰ ਅਗਨ ਬਨਸਪਤ ਮੌਲੀ, ਸਾਗਰ ਪੰਡੈ ਪਾਇਆ। ਹੁਣ ਸਮੁੰਦਰ ਹੈ ਜਿਹੜਾ, ਉਹ ਕਿਤੇ ਰੁੜ ਕੇ ਨਹੀਂ ਜਾਂਦਾ, ਕਿਤੇ ਪਾਣੀ ਡੁੱਲਦਾ ਨਹੀਂ ਹੈ। ਉਹ ਕਿਸੇ ਡੱਬੇ 'ਚ ਬਕਸੇ 'ਚ ਬੰਦ ਕਰਕੇ ਸਮੁੰਦਰ ਨਹੀਂ ਰੱਖਿਆ। ਧਰਤੀ ਦੇ ਉੱਤੇ ਖੁੱਲ੍ਹਾ ਪਾਣੀ ਹੈ ਅਤੇ ਤਕਰੀਬਨ 3 ਹਿੱਸੇ ਪਾਣੀ ਹੈ ਅਤੇ ਚੌਥਾ ਹਿੱਸਾ ਧਰਤੀ ਹੈ। ਫਿਰ ਵੀ ਪਾਣੀ ਇਸ ਧਰਤੀ ਨੂੰ, ਮਿੱਟੀ ਨੂੰ ਖੋਰਦਾ ਨਹੀਂ ਹੈ ਅਤੇ ਪਾਣੀ ਡੁੱਲ ਕੇ ਕਿਤੇ ਹੋਰ ਪਾਸੇ ਨਹੀਂ ਜਾਂਦਾ, ਆਪਣੇ ਟਿਕਾਣੇ 'ਤੇ ਪੱਕਾ ਟਿਕਿਆ ਹੋਇਆ ਬਿਨਾਂ ਕੰਧਾਂ ਤੋਂ। ਇਹ ਹੈ ਲਾਜਵਾਬ ਨਿਯਮ ਕੁਦਰਤ ਦਾ। ਚੰਦ ਸੂਰਜ ਦੋਏ ਘਰ ਹੀ ਭੀਤਰ, ਐਸਾ ਗਿਆਨ ਨਾ ਪਾਇਆ। ਚੰਦ ਅਤੇ ਸੂਰਜ ਭਾਵ ਠੰਡਕ ਅਤੇ ਗਰਮੈਸ਼, ਉਹ ਵੀ ਸਾਡੇ ਹਰ ਜੀਵ ਦੇ ਅੰਦਰ ਮੌਜੂਦ ਹੈ, ਪਰ ਸਾਨੂੰ ਇਹੋ ਜਿਹਾ ਗਿਆਨ ਨਹੀਂ ਹੈ। ਸਾਡੀ ਆਤਮਾ ਵਿਕਾਸ ਨਹੀਂ ਕੀਤਾ, ਸਾਡਾ ਦਿਮਾਗ ਵਿਕਸਿਤ ਨਹੀਂ ਹੋਇਆ। ਇੱਥੋਂ ਤੱਕ ਗੁਰੂ ਸਾਹਿਬ ਤਾਂ ਦੱਸਦੇ ਨੇ, ਸਗਲ ਬਨਸਪਤ ਮੈਂ ਬੈਸੰਤਰ, ਸਾਰੀ ਬਨਸਪਤੀ ਦੇ ਵਿੱਚ ਅੱਗ ਹੈ। ਸਗਲ ਦੁੱਧ ਮੈਂ ਘੀਆ, ਸਾਰੇ ਦੁੱਧ ਦੇ ਵਿੱਚ ਹਰ ਥਾਂ 'ਤੇ ਘਿਓ ਵੀ ਘੱਟ ਵੱਧ ਮੌਜੂਦ ਹੈ। ਊਚ ਨੀਚ ਮੈਂ ਜੋਤ ਸਮਾਣੀ, ਆ ਧਿਆਨ ਰਵੇ, ਜੋਤ ਜਾਂ ਆਤਮਾ ਇੱਕੋ ਹੀ ਚੀਜ਼ ਹੈ। ਹਰ ਜੀਵ ਦੇ ਵਿੱਚ ਜੋਤ ਮੌਜੂਦ ਹੈ, ਆਤਮਾ ਮੌਜੂਦ ਹੈ, ਭਾਵ ਕਿ ਇੱਕ ਸਿਸਟਮ ਉਹਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ। ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ, ਉਹ ਜ਼ਰੇ ਜ਼ਰੇ ਦੇ ਵਿੱਚ ਉਹਦਾ ਨਿਯਮ ਕੰਮ ਕਰ ਰਿਹਾ। ਨਿੱਕੇ ਤੋਂ ਨਿੱਕੇ ਜੀਵ ਜਿਹੜੇ ਅੱਖਾਂ ਨਾਲ ਦਿਸਦੇ ਵੀ ਨਹੀਂ, ਖੁਰਦਬੀਨ ਨਾਲ ਦਿਸਦੇ ਨੇ, ਉਹਨਾਂ ਦੇ ਅੰਦਰ ਵੀ ਪੂਰਾ ਸਿਸਟਮ ਕੰਮ ਕਰ ਰਿਹਾ ਜਿਹੜਾ ਕੁਦਰਤ ਨੇ ਬਣਾਇਆ। ਉਹਨਾਂ ਦਾ ਜਨਮ, ਉਹਨਾਂ ਦਾ ਮਰਨ, ਉਹਦੇ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਉਹ ਚੱਲਦੀਆਂ ਨੇ, ਅਤੇ ਕਿੰਨਾ ਬਰੀਕ ਸਾਰਾ ਪ੍ਰਬੰਧ ਹੈ ਉਹਦੇ ਅੰਦਰ ਚੱਲ ਰਿਹਾ, ਉਹ ਸਾਡੀ ਪਹੁੰਚ ਤੋਂ ਬਹੁਤ ਬਾਹਰ ਹੈ। ਅਤੇ ਗੁਰੂ ਪਿਆਰ ਵਾਲਿਓ, ਇੱਥੋਂ ਤੱਕ ਗੁਰਬਾਣੀ ਸਾਨੂੰ ਕਹਿੰਦੀ ਹੈ, ਏਕਾ ਸੁਰਤ ਜੇਤੇ ਹੈ ਜੀ। ਹਰੇਕ ਜੀਵ ਦੇ ਅੰਦਰ ਇੱਕ ਸੁਰਤੀ ਬਿਰਤੀ ਹੈ, ਇੱਕ ਜੀਵ ਆਤਮਾ ਹੈ ਜਿਹੜੀ ਉਸ ਸਰੀਰ ਨੂੰ ਕੰਟਰੋਲ ਕਰਦੀ ਹੈ।
ਏਕਾ ਸੁਰਤ ਜੇਤੇ ਹੈ ਜੀ, ਸੁਰਤ ਬਿਹੂਣਾ ਕੋਈ ਨਾ ਕੀ। ਉਸ ਜੀਵ ਆਤਮਾ ਤੋਂ ਬਿਨਾਂ ਕੋਈ ਵੀ ਜੀਵ ਜਿਉਂਦਾ ਹੀ ਨਹੀਂ ਹੈ, ਉਹ ਹਰ ਥਾਂ ਤੇ ਮੌਜੂਦ ਹੈ। ਜੇ ਹੀ ਸੁਰਤ ਤਿਹਾ ਤਿਨ ਰਾਹ, ਪਰ ਜਿਨ੍ਹਾਂ ਦੀ ਜਿੰਨੀ ਕੁ ਅਕਲ ਹੈ, ਜਿੰਨੀ ਕੁ ਸਮਝ ਹੈ, ਉਹ ਜਾਂ ਜ਼ਿੰਦਗੀ ਦਾ ਰਸਤਾ ਅਖਤਿਆਰ ਕਰ ਲੈਂਦਾ ਹੈ। ਲੇਖਾ ਇੱਕੋ ਆਵੋ ਜਾ, ਇਹ ਸਾਰਿਆਂ ਤੇ ਪੱਕਾ ਨਿਯਮ ਲਾਗੂ ਹੁੰਦਾ ਹੈ ਤੇ ਕਿਸੇ ਤੇ ਵੀ ਇਹ ਨਿਯਮ ਘੱਟ ਵੱਧ ਨਹੀਂ ਹੁੰਦਾ। ਆਪੋ ਆਪਣੇ ਜਿਸ ਨਿਯਮ ਦੇ ਵਿੱਚ ਕੋਈ ਜੀਵ ਚੱਲ ਰਿਹਾ ਹੈ, ਬਨਸਪਤੀ ਦੇ ਵਿੱਚ ਆਪਣੇ ਨਿਯਮ ਨੇ, ਪਸ਼ੂਆਂ ਪੰਛੀਆਂ 'ਚ ਆਪਣੇ ਨਿਯਮ ਨੇ, ਮਨੁੱਖ ਦੇ ਵਿੱਚ ਸਰੀਰ 'ਚ ਆਪਣੇ ਨਿਯਮ ਨੇ। ਇਹ ਸਾਰਾ ਕੁਝ ਇੱਕ ਸਿਸਟਮ ਦੇ ਵਿੱਚ ਚੱਲ ਰਿਹਾ ਹੈ। ਜੋਤ ਜਾਂ ਆਤਮਾ ਕੋਈ ਵੱਖਰੀ ਨਹੀਂ ਹੈ, ਨਾ ਕਿਤੋਂ ਆਉਂਦੀ ਹੈ ਤੇ ਨਾ ਕਿਤੇ ਜਾਂਦੀ ਹੈ। ਇੱਥੋਂ ਹੀ ਪੰਜ ਤੱਤ ਮਿਲ ਦੇਹੀ ਕਾ ਆਕਾਰਾ, ਘੱਟ ਵੱਧ ਕੋ ਕਰੈ ਵਿਚਾਰਾ। ਪੰਜਾਂ ਤੱਤਾਂ ਤੋਂ ਮਿਲ ਕੇ ਇਹ ਦੇਹੀ, ਇਹ ਸਰੀਰ ਬਣ ਗਿਆ। ਮਾਤਾ ਪਿਤਾ ਦੇ ਸੰਯੋਗ ਨਾਲ ਬਹੁਤ ਪਹਿਲਾਂ ਛੋਟੇ ਸਪਰਮ ਸੀ ਤੇ ਫਿਰ ਇਹਨਾਂ ਦੇ ਮੇਲ ਤੋਂ ਬੱਚਾ ਵਿਕਸਿਤ ਹੋਣਾ ਸ਼ੁਰੂ ਹੋ ਗਿਆ। ਮਾਤਾ ਤੇ ਗਰਭ ਤੋਂ 9 ਮਹੀਨਿਆਂ ਤੋਂ ਬਾਅਦ ਉਹ ਬਾਹਰ ਆ ਗਿਆ। ਉਪਰੰਤ ਉਹਨੇ ਹੋਰ ਵਿਕਸਿਤ ਹੋਣਾ ਸ਼ੁਰੂ ਕੀਤਾ। ਅੰਤ ਨੂੰ 50 ਸਾਲ 70 ਸਾਲ ਜਾਂ 100 ਸਾਲ ਆਪਣੀ ਉਮਰ ਸਮਾਂ ਭੋਗ ਕੇ ਉਹ ਸੰਸਾਰ ਤੋਂ ਵਿਦਾ ਹੋ ਗਿਆ। ਉਹਦੀ ਉਮਰ ਪੂਰੀ ਹੋ ਗਈ। ਇਸੇ ਤਰ੍ਹਾਂ ਹਰ ਜੀਵ ਆਪਣਾ ਰੂਪ ਵਟਾ ਲੈਂਦਾ। ਇਹ ਜਿਹੜੀ ਜੀਵ ਆਤਮਾ ਹੈ, ਨਾ ਕਿਤੋਂ ਆਉਂਦੀ ਹੈ, ਨਾ ਕਿਤੋਂ ਜਾਂਦੀ ਹੈ, ਨਾ ਕਿਤੇ ਵੇਖੀ ਪਾਖੀ ਜਾਂਦੀ ਹੈ। ਇਹ ਹੈ ਸਰੀਰ 'ਚ ਚੱਲਣ ਵਾਲਾ ਇੱਕ ਨਿਯਮ। ਇਸੇ ਤਰ੍ਹਾਂ ਕੁਦਰਤ ਨੂੰ ਕੰਟਰੋਲ ਕਰਨ ਵਾਲਾ ਵੱਡਾ ਨਿਯਮ। ਇਹ ਛੋਟੇ ਵੱਡੇ ਸਾਡੇ ਸਰੀਰ ਦੇ ਨਿਯਮ ਕੁਦਰਤ ਨੇ ਪੱਕੇ ਤੌਰ 'ਤੇ ਬਣਾਏ ਹੋਏ ਨੇ। ਵਿਗਿਆਨੀਆਂ ਨੇ, ਮੈਡੀਕਲ ਸਾਇੰਸ ਵਾਲਿਆਂ ਨੇ, ਡਾਕਟਰਾਂ ਨੇ ਇਹਨਾਂ ਨੂੰ ਸਮਝ ਲਿਆ। ਇਸੇ ਕਰਕੇ ਸਾਡੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਹਨਾਂ ਨੇ ਬਹੁਤ ਸਹੂਲਤਾਂ ਦਿੱਤੀਆਂ ਨੇ, ਇਲਾਜ ਕੀਤੇ ਨੇ ਤੇ ਖਾਣ ਪੀਣ ਦੇ ਚੰਗੇ ਪ੍ਰਬੰਧ ਕੀਤੇ ਨੇ, ਸਾਡੀ ਸੁਰੱਖਿਆ ਦੇ ਪ੍ਰਬੰਧ ਕੀਤੇ ਨੇ। ਇਹ ਉਹਨਾਂ ਨਿਯਮਾਂ ਨੂੰ ਸਮਝ ਕੇ ਹੀ ਸਾਰਾ ਕੁਝ ਕੀਤਾ ਹੈ ਤਾਂ ਕਿ ਇਹ ਦਿਮਾਗ ਸਾਡਾ ਵਿਕਸਿਤ ਹੋ ਕੇ ਹੋਰ ਭਲਾ ਕਰਦਾ ਰਹੇ। ਸਾਡਾ ਦਿਮਾਗ ਹੀ ਜੀਵਾਤਮਾ ਹੈ। ਇਹਦੇ ਪਿੱਛੇ ਜਿਹੜਾ ਸਿਸਟਮ ਕੰਮ ਕਰ ਰਿਹਾ ਹੈ ਉਹੀ ਜੀਵਾਤਮਾ ਹੈ। ਹੋਰ ਕੋਈ ਜੀਵ ਆਤਮਾ ਕਿਤੋਂ ਉੱਪਰੋਂ ਉਤਰ ਕੇ ਨਹੀਂ ਆਉਂਦੀ, ਨਾ ਕਿਤੇ ਮਰਨ ਤੋਂ ਬਾਅਦ ਜਾਂਦੀ ਹੈ। ਇਹ ਜਿੱਥੋਂ ਜਿੱਥੋਂ ਉਹ ਸਾਰੇ ਤੱਤ ਆਏ ਨੇ ਉੱਥੇ ਵਾਪਸ ਮਿਲ ਜਾਂਦੇ ਨੇ ਤੇ ਆਉਂਦਾ ਜਾਂਦਾ ਕੁਝ ਵੀ ਨਹੀਂ ਹੈ। ਸਿਰਫ ਕੋਈ ਸਮਾਂ ਆਪਣਾ ਜ਼ਿੰਦਗੀ ਦਾ ਭੋਗ ਕੇ ਉਹ ਤੱਤ ਬਿਖਰ ਜਾਂਦੇ ਨੇ। ਸਵਾਲ ਨੰਬਰ 199 ਭਾਈ ਗੁਰਮੀਤ ਸਿੰਘ ਗੁੜੱਦੀ ਜ਼ਿਲ੍ਹਾ ਮਾਨਸਾ ਤੋਂ ਸਵਾਲ ਪੁੱਛਦੇ ਨੇ ਕਿ ਅੰਮ੍ਰਿਤਧਾਰੀ ਸਿੰਘ ਸਿੰਘਣੀ ਨੂੰ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਵਾਲ ਕੱਟਣ ਦੀ ਮਨਾਹੀ ਹੈ। ਗੁਰੂ ਪਿਆਰ ਵਾਲਿਓ, ਬਹੁਤ ਕੁਝ ਇਹੋ ਜਿਹਾ ਪ੍ਰਚਾਰ ਕਰ ਦਿੱਤਾ ਹੋਇਆ ਡੇਰੇਦਾਰਾਂ ਨੇ। ਚੰਗੇ ਇਨਸਾਨ ਬਣਾਉਣ ਵਾਸਤੇ ਪ੍ਰਚਾਰ ਘੱਟ ਤੋਂ ਘੱਟ ਹੋਇਆ। ਸਰੀਰ ਦੇ ਨਾਲ ਸੰਬੰਧਿਤ ਘਟਨਾਵਾਂ ਨੂੰ, ਮਰਿਆਦਾਵਾਂ ਨੂੰ ਇੰਨਾ ਪ੍ਰਚਾਰ ਦਿੱਤਾ ਗਿਆ ਕਿ ਆਮ ਸਿੱਖ ਜਿਹੜਾ ਕਿ ਗੁਰਬਾਣੀ 'ਤੇ ਯਕੀਨ ਰੱਖਦਾ ਹੈ, ਉਹਨੂੰ ਆਪਣੇ ਹਿਰਦੇ 'ਚ ਵਸਾਉਣਾ ਚਾਹੁੰਦਾ ਹੈ, ਉਹ ਗੁਰਬਾਣੀ ਨਾਲੋਂ ਟੁੱਟ ਗਿਆ। ਗੁਰਬਾਣੀ 'ਚ ਕੀ ਲਿਖਿਆ ਹੋਇਆ ਉਹਨੂੰ ਪਤਾ ਹੀ ਨਹੀਂ। ਬਸ ਸਰੀਰ ਦੇ ਉੱਤੇ ਜੋ ਚਿੰਨ੍ਹ ਨੇ ਇਹਨਾਂ ਤੱਕ ਸੀਮਤ ਹੋ ਕੇ ਰਹਿ ਗਿਆ। ਗੁਰੂ ਪਿਆਰ ਵਾਲਿਓ, ਕਈ ਵਾਰੀ ਲੜਕੀਆਂ ਦੇ ਹਾਰਮੋਨ ਦੇ ਵਿੱਚ ਕੋਈ ਅਜਿਹੀ ਗੜਬੜ ਹੋ ਜਾਂਦੀ ਹੈ ਤੇ ਉਹਨਾਂ ਦੇ ਸਰੀਰ 'ਤੇ, ਚਿਹਰੇ 'ਤੇ ਵਾਲ ਉੱਗ ਪੈਂਦੇ ਨੇ, ਮੁੱਛਾਂ ਦਾੜ੍ਹੀ ਆ ਜਾਂਦੀ ਹੈ। ਜੇ ਉਹਨਾਂ ਦੇ ਵਾਲਾਂ ਨੂੰ ਸਾਫ਼ ਨਹੀਂ ਕਰਵਾਇਆ ਜਾਵੇਗਾ ਤਾਂ ਉਹਨਾਂ ਦੀ ਸੁੰਦਰਤਾ 'ਚ ਫਰਕ ਪੈਂਦਾ ਹੈ। ਸਾਡਾ ਜੋ ਆਲਾ ਦੁਆਲਾ ਹੈ, ਸਮਾਜਿਕ ਬਣਤਰ ਹੈ, ਉਹ ਲੜਕੀਆਂ ਨੂੰ, ਦਾੜ੍ਹੀ ਵਾਲੀਆਂ ਨੂੰ ਪਸੰਦ ਨਹੀਂ ਕਰੇਗਾ। ਤੁਸੀਂ ਆਪ ਹੀ ਕਦੀ ਸੋਚ ਕੇ ਵੇਖ ਲਓ, ਕਿਸੇ ਆਦਮੀ ਦੇ ਦਾੜ੍ਹੀ ਨਾ ਆਵੇ, ਭਾਵੇਂ ਉਹ ਉਹਨੂੰ ਕਟਾ ਦਿੰਦਾ ਬਾਅਦ ਦੇ ਵਿੱਚ, ਪਰ ਦਾੜ੍ਹੀ ਤੋਂ ਬਿਨਾਂ ਵਾਲਾ ਮਨੁੱਖ ਹੈ ਕਿਸੇ ਨੂੰ ਚੰਗਾ ਨਹੀਂ ਲੱਗਦਾ। ਉਹਨੂੰ ਹਿਜੜਾ ਜਾਂ ਖੁਸਰਾ ਜਾਂ ਕਹਿ ਕੇ ਮਜ਼ਾਕ ਉਡਾਉਂਦੇ ਨੇ। ਇਸੇ ਤਰ੍ਹਾਂ ਜੇ ਕਿਤੇ ਲੋੜ ਦੇ ਮੁਤਾਬਕ ਕੋਈ ਕੇਸ ਆਦਿਕ ਸਾਫ਼ ਕਰਾਉਣੇ ਪੈਂਦੇ ਨੇ ਤਾਂ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ, ਕੋਈ ਡਰਨ ਦੀ ਲੋੜ ਨਹੀਂ ਹੈ। ਇਹ ਆਪੋ ਆਪਣੇ ਸਰੀਰ ਦੀਆਂ ਲੋੜਾਂ ਨੇ। ਇਹਨਾਂ ਡੇਰੇਦਾਰਾਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਸਾਡੇ ਫਲਾਣੇ ਮਹਾਂਪੁਰਖ ਦਾ ਆਪਰੇਸ਼ਨ ਹੋਣਾ ਸੀ ਤੇ ਡਾਕਟਰਾਂ ਨੇ ਕਿਹਾ ਕਿ ਆਪਰੇਸ਼ਨ ਕਰਨ ਵਾਸਤੇ ਸਰੀਰ ਦੇ ਅੰਗ ਤੋਂ ਵਾਲ ਉਤਾਰਨੇ ਪੈਣੇ ਨੇ। ਅਸੀਂ ਆਪਰੇਸ਼ਨ ਕਰਾਉਣ ਤੋਂ ਮਨਾਹੀ ਕਰ ਦਿੱਤੀ ਪਰ ਵਾਲ ਨਹੀਂ ਕਟਾਏ। ਭਾਵੇਂ ਕਿ ਸਾਡੇ ਮਹਾਂਪੁਰਖ ਦੀ ਮੌਤ ਤਾਂ ਹੋ ਗਈ ਪਰ ਅਸੀਂ ਵਾਲਾਂ ਤੋਂ ਮੂੰਹ ਨਹੀਂ ਮੋੜਿਆ, ਵਾਲਾਂ ਦੀ ਪੂਰੀ ਰਾਖੀ ਕੀਤੀ ਹੈ। ਅਸੀਂ ਕੇਸਾਂ ਦਾ ਪੂਰਾ ਸਤਿਕਾਰ ਕਰਦੇ ਹਾਂ। ਇਹ ਕਹਾਣੀਆਂ ਸਾਡੇ ਮਨਾਂ 'ਚ ਇਹਨਾਂ ਲੋਕਾਂ ਨੇ ਪਾ ਦਿੱਤੀਆਂ ਨੇ। ਪਿਆਰਿਓ, ਵਾਲ ਤਾਂ ਫਿਰ ਵੀ ਉੱਗ ਪੈਣਗੇ ਦੁਬਾਰਾ, ਪਰ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ। ਜੇ ਬੰਦੇ ਦੀ ਕਿਸੇ ਇਲਾਜ ਤੋਂ ਵਾਂਝਾ ਰਹਿਣ ਕਰਕੇ ਮੌਤ ਹੋ ਗਈ ਤਾਂ ਦੁਬਾਰਾ ਉਹਨੂੰ ਜੀਵਨ ਨਹੀਂ ਮਿਲਣਾ, ਪਰ ਵਾਲ ਤਾਂ ਕੱਟਣ ਤੋਂ ਬਾਅਦ ਦੁਬਾਰਾ ਵੀ ਆ ਜਾਂਦੇ ਨੇ।
ਤੇ ਜਿਹੜੇ ਲੋਕ ਆਪਣੀ ਮਰਜ਼ੀ ਨਾਲ ਵਾਲ ਕਟਾਉਂਦੇ ਨੇ ਉਹਨਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੂੰ ਸਿੱਖ ਨਹੀਂ ਹੈ, ਤੂੰ ਪੰਥ ਦੋਖੀ ਹੈ, ਤੂੰ ਬੱਜਰ ਕਰੈਤੀਆ ਹੈ। ਉਹਦਾ ਅਪਮਾਨ ਨਹੀਂ ਕਰਨਾ ਬਣਦਾ। ਇਹ ਤੇ ਬਹੁਤ ਹੀ ਨਾਸਮਝੀ ਦੀਆਂ ਗੱਲਾਂ ਨੇ ਜਿਹੜੀਆਂ ਲੋਕਾਂ ਦੇ ਵਿੱਚ ਇਹ ਸਾਡੇ ਪ੍ਰਚਾਰ ਦਿੱਤੀਆਂ ਗਈਆਂ। ਜਿਹੜੀ ਸਿੱਖੀ ਹੈ ਕੇਵਲ ਦਾੜੀ ਕੇਸਾਂ ਤੱਕ ਸੀਮਿਤ ਨਹੀਂ ਹੈ। ਸਿੱਖੀ ਤਾਂ ਗੁਣਾਂ 'ਤੇ ਆਧਾਰਿਤ ਹੈ, ਚਿੰਨ੍ਹਾਂ 'ਤੇ ਆਧਾਰਿਤ ਨਹੀਂ ਹੈ। ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਤੇ ਉਹ ਸੋਚ ਕੇ ਵੇਖੋ, ਜਿਨ੍ਹਾਂ ਦੇ ਅਧੀਨ ਕੰਮ ਕਰਦੇ ਨੇ ਉਹ ਦਾੜੀ ਕੇਸਾਂ ਵਾਲੇ ਨਹੀਂ ਹੈਗੇ, ਉਹਨਾਂ ਦਾ ਧਰਮ ਵੀ ਹੋਰ ਹੈ ਤੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ, ਧਰਮੀ ਅਖਵਾਉਣ ਵਾਲੇ ਪਹਿਲੀ ਗੱਲ ਤਾਂ ਏਅਰਪੋਰਟ 'ਤੇ ਜਾਣ ਤੋਂ ਪਹਿਲਾਂ ਹੀ ਦਾੜੀ ਕੇਸ ਕਟਵਾ ਦਿੰਦੇ ਨੇ ਵਿਦੇਸ਼ਾਂ ਨੂੰ ਜਾਣ ਲੱਗਿਆਂ, ਤੇ ਫਿਰ ਰਹਿੰਦੀ ਕਸਰ ਉੱਥੇ ਜਾ ਕੇ ਨਿਕਲ ਜਾਂਦੀ ਹੈ। ਤੇ ਫਿਰ ਕਈ ਤਾਂ ਹੋਰ ਵੀ ਬੁਰੇ ਕੰਮ ਕਰਦੇ ਨੇ, ਦੁਕਾਨਦਾਰੀਆਂ 'ਚ ਨਸ਼ੇ ਵੇਚਣੇ, ਸ਼ਰਾਬਾਂ ਵੇਚਣੀਆਂ ਜਾਂ ਖੁਦ ਪੀਣੀਆਂ, ਬਹੁਤ ਕੁਝ ਅਜਿਹਾ ਹੁੰਦਾ। ਪਰ ਦਾੜੀ ਕੇਸ ਤਾਂ ਅਸੀਂ ਜ਼ਰੂਰ ਰੱਖੀ ਹੋਈ ਹੈ, ਇਹ ਵੀ ਕਹੀ ਜਾਂਦੇ ਨੇ। ਤਾਂ ਇਹ ਸਾਰਾ ਕੁਝ ਦਾੜੀ ਕੇਸਾਂ ਤੱਕ ਸੀਮਿਤ ਨਾ ਹੋ ਜਾਈਏ, ਵਾਲਾਂ ਤੱਕ ਸੀਮਿਤ ਹੋ ਕੇ ਨਾ ਰਹਿ ਜਾਈਏ। ਅਸੀਂ ਚੰਗੇ ਗੁਣਵਾਨ ਇਨਸਾਨ ਬਣਨਾ ਹੈ। ਇਹ ਸਾਡਾ ਕੌਮੀ ਲਿਬਾਸ ਤਾਂ ਹੋ ਸਕਦਾ ਹੈ ਕਿ ਅਸੀਂ ਦਾੜੀ ਕੇਸਾਂ ਵਾਲੇ, ਦਸਤਾਰਾਂ ਵਾਲੇ ਸਿੱਖ ਇੱਕ ਕੌਮੀ ਲਿਬਾਸ ਵਾਲੇ ਇਸ ਤਰ੍ਹਾਂ ਦੇ ਰਹਿਣਾ ਸਹਿਣਾ ਸਾਡਾ ਹੁੰਦਾ, ਪਰ ਇਹਨੂੰ ਧਰਮ ਦਾ ਅੰਗ ਬਣਾ ਕੇ ਪੇਸ਼ ਨਾ ਕੀਤਾ ਜਾਵੇ ਕਿ ਇਸ ਬੰਦੇ ਨੇ ਸਰੀਰ ਦੇ ਫਲਾਣੇ ਅੰਗ ਤੋਂ ਕੁਝ ਕੇਸ ਕੱਟ ਦਿੱਤੇ, ਵਾਲ ਉਤਾਰ ਦਿੱਤੇ ਤਾਂ ਹੁਣ ਇਹ ਸਿੱਖ ਨਹੀਂ ਰਿਹਾ, ਇਹ ਤਾਂ ਪੰਥ ਦੋਖੀ ਬਣ ਗਿਆ, ਇਹਨੇ ਬੱਜਰ ਕੁਰੈਤ ਕਰ ਦਿੱਤੀ, ਇਹਨੂੰ ਤਾਂ ਪੰਜਾਂ ਪਿਆਰਿਆਂ ਕੋਲੇ ਜਾ ਕੇ ਭੁੱਲ ਬਖਸ਼ਾਉਣੀ ਚਾਹੀਦੀ ਹੈ। ਇਹ ਦੁਸ਼ਟ ਕਰਮ ਨਹੀਂ ਕਰਨੇ ਚਾਹੀਦੇ। ਜੇ ਕੋਈ ਕਹਿਣਾ ਚਾਹੁੰਦਾ, ਕਿਸੇ ਨੂੰ ਸਲਾਹ ਦੇਣੀ ਚਾਹੁੰਦਾ, ਪਹਿਲੀ ਗੱਲ ਤਾਂ ਸਲਾਹ ਕਿਸੇ ਨੂੰ ਮੰਗੇ ਤੋਂ ਦੇਣੀ ਚਾਹੀਦੀ ਹੈ, ਤੇ ਫਿਰ ਜੇ ਨਹੀਂ ਵੀ ਮੰਗਦਾ ਤਾਂ ਵੀ ਤੁਸੀਂ ਸਮਝਦੇ ਹੋ ਕਿ ਇਹਨੂੰ ਸਲਾਹ ਦੀ ਲੋੜ ਹੈ ਤਾਂ ਬਹੁਤ ਹੀ ਨਿਮਰਤਾ ਨਾਲ, ਪਿਆਰ ਭਰੇ ਤਰੀਕੇ ਨਾਲ ਗੱਲ ਕੀਤੀ ਜਾਵੇ, ਤਾਂ ਕਿ ਜੇ ਉਸ ਬੰਦੇ ਦਾ ਨਹੀਂ ਵੀ ਮੰਨਣ ਨੂੰ ਦਿਲ ਕਰਦਾ ਤਾਂ ਉਹਨੂੰ ਮਨ ਨੂੰ ਚੁੱਭੇ ਨਾ, ਗੱਲ ਬੁਰੀ ਨਾ ਲੱਗੇ। ਉਹ ਪਿਆਰ ਭਰੇ ਢੰਗ ਨਾਲ ਆਖੀ ਹੋਈ ਗੱਲ ਦਾ ਅਸਰ ਜ਼ਿਆਦਾ ਹੁੰਦਾ ਬਜਾਏ ਉਹਦਾ ਅਪਮਾਨ ਕਰਨ ਦੇ। ਇਹਨਾਂ ਗੱਲਾਂ ਵੱਲ ਬਹੁਤ ਤਵੱਜੋ ਦੇਣ ਦੀ ਲੋੜ ਹੈ ਕਿ ਕੌਣ ਬੰਦਾ ਆਪਣੇ ਸਰੀਰ ਤੋਂ ਵਾਲ ਕੱਟਦਾ ਹੈ ਤੇ ਕੌਣ ਰੱਖਦਾ ਹੈ, ਇਹ ਉਹਦਾ ਪਰਸਨਲ ਮਾਮਲਾ ਹੈ। ਹਾਂ, ਕੌਮੀ ਜਿਹੜਾ ਸਾਡਾ ਸੰਕਲਪ ਹੈ ਉਹ ਹੈ ਕਿ ਅਸੀਂ ਦਾੜੀ ਕੇਸਾਂ ਵਾਲੇ ਹੋਈਏ, ਦਸਤਾਰਾਂ ਵਾਲੇ ਹੋਈਏ, ਚੰਗੇ ਸੱਜ ਕੇ ਫਬ ਕੇ ਰਹੀਏ, ਪਰ ਨਾਲ ਨਾਲ ਅਕਲਵੰਦ, ਗਿਆਨਵਾਨ, ਗੁਣਾਂ ਨਾਲ ਭਰਪੂਰ ਹੋਣਾ ਵੀ ਜ਼ਰੂਰੀ ਹੈ। ਇਹਦੇ ਤੋਂ ਬਿਨਾਂ ਜਿਹੜੇ ਚਿੰਨ੍ਹ ਨੇ ਕੇਵਲ ਭੇਖ ਬਣ ਕੇ ਰਹਿ ਜਾਂਦੇ ਨੇ, ਜਿਵੇਂ ਕਿ ਅੱਜ ਸਾਡੇ ਸਿੱਖਾਂ ਦੇ ਵਿੱਚ ਬਹੁਤਿਆਂ ਦੀ ਹਾਲਤ ਇਹੋ ਹੀ ਹੋਈ ਹੈ। ਸਵਾਲ ਨੰਬਰ 200 ਭਾਈ ਮਲਕੀਤ ਸਿੰਘ ਗੁਰਦਾਸਪੁਰ ਤੋਂ। ਇਹਨਾਂ ਦਾ ਸਵਾਲ ਹੈ, ਗੁਰੂ ਨਾਨਕ ਸਾਹਿਬ ਜੀ ਦੇ ਬੇਟੇ ਲਖਮੀ ਦਾਸ ਦੇ ਬੰਸ ਬਾਰੇ ਕੁਝ ਦੱਸੋ ਜੀ। ਤੁਸੀਂ ਖੁਦ ਵੀ ਪੁਸਤਕਾਂ ਪੜ੍ਹ ਸਕਦੇ ਹੋ। ਡਾਕਟਰ ਰਤਨ ਸਿੰਘ ਜੱਗੀ ਦੀ ਸਿੱਖ ਪੰਥ ਵਿਸ਼ਵਕੋਸ਼ ਇਹਦੇ ਵਿੱਚ ਕਾਫੀ ਹੱਦ ਤੱਕ ਵਿਸਥਾਰ ਨਾਲ ਦਿੱਤਾ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਲਖਮੀ ਦਾਸ ਦਾ ਜਨਮ ਮਾਤਾ ਸੁਲੱਖਣੀ ਜੀ ਦੇ ਕੁੱਖੋਂ 1497 ਈਸਵੀ ਨੂੰ ਹੋਇਆ, ਸੁਲਤਾਨਪੁਰ ਲੋਧੀ ਵਿੱਚ। ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਨੂੰ ਖਡੂਰ ਸਾਹਿਬ ਲੈ ਆਂਦਾ ਤੇ ਬਾਬਾ ਲਖਮੀ ਦਾਸ ਆਪਣੇ ਵੱਡੇ ਭਰਾ ਸ਼੍ਰੀ ਚੰਦ ਨਾਲ ਕਰਤਾਰਪੁਰ ਵਿੱਚ ਹੀ ਰਹੇ। ਪਰ ਬਾਅਦ ਵਿੱਚ ਬਾਬਾ ਸ਼੍ਰੀ ਚੰਦ ਨੇ ਆਪਣਾ ਨਿਵਾਸ ਉੱਥੋਂ ਬਦਲ ਲਿਆ ਤੇ 62 ਪਿੰਡ ਚਲਾ ਗਿਆ। ਕਰਤਾਰਪੁਰ ਵਿੱਚ ਕੇਵਲ ਬਾਬਾ ਲਖਮੀ ਦਾਸ ਦਾ ਪਰਿਵਾਰ ਹੀ ਰਿਹਾ ਅਤੇ ਉਸ ਤੋਂ ਗੁਰੂ ਨਾਨਕ ਦੇਵ ਜੀ ਦੀ ਬੇਦੀ ਵੰਸ਼ ਅੱਗੇ ਚੱਲੀ ਮੰਨੀ ਜਾਂਦੀ ਹੈ। ਬੀਤੇ ਸਮੇਂ ਵਿੱਚ ਕਰਤਾਰਪੁਰ ਨਗਰ ਨੂੰ ਰਾਵੀ ਨਦੀ ਨੇ ਰੋੜ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦਿਆਂ ਨੇ ਰਾਵੀ ਨਦੀ ਦੇ ਕੰਢੇ ਉੱਤੇ ਗੁਰੂ ਜੀ ਦਾ ਨਵਾਂ ਦਿਉਰਾ ਬਣਵਾ ਲਿਆ। ਇਸ ਦਿਉਰੇ ਅਤੇ ਨਾਲ ਬਣੀ ਬਸਤੀ ਨੂੰ ਭਾਈ ਕਾਨ ਸਿੰਘ ਨਾਭਾ ਅਨੁਸਾਰ ਬਾਬਾ ਲਖਮੀ ਦਾਸ ਦੇ ਪੁੱਤਰ ਧਰਮ ਚੰਦ ਨੇ ਦਿਉਰਾ ਬਾਬਾ ਨਾਨਕ ਆਮ ਪ੍ਰਚਲਿਤ ਡੇਰਾ ਬਾਬਾ ਨਾਨਕ ਨਾਂ ਨਾਲ ਪ੍ਰਸਿੱਧ ਕੀਤਾ। ਬਾਬਾ ਲਖਮੀ ਦਾਸ ਦਾ ਦੇਹਾਂਤ 1555 ਈਸਵੀ ਵਿੱਚ ਹੋਇਆ, ਤਕਰੀਬਨ 60-62 ਸਾਲ ਦੀ ਉਮਰ ਵਿੱਚ। ਭਾਈ ਗੁਰਦਾਸ ਨੇ ਇਹਨਾਂ ਬਾਰੇ ਲਿਖਿਆ ਹੈ, ਬਾਲ ਜਤੀ ਹੈ ਸ੍ਰੀ ਚੰਦ ਬਾਬਾਣਾ ਦੇਹਰਾ ਬਣਾਇਆ, ਲਖਮੀ ਦਾਸੋਂ ਧਰਮ ਚੰਦ ਪੋਤਾ ਹੋਇ ਕੈ ਆਪ ਗਣਾਇਆ। ਭਾਵ ਕਿ ਇਹਨਾਂ ਨੇ ਆਪਣੇ ਆਪ ਨੂੰ ਵੱਡੇ ਕਰਕੇ ਪੇਸ਼ ਕੀਤਾ। ਲੋਕਾਂ ਦਾ ਮੰਨਣਾ ਹੈ, ਰਵਾਇਤ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਕੁਝ ਬਾਣੀ ਦਾ ਉਤਾਰਾ ਬਾਬਾ ਲਖਮੀ ਦਾਸ ਨੇ ਸੰਭਾਲਿਆ ਹੋਇਆ ਸੀ, ਜੋ ਉਸ ਦੇ ਦੇਹਾਂਤ ਤੋਂ ਬਾਅਦ ਬਾਬਾ ਸ਼੍ਰੀ ਚੰਦ ਪਾਸ ਸੰਭਾਲਿਆ ਰਿਹਾ। ਤੇ ਇਹ ਵੀ ਮਨੌਤ ਪ੍ਰਚਲਿਤ ਹੈ ਕਿ ਗੁਰੂ ਅਰਜਨ ਸਾਹਿਬ ਨੇ ਜਦੋਂ ਪੋਥੀਆਂ ਤਿਆਰ ਕੀਤੀ ਗੁਰੂ ਗ੍ਰੰਥ ਸਾਹਿਬ ਦੀ, ਤਾਂ ਉਦੋਂ ਉਹ ਹੱਥ ਲਿਖਤ ਬਾਣੀ
ਗੁਰੂ ਅਰਜਨ ਸਾਹਿਬ ਨੇ ਉਹਨਾਂ ਤੋਂ ਪ੍ਰਾਪਤ ਕਰ ਲਈ, ਇਹ ਮੰਨਣਾ ਹੈ ਡਾਕਟਰ ਰਤਨ ਸਿੰਘ ਜੱਗੀ ਦਾ। ਉਂਝ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਦੀ ਵੰਸ਼ ਦੇ ਸਿਰਲੇਖ ਥੱਲੇ ਬੜੇ ਵਿਸਥਾਰ ਨਾਲ ਇਹਨਾਂ ਦੇ ਖਾਨਦਾਨ ਬਾਰੇ ਜ਼ਿਕਰ ਕੀਤਾ, ਪਰ ਇੱਕ ਗੱਲ ਇੱਥੇ ਕਹਿ ਦੇਣੀ ਮੈਂ ਜ਼ਰੂਰੀ ਸਮਝਦਾ, ਖਾਨਦਾਨ ਦੇ ਕਾਰਨ ਕੋਈ ਇਨਸਾਨ ਵੱਡਾ ਨਹੀਂ ਹੁੰਦਾ, ਬਲਕਿ ਗੁਣਾਂ ਦੇ ਕਾਰਨ ਵੱਡਾ ਹੁੰਦਾ ਹੈ। ਜੇ ਅਸੀਂ ਇਹ ਕਹਿ ਦਈਏ ਕਿ ਗੁਰੂ ਨਾਨਕ ਸਾਹਿਬ ਦਾ ਖਾਨਦਾਨ ਤਾਂ ਪਿਛੋਕੜ ਉਹਨਾਂ ਦਾ ਬਹੁਤ ਵੱਡਾ ਨਹੀਂ ਸੀ, ਪਰ ਗੁਰੂ ਨਾਨਕ ਸਾਹਿਬ ਵੱਡੇ ਕਿਵੇਂ ਹੋ ਗਏ? ਉਹ ਉਹਨਾਂ ਦਾ ਮਾਨਸਿਕ ਪੱਧਰ ਉੱਚਾ ਸੀ, ਉਹਨਾਂ ਕੋਲੇ ਹਿੰਮਤ, ਹੌਸਲਾ, ਅਕਲ, ਸਿਆਣਪ, ਬਹੁਤ ਕੁਝ ਗੁਣ ਸਨ, ਤਾਂ ਉਹ ਵੱਡੇ ਹੋ ਗਏ। ਹੁਣ ਉਸ ਵੱਡੇ ਨਾਲ ਹਰ ਕੋਈ ਆਪਣੇ ਆਪ ਨੂੰ ਜੋੜਦਾ ਅਤੇ ਆਪਣੇ ਆਪ ਨੂੰ ਵੱਡਾ ਅਖਵਾਉਣਾ ਸ਼ੁਰੂ ਕਰ ਦਿੰਦਾ, ਜਦੋਂ ਕਿ ਉਹਨਾਂ ਦੇ ਪੁੱਤਰ ਵੀ ਗੁਰੂ ਨਾਨਕ ਸਾਹਿਬ ਵਰਗੇ ਨਹੀਂ ਬਣ ਸਕੇ। ਠੀਕ ਹੈ, ਆਪਾਂ ਮੰਨਦੇ ਹਾਂ ਕਿ ਬਹੁਤ ਸਿਆਣੇ ਹੋਣਗੇ, ਪਰ ਗੁਰੂ ਨਾਨਕ ਸਾਹਿਬ ਵਰਗੇ ਪਰਉਪਕਾਰੀ ਅਤੇ ਅਕਲਮੰਦ ਉਹ ਨਹੀਂ ਬਣ ਸਕੇ। ਇਸ ਤਰ੍ਹਾਂ ਜਿਹੜੇ ਲੋਕ ਆਪਣੇ ਆਪ ਨੂੰ ਕੋਈ ਸੋਢੀ ਵੰਸ਼, ਕੋਈ ਬੇਦੀ ਵੰਸ਼ ਅਖਵਾਉਂਦਾ, ਕੋਈ ਜ਼ਰੂਰੀ ਨਹੀਂ ਕਿ ਉਹ ਸਾਰੇ ਵੀ ਉਸ ਖਾਨਦਾਨ ਦੀਆਂ ਰਵਾਇਤਾਂ ਅਨੁਸਾਰ ਜਿਹੜੀ ਉਹਨਾਂ ਦੇ ਵੱਡੇ ਵਡੇਰਿਆਂ ਦੇ ਸਮੇਂ ਚੱਲੀ ਸੀ, ਗੁਰੂ ਸਾਹਿਬਾਨ ਨੇ ਜੋ ਕਾਰਨਾਮੇ ਕੀਤੇ ਸੀ, ਉਹਨਾਂ ਵਰਗੇ ਸਾਰੇ ਨਹੀਂ ਬਣ ਸਕਦੇ ਹੁੰਦੇ। ਹੁਣ ਬਹੁਤ ਸਾਰੇ ਰਾਜ ਪਾਟ ਦੁਨੀਆ ਦੇ ਵਿੱਚੋਂ ਖਤਮ ਹੋ ਗਏ ਨੇ, ਭਾਵੇਂ ਮਹਾਰਾਜਾ ਰਣਜੀਤ ਸਿੰਘ ਸੀ, ਭਾਵੇਂ ਅਕਬਰ ਸੀ ਅਤੇ ਭਾਵੇਂ ਔਰੰਗਜ਼ੇਬ ਸੀ, ਹੋਰ ਵੱਡੇ ਵੱਡੇ ਖਾਨਦਾਨ ਤਬਾਹ ਹੋ ਗਏ ਨੇ। ਜੇ ਕੋਈ ਉਹਨਾਂ ਦੇ ਖਾਨਦਾਨ ਦਾ ਨਾਮ ਲੈ ਕੇ ਆਕੇ ਕਿ ਮੈਂ ਉਸ ਖਾਨਦਾਨ ਦੇ ਨਾਲ ਸੰਬੰਧਿਤ ਹਾਂ, ਤਾਂ ਉਹਦੀ ਕੀ ਕੀਮਤ ਹੈ? ਕਿਉਂਕਿ ਅੱਜ ਤਾਂ ਉਹਦੇ ਪੱਲੇ ਕੁਝ ਵੀ ਨਹੀਂ ਹੈ। ਬੰਦੇ ਦਾ ਮੌਜੂਦਾ ਸਮੇਂ ਦੇ ਵਿੱਚ ਜੋ ਕਰਨਾ ਹੈ, ਜੋ ਉਹਦੀ ਹੈਸੀਅਤ ਹੈ, ਜੋ ਉਹਨੇ ਕਾਰਜ ਕਰਕੇ ਵਿਖਾਏ ਨੇ, ਸਮਾਜ ਦਾ ਭਲਾ ਕੀਤਾ, ਉਹਦੇ ਤੋਂ ਪਤਾ ਲੱਗਦਾ ਕਿ ਇਹ ਇਨਸਾਨ ਸੱਚਮੁੱਚ ਬਹੁਤ ਨੇਕ ਹੈ, ਬਹੁਤ ਭਲਾ ਹੈ। ਅਜਿਹੇ ਇਨਸਾਨ ਵੀ ਉੱਭਰ ਕੇ ਸਾਹਮਣੇ ਆ ਜਾਂਦੇ ਨੇ ਜਿਨ੍ਹਾਂ ਦਾ ਪਿਛੋਕੜ ਦਾ ਕੋਈ ਖਾਨਦਾਨ ਸਾਨੂੰ ਪਤਾ ਨਹੀਂ ਹੁੰਦਾ। ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ ਅਤੇ ਹੋਰ ਭਗਤ ਸਾਹਿਬਾਨ, ਉਹਨਾਂ ਦਾ ਪਿਛੋਕੜ ਕੋਈ ਮਹਾਨ ਨਹੀਂ ਸੀ, ਪਰ ਉਹ ਆਪ ਬਹੁਤ ਮਹਾਨ ਸਨ। ਅੱਜ ਉਹਨਾਂ ਦਾ ਨਾਮ ਵਰਤ ਕੇ ਕੋਈ ਆਪਣੇ ਆਪ ਨੂੰ ਮਹਾਨ ਆਖੇ, ਇਹ ਗੱਲ ਮੰਨੀ ਨਹੀਂ ਜਾ ਸਕਦੀ। ਡੇਰੇਦਾਰਾਂ ਦੀ ਹਾਲਤ ਇਹੋ ਹੀ ਹੈ ਕਿ ਇਹ ਡੇਰੇਦਾਰ ਆਪਣੇ ਆਪ ਨੂੰ ਕੋਈ ਕਿਸੇ ਦੀ ਵੰਸ਼ 'ਚੋਂ ਦੱਸਦਾ ਹੈ, ਕੋਈ ਕਿਸੇ ਦੀ ਵੰਸ਼ 'ਚੋਂ ਦੱਸਦਾ ਹੈ, ਕੋਈ ਬਿਧੀ ਚੰਦ, ਕੋਈ ਭਾਈ ਕਨ੍ਹਈਆ ਜੀ ਦੀ ਵੰਸ਼ ਦੱਸਦਾ ਹੈ, ਅਤੇ ਇਸੇ ਤਰ੍ਹਾਂ ਕੋਈ ਗੁਰੂ ਨਾਨਕ ਦੀ ਵੰਸ਼ ਦੱਸਦਾ ਹੈ, ਅਤੇ ਕੋਈ ਬਾਬਾ ਦੀਪ ਸਿੰਘ ਦੀ ਕੁਲ 'ਚੋਂ ਚੱਲੇ ਹੋਏ ਉਹਨਾਂ ਦੀ ਗੱਦੀ ਚਲਾਈ ਹੋਈ ਕਹਿੰਦਾ। ਇਸੇ ਤਰ੍ਹਾਂ ਨਿਹੰਗ ਸਿੰਘ ਆਪਣੇ ਆਪ ਨੂੰ ਕਹਿੰਦੇ ਨੇ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਚਲਾਇਆ। ਪਿਆਰੇ ਜੀਓ, ਅਸੀਂ ਗੁਰੂ ਨਾਨਕ ਨੇ, ਗੁਰੂ ਗੋਬਿੰਦ ਸਿੰਘ ਨੇ ਸਾਰੇ ਹੀ ਚਲਾਏ ਹਾਂ, ਕੋਈ ਵੱਖਰਾ ਧੜਾ ਉਹਨਾਂ ਨੇ ਪੈਦਾ ਨਹੀਂ ਕੀਤਾ। ਅਸੀਂ ਸਾਰੇ ਹੀ ਉਹਨਾਂ ਨੂੰ ਪਿਆਰ ਕਰਨ ਵਾਲੇ ਇੱਕੋ ਜਿਹੇ ਸਿੱਖ ਹਾਂ। ਵੱਖੋ ਵੱਖਰੀਆਂ ਵੰਡੀਆਂ ਜਥੇਬੰਦੀਆਂ ਆਪਣੀਆਂ ਨਾ ਬਣਾਈਏ। ਇਹ ਪੰਥ ਦੇ ਵਿੱਚ ਖੇਰੂ ਵਾਲਾ ਜਿਹੜਾ ਸਿਲਸਿਲਾ ਚੱਲ ਪਿਆ, ਅਤੇ 12 ਪੂਰਬਰੀਏ 13 ਚੁੱਲ੍ਹਿਆਂ ਵਾਲਾ ਕੰਮ ਸਿੱਖਾਂ ਦੇ ਵਿੱਚ ਜਿਹੜਾ ਬਣ ਗਿਆ, ਇਹਦੇ ਤੋਂ ਬਚਣ ਦਾ ਯਤਨ ਕਰੀਏ। ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਆਪਣਾ ਗੁਰੂ ਮੰਨੀਏ। ਗੁਰੂ ਸਾਹਿਬਾਨ ਸਾਰਿਆਂ ਦੇ ਸਾਂਝੇ ਪਿਤਾ ਸਨ, ਉਹਨਾਂ ਦਾ ਸਤਿਕਾਰ ਕਰੀਏ। ਕੋਈ ਮੇਰਾ ਡੇਰਾ, ਮੇਰੀ ਟਕਸਾਲ, ਮੇਰੀ ਜਥੇਬੰਦੀ, ਮੇਰੀ ਨਾਮ ਸਿਮਰਨ ਵਾਲੀ ਇਹ ਜਿਹੜੀ ਹੈ ਜਥੇਬੰਦੀ ਹੈ, ਇਹ ਸਾਰਾ ਕੁਝ ਸਾਨੂੰ ਬਹੁਤ ਪਿੱਛੇ ਲਿਜਾ ਰਿਹਾ, ਪਾਟੋ ਧਾੜ 'ਚ ਪਾ ਰਿਹਾ, ਇੱਕ ਦੂਜੇ ਦੀ ਵਿੱਚ ਦੁਸ਼ਮਣੀ ਪੈਦਾ ਕਰ ਰਿਹਾ। ਇਹਦੇ ਤੋਂ ਬਚਣ ਦਾ ਉਪਰਾਲਾ ਕਰੀਏ। ਸ਼੍ਰੀ ਚੰਦ ਆਪਣੇ ਆਪ ਦੇ ਵਿੱਚ ਚੰਗਾ ਹੋ ਸਕਦਾ ਹੈ, ਲਖਮੀ ਦਾਸ ਆਪਣੇ ਆਪ ਦੇ ਵਿੱਚ ਚੰਗਾ ਹੋ ਸਕਦਾ ਹੈ, ਪਰ ਉਹਨਾਂ ਦਾ ਅੱਗੋਂ ਖਾਨਦਾਨ ਅੱਜ ਉਹਦਾ ਕੁਝ ਵੀ ਨਹੀਂ ਹੈ। ਉਹਨੇ ਸਮਾਜ ਵਾਸਤੇ ਕੁਝ ਵੀ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਦਾ ਬੇਦੀ ਵੰਸ਼ ਦਾ ਨਾਮ ਜੋੜ ਕੇ ਆਪਣੇ ਆਪ ਨੂੰ ਉੱਚੇ ਬਣਾਉਣ ਦਾ ਯਤਨ ਨਾ ਕਰੋ। ਕਿਸੇ ਵੰਸ਼ ਦੇ ਵਿੱਚ ਪੈਦਾ ਹੋ ਕੇ ਉਸ ਕੁਲ ਨਾਲ ਆਪਣੇ ਆਪ ਨੂੰ ਜੋੜ ਕੇ ਕੋਈ ਵੀ ਵੱਡਾ ਨਹੀਂ ਬਣ ਜਾਂਦਾ। ਜਦੋਂ ਕਿ ਭਾਈ ਗੁਰਦਾਸ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਪੁੱਤਰੀ ਕੌਲ, ਗੁਰਬਾਣੀ 'ਚ ਇਹ ਪੰਕਤੀ ਆ ਗਈ ਹੈ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰੱਟੀ ਹੈ, ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛੱਟੀ ਹੈ। ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ, ਖਾਨਦਾਨ ਨੇ ਉਹਨਾਂ ਦਾ ਕਹਿਣਾ ਨਹੀਂ ਮੰਨਿਆ, ਆਪਣੇ ਸਿਰ ਦੇ ਉੱਤੇ ਮਾਨੋ ਪਾਪਾਂ ਦਾ ਭਾਰ ਲੱਦ ਲਿਆ। ਅਸੀਂ ਵੀ ਗੁਰੂ ਦਾ ਹੁਕਮ ਮੰਨ ਕੇ ਚੰਗੇ ਸਿੱਖ, ਚੰਗੇ ਇਨਸਾਨ ਬਣੀਏ। ਖਾਨਦਾਨਾਂ ਦੇ ਵਿੱਚ ਬਹੁਤਾ ਕੁਝ ਨਹੀਂ ਹੁੰਦਾ, ਅਤੇ ਕਿਸੇ ਖਾਨਦਾਨ ਦਾ ਬੰਦਾ ਜ਼ਰੂਰੀ ਨਹੀਂ ਕਿ ਬਹੁਤ ਚੰਗਾ ਉੱਚੇ ਜੀਵਨ ਵਾਲਾ ਹੋਵੇ। ਉਹਦੀ ਜਾਤ ਕੋਈ ਵੀ ਹੋਵੇ, ਇਸ ਗੱਲ ਦਾ ਕੋਈ ਮਸਲਾ ਨਹੀਂ। ਅੱਜ ਉਹ ਕੀ ਹੈ, ਉਹਦੇ ਗੁਣਾਂ ਤੋਂ ਅਸੀਂ ਉਹਦੀ ਪਛਾਣ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਨੌਜਵਾਨੋ, ਗੁਰਸਿੱਖੋ, ਵੀਰੋ ਭੈਣੋ, ਤਤ ਗੁਰਮਤਿ ਗਿਆਨ TV ਵੱਲੋਂ ਜੋ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਤੁਸੀਂ ਆਪਣੇ ਸਵਾਲ
ਲਿਖ ਕੇ ਜਾਂ ਬੋਲ ਕੇ WhatsApp ਨੰਬਰ ਤੇ ਭੇਜ ਸਕਦੇ ਹੋ ਤੇ ਉਹ ਨੰਬਰ ਟਾਈਪ ਕਰਕੇ ਇੱਥੇ ਦਿੱਤਾ ਜਾ ਰਿਹਾ ਹੈ। ਤੁਸੀਂ ਪੜ੍ਹ ਕੇ ਉਸ ਨੰਬਰ ਤੇ ਸੰਖੇਪ ਸਵਾਲ ਭੇਜਣੇ ਨੇ, ਚਾਹੇ ਬੋਲ ਕੇ ਚਾਹੇ ਲਿਖ ਕੇ, ਤੇ ਉਹਨਾਂ ਦੇ ਜਵਾਬ ਸਮੇਂ-ਸਮੇਂ ਅਨੁਸਾਰ ਤੁਹਾਨੂੰ ਦਿੱਤੇ ਜਾਇਆ ਕਰਨਗੇ। ਤੇ ਜੇ ਤੁਹਾਨੂੰ ਇਹ ਸੱਚਮੁੱਚ ਚੈਨਲ ਚੰਗਾ ਲੱਗੇ ਤਾਂ ਇਹਨੂੰ ਹੋਰਨਾਂ ਤੱਕ ਵੀ ਸ਼ੇਅਰ ਕਰਿਆ ਕਰੋ, ਪਹੁੰਚਾਇਆ ਕਰੋ, ਤਾਂ ਕਿ ਜਿਹੜੇ ਸ਼ੰਕੇ ਨੇ ਮਨਾਂ ਦੇ ਵਿੱਚ ਉਹਨਾਂ ਨੂੰ ਸੌਖੇ ਤਰੀਕੇ ਨਾਲ ਦੂਰ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ